संत जना मिल हर जस गायो, कोट जन्म के दुख गवायो, जो चाहत सोई मन पायो, कर कृपा हर नाम दिवायो, सजद सुख हर नाम बढ़ाई, गुर प्रसाद नानक मत पाई, सजद सुख हर नाम बढ़ाई, गुर प्रसाद नानक मत पाई। ਸਾਰਿਆਂ ਨੂੰ ਅੱਜ ਅਨਾਉਂਸ ਕੀਤਾ। ਅੱਜ ਸਾਡੇ ਕੋਲ ਇੱਕ ਭੈਣ ਜੀ ਮਨਪ੍ਰੀਤ ਕੌਰ ਜੀ, ਉਹ ਅੱਜ ਸਾਰਾ ਲੈਕਚਰ ਦੇਣਗੇ। ਸਪੀਕਰ ਜੋ ਹੈਗੇ ਆ, ਜਸਟ ਟੂ ਟੈਲ ਯੂ ਕਿ ਉਹ ਹਾਊਸਵਾਈਫ ਹੈ ਔਰ ਟਾਟਾ ਨਗਰ ਇੰਡੀਆ ਤੋਂ, ਜਮਸ਼ੇਦਪੁਰ ਤੋਂ ਉਹ ਸਾਡੇ ਨਾਲ ਜੁੜੇ ਹੋਏ ਆ। ਟੌਪਿਕ ਅੱਜ ਦਾ ਬੜਾ ਇੰਪੋਰਟੈਂਟ ਹੈ। ਉਹਨਾਂ ਨੇ ਕਿਹਾ ਕਿ ਬਈ ਅਸੀਂ ਨਾਰਮਲੀ ਵਰਤ ਨਾਲ ਜੋੜਦੇ ਹਾਂ, ਬਟ ਇਟ ਇਜ਼ ਨਾਟ ਟੂ ਡੂ ਐਨੀਥਿੰਗ ਵਿਦ ਵਰਤ। ਸੋ ਡੈਫੀਨੇਟਲੀ ਅਸੀਂ ਉਸ ਐਂਗਲ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ, ਅਸੀਂ ਸਾਰੇ ਸਮਝਣਾ ਚਾਹੁੰਦੇ ਹਾਂ। ਤੇ ਜੇ ਉਹਦੇ ਠੀਕ ਹੋਵੇ, ਇਹ ਕੋਈ ਜ਼ਰੂਰੀ ਨਹੀਂ ਕਿ ਸਾਰੇ ਅਸੀਂ ਉਹਦੇ ਨਾਲ ਸਹਿਮਤ ਹੋਈਏ, ਬਟ ਡੈਫੀਨੇਟਲੀ ਡਿਫਰੈਂਟ ਐਂਗਲ ਸੁਣਨ ਤੋਂ ਸਾਨੂੰ ਵੀ ਸ਼ੁੱਡ ਬੀ ਓਪਨ ਮਾਈਂਡਡ। ਭੈਣ ਜੀ, ਤੁਹਾਡਾ ਬਹੁਤ ਬਹੁਤ ਵੈਲਕਮ, ਸਵਾਗਤ ਹੈ ਜੀ। ਐਂਡ ਨਾਓ ਯੂ ਕੈਨ ਟੇਕ ਓਵਰ ਜੀ। ਥੈਂਕ ਯੂ ਵੈਰੀ ਮਚ। ਪਲੀਜ਼ ਸਾਰੇ ਜਣੇ ਆਪਣੇ ਆਪ ਨੂੰ ਮਿਊਟ ਕਰ ਲੈਣ ਤਾਂ ਕਿ ਅਸੀਂ ਡਿਸਟਰਬੈਂਸ ਨਾ ਹੋਵੇ। ਤੇ ਥੈਂਕ ਯੂ ਜੀ, ਵੈਲਕਮ। हाँ जी, थैंक यू जी डॉक्टर। हाँ जी जी, मेरे सारे विद्वान वीरां ਅਤੇ ਗਰੁੱਪ ਦੇ ਨਾਲ ਜੁੜੇ ਹੋਏ ਸਾਰੇ ਆਡੀਅנס ਨੂੰ ਸਤਿਕਾਰ ਨਾਲ ਫਤਿਹ ਬੁਲਾਉਂਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਾਰੇ ਇੱਥੇ ਬੜੇ ਹੀ ਸਕॉलर्स ਐਂਡ ਵਿਦਵਾਨ ਇੱਥੇ ਬੈਠੇ ਨੇ। ਮੈਂ ਇੱਕ ਨਿਮਾਣੀ ਜੀ ਸਾਂਝ ਅੱਜ ਤੁਹਾਡੇ ਨਾਲ ਕਰਨ ਜਾ ਰਹੀ ਹਾਂ। ਸੋ ਅੱਜ ਜਿਸ ਸ਼ਬਦ ਦੀ ਅਸੀਂ ਵਿਚਾਰ ਲੈ ਰਹੇ ਹਾਂ, ਪਰ ਉਸਦੀ ਇੱਕ ਪਪੂਲਰ ਜਿਹੜੀ ਬੜੀ ਕਾਮਨ ਜਿਹੜੀ ਪੰਕਤੀ ਹੈ, ਛੋਡੇ ਅੰਨ ਕਰੇ ਪਖੰਡ, ਹਨਾ। ਸੋ ਇਹਦੇ ਵਿੱਚ ਇੱਕ ਅੰਨ ਦੀ ਗੱਲ ਆਈ ਹੈ। ਹੁਣ ਅੰਨ ਜਿਹੜਾ ਹੈ, ਇਸ ਦੀ ਵੈਲਿਊ ਜਿਹੜੀ ਹੈ, ਅਗਰ ਅਸੀਂ ਬੋਲੀਏ ਨਾ, ਜੰਮਦਿਆਂ ਸਾਰ ਇਸ ਸਰੀਰ ਦੇ ਅੰਨ ਦੀ ਗੱਲ, ਇੱਕ ਜੰਮਦੇ ਇੱਕ ਨਿਊਲੀ ਬੋਰਨ ਬੱਚੇ ਨੂੰ ਵੀ ਅੰਨ ਦੀ ਵੈਲਿਊ ਸਮਝ ਆ ਜਾਂਦੀ ਹੈ, ਕਿਉਂਕਿ ਬਾਹਰ ਆਉਣ ਤੋਂ ਕੁਝ ਮਿੰਟਾਂ ਬਾਅਦ ਹੀ ਉਹ ਆਪਣਾ ਅੰਨ ਜਿਹੜਾ ਹੈ, ਸਰੀਰ ਦਾ ਜਿਹੜਾ ਅੰਨ ਹੈ, ਉਹ ਲੈਂਦਾ ਹੈ। ਐਂਡ ਸਾਨੂੰ ਸਭ ਨੂੰ ਇਹ ਵੀ ਪਤਾ ਹੈ ਕਿ ਸਾਡੇ ਇਸ ਸਰੀਰ ਨੂੰ એનર્ਜੀ ਦੇਣ ਦੇ ਲਈ ਅੰਨ, ਅਨਾਜ, ਉਹ ਕਿਸੇ ਵੀ ਫਾਰਮ ਵਿੱਚ ਹੋਏ, ਉਹ ਅਗਰ ਅਸੀਂ ਸਾਇੰਟੀਫਿਕਲ ਲੈਂਗੁਏਜ ਵਿੱਚ ਬੋਲੀਏ, ਚਾਹੇ ਉਹ ਕਾਰਬ ਹੈ, ਫੈਟ ਹੈ, ਪ੍ਰੋਟੀਨ ਹੈ, ਪਾਣੀ ਹੈ, ਕਿਸੇ ਵੀ ਫਾਰਮ ਵਿੱਚ ਕਿਉਂ ਨਾ ਹੋਵੇ, ਜਾਂ ਅਸੀਂ ਬੋਲੀਏ ਕਿ ਸਬਜ਼ੀਆਂ, ਅਨਾਜ, ਹਨਾ, ਸਾਨੂੰ ਸਾਡੇ ਇਸ ਸਰੀਰ ਦੇ ਵਾਸਤੇ ਅਨਾਜ ਦੀ ਜ਼ਰੂਰਤ ਹੈ। ਐਂਡ ਜਿਵੇਂ ਜਿਵੇਂ ਅਸੀਂ ਸਿਆਣੇ ਹੋ ਰਹੇ ਹਾਂ, ਜਾਂ ਕੋਵਿਡ ਤੋਂ ਟਾਈਮ ਦੇ ਬਾਅਦ ਦੀ ਗੱਲ ਕਰੀਏ, ਹਰ ਆਦਮੀ ਆਪਣੀ ਇਸ ਸਰੀਰ ਦੀ ਇਮਿਊਨਿਟੀ ਵਧਾਉਣ ਦੇ ਵਾਸਤੇ ਬਹੁਤ ਕੁਝ ਖਾਣਾ ਇਸ ਤਰ੍ਹਾਂ ਦਾ, ਜਾਂ ਅਸੀਂ ਬੋਲੀਏ ਬਹੁਤ ਸੁਪਰ ਫੂਡਸ ਲੈ ਰਿਹਾ ਹੈ ਕਿ ਕਿਸੇ ਤਰੀਕੇ ਦੇ ਨਾਲ ਮੇਰਾ ਇਸ ਸਰੀਰ ਦਾ ਇਮਿਊਨ ਸਿਸਟਮ ਜਿਹੜਾ ਹੈ, ਉਹ ਅੱਛੀ ਤਰ੍ਹਾਂ ਡਿਵੈਲਪ ਹੋ ਸਕੇ। ਜਾਂ ਲੋਕ ਇਸ ਢੰਗ ਦਾ ਖਾਣਾ ਲੈਂਦੇ ਨੇ ਵੀ ਅਸੀਂ, ਸਾਡੇ ਸਰੀਰ ਦੀ એનર્ਜੀ ਬਣੀ ਰਹੇ, ਸਾਡੀ ਜਿਹੜੀ ਹੈ ਉਹ ਏਜ ਨੂੰ ਅਸੀਂ ਰੋਕ ਸਕੀਏ। ਅਸੀਂ ਐਂਟੀ ਏਜਿੰਗ ਵਾਲੇ ਅਸੀਂ ਖਾਣੇ ਖਾਂਦੇ ਹਾਂ, ਇਸ ਬ੍ਰੇਨ ਦੀ ਸਟਰੈਂਥ ਨੂੰ ਵਧਾਉਣ ਵਾਸਤੇ, ਕਈ ਲੋਕ ਆਪਣੇ ਮਸਲਸ ਦੀ ਸਟਰੈਂਥ ਨੂੰ ਵਧਾਉਣ ਵਾਸਤੇ। ਸੋ ਦੇਰ ਆਰ ਵੈਰਾਈਟੀਜ਼ ਆਫ ਫੂਡ, ਔਰ ਖਾਣੇ ਦਾ ਜਿਹੜਾ ਹੈ ਨਾ, ਉਹ ਹਰ ਇੱਕ ਦੁਨੀਆ ਦੇ ਵਿੱਚ ਤੁਸੀਂ ਕਿੱਥੇ ਵੀ ਜਾਵੋ, ਤੁਹਾਨੂੰ ਹਰ ਰੀਜ਼ਨ ਦਾ
ਅਲੱਗ-ਅਲੱਗ ਖਾਣਾ ਮਿਲ ਜਾਂਦਾ ਹੈ। ਹੁਣ ਜਦੋਂ ਅਸੀਂ ਆਪਣੇ ਜੀਵਨ ਦਾ ਬਹੁਤ ਸਾਰਾ ਆਪਣੇ ਦਿਨ ਦਾ ਬਹੁਤ ਸਾਰੇ ਹਿੱਸਾ ਅਸੀਂ ਖਾਣੇ ਦੇ ਉੱਤੇ ਬਿਤਾ ਦਿੰਦੇ ਹਾਂ, ਕਿਉਂਕਿ ਖਾਣਾ ਜਿਹੜਾ ਹੈ ਉਹ ਸਾਨੂੰ ਆਵਾਜ਼ momentary ਰਹੀ ਹੈ ਵੀ ਜੀ। ਦਿੰਦਾ ਹੈ। मेरी Hello? आवाज नहीं आ रही? आ रही है जी, ठीक आ रही है। एनीबडी हैज ए प्रॉब्लम? नहीं जी, आवाज बिल्कुल ठीक आ रही है जी, फर्स्ट क्लास। ठीक है जी, ठीक है जी, चली ठीक है जाओ। जी ठीक है Continue करो। ठीक है। ਹਾਂਜੀ, ਸੋ ਖਾਣਾ ਜਿਹੜਾ ਹੈ ਇਹ ਸਾਨੂੰ એનર્ਜੀ ਦਿੰਦਾ ਹੈ, એનર્ਜੀ ਦੇ ਨਾਲ ਨਾਲ ਸਾਨੂੰ ਮੋਮੈਂਟਰੀ ਪਲੇਜ਼ਰ ਵੀ ਦਿੰਦਾ ਹੈ, ਕਿਉਂਕਿ ਜੋ ਇੱਕ ਹੈਪੀ ਹਾਰਮੋਨ ਸੈਰਾਟੋਨਿਨ ਹੈ ਉਹ 80% ਸਾਡੇ ਗੱਟ, ਸਾਡੇ ਇੰਟੈਸਟਾਈਨ ਦੇ ਅੰਦਰ ਪੈਦਾ ਹੁੰਦਾ ਹੈ। ਇਸ ਲਈ ਇਹ ਵੀ ਦੇਖਿਆ ਹੋਣਾ ਕਿ ਜੋ ਐਂਜ਼ਾਈਟੀ ਐਂਡ ਡਿਪਰੈਸ਼ਨ ਦੇ ਜਿਹੜੇ ਪੇਸ਼ੈਂਟ ਹੁੰਦੇ ਨੇ ਨਾ, ਉਹ ਜ਼ਿਆਦਾ ਓਬੀਸ ਹੁੰਦੇ ਨੇ, ਕਿਉਂਕਿ ਉਹਨਾਂ ਨੂੰ ਉਸ ਖਾਣੇ ਦੇ ਦੌਰਾਨ ਜਾਂ ਆਪਣੇ ਮਨਪਸੰਦ ਖਾਣੇ ਦੇ ਦੌਰਾਨ ਉਹਨਾਂ ਨੂੰ ਉਹ ਇੱਕ ਖੁਸ਼ੀ ਮਿਲਦੀ ਹੈ, ਉਹ ਥੋੜੀ ਦੇਰ ਦੇ ਵਾਸਤੇ ਆਪਣੇ ਉਸ ਸਟ੍ਰੈਸ ਐਂਡ ਐਂਜ਼ਾਈਟੀ ਦੇ ਵਿੱਚੋਂ ਉਹਨਾਂ ਨੂੰ ਥੋੜਾ ਰਿਲੀਫ ਮਿਲਦਾ। ਪਰ ਜਦੋਂ ਅਸੀਂ ਆਪਣੇ ਇਸ ਲਾਈਫ ਸਟਾਈਲ ਦੀ ਗੱਲ ਕਰੀਏ ਕਿ ਅਸੀਂ ਇਤਨਾ ਹਰ ਪਾਸੋਂ ਸੋਚ ਕੇ ਕਿ ਮੇਰੀ ਬ੍ਰੇਨ ਵਾਸਤੇ, ਮੇਰੇ ਮਸਲਸ ਵਾਸਤੇ, ਮੇਰੀ ਇਮਿਊਨਿਟੀ ਵਾਸਤੇ ਅਸੀਂ ਬਹੁਤ ਸਾਰੇ ਖਾਣੇ ਕਾੜੇ ਇਹ ਸਭ ਚੀਜ਼ਾਂ ਲੈਂਦੇ ਹਾਂ, ਤੇ ਉਸ ਅਨੁਸਾਰ ਜਦੋਂ ਇਤਨੀ ਅਵੇਅਰਨੈਸ ਵੀ ਆ ਗਈ ਹੈ ਤਾਂ ਹੁਣ ਕੀ ਹੋਣਾ ਚਾਹੀਦਾ ਕਿ ਲੋਕਾਂ ਦਾ ਬਿਮਾਰ ਰਹਿਣਾ ਘੱਟ ਹੋਣਾ ਚਾਹੀਦਾ ਹੈ, ਹਸਪੀਟਲਸ ਘੱਟ ਹੋਣੇ ਚਾਹੀਦੇ ਨੇ, ਡਾਇਗਨੋਸਟਿਕ ਸੈਂਟਰਸ ਘੱਟ ਹੋਣੇ ਚਾਹੀਦੇ ਨੇ। ਪਰ ਦਿਨ ਬ ਦਿਨ ਅਸੀਂ ਇਹ ਦੇਖਦੇ ਹਾਂ ਕਿ ਹਰ ਪਲ ਅਗਰ ਕਿਸੇ ਬਿਜ਼ਨਸ ਦੀ ਗੱਲ ਕਰੀਏ ਤਾਂ ਉਹ ਇੱਕ ਆਹੀ ਮੈਡੀਕਲ ਲਾਈਨ ਹੈ ਜਿਹਦੇ ਵਿੱਚ ਲੋਕ ਕਹਿੰਦੇ ਨੇ ਕਿ ਕਦੀ ਵੀ ਡਾਊਨਫਾਲ ਨਹੀਂ ਆਉਣ ਵਾਲਾ। ਇਹ ਉਹ ਫੀਲਡ ਹੈ ਜਿੱਥੇ ਤੁਹਾਡਾ ਲਾਇਆ ਪੈਸਾ ਹਮੇਸ਼ਾ ਜਿਹੜਾ ਹੈ ਉਹ ਵਧੇਗਾ। ਐਂਡ ਲੋਕ ਸੱਚਮੁੱਚ ਬਿਮਾਰ ਹੋ ਰਹੇ ਨੇ, ਔਰ ਇਹ ਵੀ ਗੱਲ ਪ੍ਰੂਵਨ ਹੈ ਕਿ ਸਾਡੀਆਂ ਜਿੰਨੀਆਂ ਬਿਮਾਰੀਆਂ ਨੇ ਉਹ ਸਾਈਕੋਸੋਮੈਟਿਕ ਨੇ। 90% ਬਿਮਾਰੀਆਂ ਜਿਹੜੀਆਂ ਨੇ ਉਹ ਸਾਈਕੋਸੋਮੈਟਿਕ ਨੇ, ਐਂਡ 10% ਹੀ ਉਸਦੇ ਐਕਸਟਰਨਲ ਕਾਜ਼ ਹੁੰਦੇ ਨੇ। ਹੁਣ ਅਸੀਂ ਇਸ ਨੂੰ ਆਪਣੀ ਡੇ ਟੂ ਡੇ ਲਾਈਫ ਵਿੱਚ ਵੀ ਇਸ ਨੂੰ ਸਮਝ ਸਕਦੇ ਹਾਂ। ਜਦੋਂ ਅਸੀਂ ਇਹ ਦੇਖਦੇ ਹਾਂ ਕਿ ਅੱਜ ਦਾ ਅਗਰ ਮੈਂ ਐਗਜ਼ਾਮਪਲ ਲਵਾਂ ਕਿ ਅੱਜ ਸਾਡੇ ਵੱਡੇ ਵੱਡੇ ਮੈਰਿਜਸ ਪੈਲੇਸਿਸ ਦੇ ਵਿੱਚ ਵਿਆਹ ਹੁੰਦੇ ਨੇ, ਉੱਥੇ ਅਸੀਂ ਲੋਕ ਬੜੇ ਵਧੀਆ ਢੰਗ ਦੇ ਨਾਲ ਆਪਣੇ ਬ੍ਰਾਂਡਡ ਕੱਪੜੇ ਸੱਜ ਧੱਜ ਕੇ 5-5 10-10 ਹਜ਼ਾਰ ਦੀ ਪਲੇਟਸ ਜਿਹੜੀ ਹੈ ਉਹ ਉੱਥੇ ਬੁੱਕ ਕੀਤੀ ਜਾਂਦੀ ਹੈ ਅੱਜ ਲੋਕਾਂ ਦੇ ਵਾਸਤੇ। ਹੁਣ ਇਤਨੇ ਅੱਛੇ ਇਤਨੇ ਮਹਿੰਗੇ ਮਾਹੌਲ ਦੇ ਵਿੱਚ ਵੀ ਹੁੰਦਾ ਇਹ ਹੈ, ਏਸੀਆਂ ਚੱਲ ਰਹੀਆਂ ਨੇ, ਪਰ ਅਸੀਂ ਉੱਥੇ ਅਚਾਨਕ ਹੀ ਸਾਡਾ ਮੂਡ ਖਰਾਬ ਹੋ ਜਾਂਦਾ ਹੈ। ਅਚਾਨਕ ਹੀ ਅਸੀਂ ਉੱਥੋਂ ਵਾਪਸ ਆਉਂਦੇ ਹਾਂ, ਇਤਨਾ ਸਭ ਕੁਝ ਤਿਆਰੀਆਂ 2-4 ਘੰਟੇ ਤਿਆਰ ਹੋ ਕੇ ਘੰਟੇ ਦੀ ਡਰਾਈਵ ਕਰਕੇ ਵੀ ਅਗਰ ਅਸੀਂ ਉੱਥੇ ਪਹੁੰਚਦੇ ਹਾਂ, ਪਰ ਘਰ ਪਹੁੰਚਦੇ ਹਾਂ ਸੜਦੇ ਤਪਦੇ ਹੋਏ। ਕਿਉਂ? ਉੱਥੇ ਸਾਨੂੰ ਕਿਸੇ ਦਾ ਮੋਬਾਈਲ ਦੇਖ ਕੇ ਵਧੀਆ, ਕਿਸੇ ਦੀ ਕਾਰ, ਕਿਸੇ ਦੀ ਜੁਐਲਰੀ, ਕਿਸੇ ਦੇ ਕੱਪੜੇ ਅਸੀਂ ਦੇਖ ਕੇ ਅਪਸੈਟ ਹੋ ਜਾਂਦੇ ਹਾਂ, ਅਸੀਂ ਸੜ ਵੱਲ ਜਾਂਦੇ ਹਾਂ, ਸਾਡਾ ਮੂਡ ਖਰਾਬ ਹੋ ਜਾਂਦਾ ਹੈ। ਕਿਉਂ? ਕਿਉਂਕਿ ਅਸੀਂ ਇਸ ਤਨ ਦੇ ਬਾਹਰ ਦੇ ਉੱਤੇ ਆਪਣੇ ਬਹੁਤ ਜ਼ੋਰ ਲਗਾਉਂਦੇ ਹਾਂ। ਅਗਰ ਅਸੀਂ ਕੁਝ ਨਹੀਂ ਖਿਲਾ ਪਾਉਂਦੇ ਨਾ, ਤੇ ਉਹ ਨਹੀਂ ਖਿਲਾ ਪਾਉਂਦੇ ਇਸ ਮਨ ਨੂੰ ਅਸੀਂ ਜਿਹੜਾ ਅਨਾਜ ਚਾਹੀਦਾ ਹੈ ਉਸ ਅਨਾਜ ਨੂੰ ਤੇ ਅਸੀਂ ਦਿੱਤਾ ਹੀ ਨਹੀਂ। ਮਨ ਤੇ ਸਾਡਾ ਅੱਜ ਵੀ ਭੁੱਖਾ ਹੈ, ਸਦੀਆਂ ਤੋਂ ਭੁੱਖਾ ਹੈ। ਇਹ ਔਰ ਮਨ ਦੀ ਭੁੱਖ ਜਿਹੜੀ ਹੈ ਨਾ, ਇਹ ਹੁੰਦੀ ਵੀ ਨਹੀਂ। ਤੁਸੀਂ ਹੁਣ ਇਹ ਦੇਖੋ, ਅਸੀਂ ਆਪਣੇ ਘਰ ਕਿੰਨਾ ਕੁ ਖਾਣਾ ਖਾ ਲੈਂਦੇ ਹਾਂ, ਇੱਕ ਦਾਲ, ਇੱਕ ਸਬਜ਼ੀ, ਸੈਲਡ, ਰੋਟੀ, ਰਾਈਸ, ਸਾਡੇ ਮੈਨੂ ਕਿੰਨਾ ਹੈ, 3-4-5 ਆਈਟਮ ਹੱਦ ਤੋਂ ਹੱਦ 6-7 ਹੋ ਜਾਣਗੇ। ਪਰ ਜਦੋਂ ਅਸੀਂ ਕਿਸੇ ਵਿਆਹ ਦੇ ਉੱਤੇ ਜਾਂ ਅੱਜ ਦੇ ਮਰਨੇ ਜਾਂ ਵਰੀਨੇ ਦੇ ਉੱਤੇ ਜਾਂਦੇ ਹਾਂ, ਉੱਥੇ ਤੁਸੀਂ ਦੇਖੋ ਕਿਤਨੇ ਲੰਬੇ 36 ਤਰ੍ਹਾਂ ਦੇ ਪਕਵਾਨ ਹੁੰਦੇ ਨੇ, ਸਟਾਰਟਰਸ ਤੋਂ ਲੈ ਕੇ ਮੇਨ ਕੋਰਸ, ਡੈਜ਼ਰਟ, ਹਰ ਇੱਕ ਚੀਜ਼ ਹੁੰਦੀ ਹੈ
ਅਸੀਂ ਉੱਥੇ ਔਰ ਆਪਣੇ ਘਰ ਦੀ ਪਲੇਟ ਨੂੰ ਅਗਰ ਕੰਪੈਰੀਜ਼ਨ ਕਰੀਏ ਤਾਂ ਉਸ ਪਲੇਟ ਦੇ ਵਿੱਚ ਬਹੁਤ ਡਿਫਰੈਂਸ ਹੈ। ਹੁਣ ਪੇਟ ਜਿਹੜਾ ਹੈ, ਇਹ ਜਿਹੜਾ ਸਾਡਾ ਸਟਮਕ ਹੈ ਹਨਾ, ਇਹ ਬਾਇਓਲੋਜੀਕਲੀ ਕਹਿੰਦੇ ਇਹ ਸਾਡੀ ਇਹ ਜਿਹੜੀ ਮੁੱਠੀ ਹੈ ਨਾ, ਇਸ ਦੀ ਕੈਪੈਸਿਟੀ ਇਤਨੀ ਹੀ ਹੈ, ਇਤਨਾ ਹੀ ਹੈ ਮਸਕੂਲਰ ਸਾਈਜ਼ ਦਾ। ਪਰ ਜਿਹੜੀ ਸਾਡੀ ਪਲੇਟ ਹੈ ਉਹ ਕਿਤਨੀ ਵੱਡੀ ਹੈ, ਕਿਉਂ? ਕਿਉਂਕਿ ਇਹ ਜਿਹੜਾ ਸਟਮਕ ਹੈ ਨਾ, ਇਹ ਜਿਹੜਾ ਸਾਡਾ ਪੇਟ ਹੈ, ਇਹ ਤੇ ਭਰ ਜਾਂਦਾ ਹੈ। ਜੇ ਨਹੀਂ ਕੋਈ ਚੀਜ਼ ਭਰ ਪਾਉਂਦੀ ਨਾ, ਤੇ ਉਹ ਮਨ ਹੈ, ਮਨ ਨੂੰ ਲੱਗਦਾ ਨਹੀਂ 2 ਡੈਜ਼ਰਟ ਹੀ ਖਾਏ ਨੇ, ਇੱਥੇ ਤਾਂ 5-7 ਹੋਰ ਲੱਗੇ ਪਏ ਨੇ, ਇੱਕ ਤੇ ਹੋਰ ਹੋਣਾ ਚਾਹੀਦਾ ਹੈ। ਕੋਈ ਗੱਲ ਨਹੀਂ, ਮੇਰਾ ਬਲੱਡ ਸ਼ੂਗਰ ਲੈਵਲ, ਮੈਂ ਡਾਇਬਟਿਕ ਹਾਂ ਤੇ ਕੋਈ ਗੱਲ ਨਹੀਂ, ਮੈਨੂੰ ਬਲੱਡ ਪ੍ਰੈਸ਼ਰ ਹੈ ਤੇ ਕੋਈ ਗੱਲ ਨਹੀਂ, ਇੱਕ ਗੋਲੀ ਐਕਸਟਰਾ ਖਾ ਲਾਂਗਾ। ਲੇਕਿਨ ਮੈਂ ਇਹ ਜਿਹੜੇ ਆਈਟਮਸ ਨੇ ਨਾ ਇੰਨੇ ਤਰ੍ਹਾਂ ਦੇ ਹਨਾ, ਉਹ ਜ਼ਰੂਰ ਖਾ ਲਾਂਗਾ। ਐਂਡ ਇਹ ਜ਼ਰੂਰੀ ਨਹੀਂ ਹੈ ਕਿ ਇਹ ਸਾਡੇ ਵਿਆਹ ਸ਼ਾਦੀਆਂ ਦੇ ਵਿੱਚ ਹੈ। ਅੱਜ ਜਦੋਂ ਅਸੀਂ ਆਪਣੀਆਂ ਸ਼ਤਾਬਦੀਆਂ ਸੈਲੀਬ੍ਰੇਟ ਕਰਦੇ ਹਾਂ, ਜੇ 300 ਸਾਲਾਂ ਆਈ ਤਾਂ ਆਪਾਂ ਨੇ ਆਪਣੇ ਤਖਤਾਂ ਦੇ ਉੱਤੇ ਕੀ ਕੀਤਾ, 300 ਆਈਟਮਸ ਅਸੀਂ ਸੰਗਤਾਂ ਨੂੰ ਸਰਵ ਕਰਨੇ ਨੇ ਨਾ, ਕਿਉਂਕਿ ਸਾਡੀ ਸੋਚ ਇਸ ਤਨ ਦੇ ਲੈਵਲ ਤੇ ਹੀ ਖੜੀ ਹੈ। ਐਂਡ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰੀਏ ਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਨੂੰ ਸਿਰਫ ਇਸ ਮਨ ਦੇ ਭੋਜਨ ਨੂੰ ਹੀ ਪ੍ਰੋਵਾਈਡ ਕਰਦੇ ਨੇ। ਜਦੋਂ ਪਾਤਸ਼ਾਹ ਕਹਿੰਦੇ ਥਾਲ ਵਿੱਚ 3 ਵਸਤੂ ਪਈਓ, 7 ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो जिसका सबस आधारो। ਇਹ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਵਾਸਤੇ ਉਹ ਥਾਲ ਹੈ, 7 ਸੰਤੋਖ ਗੁਣੀ ਨਿਧਾਨ ਦੇ ਗੁਣਾਂ ਦੇ ਵਿਚਾਰਾਂ ਦੇ ਨਾਲ ਉਹ ਥਾਲ ਸਾਡੇ ਅੱਗੇ ਪਾਤਸ਼ਾਹ ਨੇ ਸਜਾ ਕੇ ਰੱਖਿਆ ਹੈ। 7 ਸੰਤੋਖ ਦੀ ਵਿਚਾਰ ਵਾਲਾ, ਗੁਣਾਂ ਦੇ ਨਾਨਕ ਗਾਵੀਏ ਗੁਣੀ ਨਿਧਾਨ, ਉਹ ਗੁਣਾਂ ਦੇ ਖਜ਼ਾਨੇ ਦੇ ਵਿਚਾਰ ਦੇ ਨਾਲ ਭਰਿਆ ਹੋਇਆ ਹੈ। ਪਰ ਕੰਡੀਸ਼ਨ ਤੇ ਇਹ ਹੈ, ਅਸੀਂ ਬਾਣੀ ਪੜ੍ਹੀ ਵੀ, ਅਸੀਂ ਅਖੰਡ ਪਾਠ ਦੀਆਂ ਲੜੀਆਂ ਵੀ ਚਲਾਈਆਂ ਹਨਾ, ਅਸੀਂ 7-7, 8-8 ਘੰਟੇ ਦੇ ਆਪਣੇ ਦੀਵਾਨ ਵੀ ਚਲਾਏ, ਪਰ ਉਹ ਸਾਰੀਆਂ ਚੀਜ਼ਾਂ ਤੇ ਇਸ ਕੰਨ ਤੋਂ ਸੁਣੀਆਂ ਔਰ ਇਸ ਕੰਨ ਦੇ ਚੋਂ ਨਿਕਲ ਗਈਆਂ ਹਨਾ। ਸਵਾਲ ਪਾਤਸ਼ਾਹ ਕਹਿੰਦੇ ਜੇ ਕੋ ਖਾਵੇ ਜੇ ਕੋ ਪੁੰਚੈ, ਉਸਨੂੰ ਪੁੰਚਣਾ। ਹੁਣ ਗੱਲ ਇਹ ਨਹੀਂ ਹੁੰਦੀ ਕਿ ਮੈਂ ਕਿਤਨੇ ਆਈਟਮ ਔਰ ਕਿਤਨੇ ਡਿਸ਼ਿਸ ਖਾਦੀਆਂ, ਗੱਲ ਇਹ ਹੈ ਕਿ ਜਿਹੜਾ ਖਾਣਾ ਅਸੀਂ ਖਾਂਦੇ ਹਾਂ ਉਹ ਸਰੀਰ ਦੇ ਵਿੱਚ ਜਾ ਕੇ ਪਚੇ ਵੀ ਔਰ ਇਸ ਸਰੀਰ ਦਾ ਅੰਗ ਵੀ ਬਣੇ। ਪਰ ਜੇ ਉਹ ਇਸ ਕੰਨੋਂ ਸੁਣ ਕੇ ਇਸ ਕੰਨੋਂ, ਜਾਂ ਇਸ ਨੂੰ ਸਿਰਫ ਅਸੀਂ ਅੱਜ ਕੰਨ ਰਸ ਤਿਕਨ ਹੀ ਅਸੀਂ ਬੋਲੀਏ, ਅਸੀਂ ਉੱਥੋਂ ਤਿਕਨ ਹੀ ਇਸ ਨੂੰ ਲਿਆ ਖੜਾ ਕੀਤਾ, ਤਾਂ ਉਹ ਸਾਡੇ ਕੋਈ ਫਾਇਦਾ ਨਹੀਂ ਹੈ। ਇਸ ਲਈ ਉਸ ਦਾ ਪੁੰਚਣਾ, ਸਰੀਰ ਦਾ, ਮੇਰੇ ਮਨ ਦੀ ਵਿਚਾਰ ਦਾ, ਜੋ ਮੈਂ ਬਾਣੀ ਸੁਣੀ ਉਹ ਮੇਰੇ ਵਿਚਾਰ, ਮੇਰੇ ਕਿਰਦਾਰ, ਮੇਰੇ ਆਚਾਰ ਦੇ ਅੰਦਰ ਆਣੀ ਹੀ ਚਾਹੀਦੀ ਹੈ। ਤਮ ਸੰਸਾਰ ਅੰਦਰ ਜਿਹੜਾ ਹੈ, ਮੇਰੇ ਅੰਦਰ ਅਗਿਆਨਤਾ ਦਾ ਅੰਧੇਰਾ ਹੈ, ਇਹ ਜਿਹੜਾ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਪਸਾਰੋ। ਇਹ ਜਿਹੜੇ ਮੇਰੇ ਸੋਚ ਦੇ ਅੰਦਰ ਜੋ ਸਾਨੂੰ ਇੱਕ ਦਿਨ ਵਿੱਚ 50-50, 60-60 ਹਜ਼ਾਰ ਜਿਹੜੇ ਵਿਚਾਰ ਆਉਂਦੇ ਨੇ, ਉਸ ਦੇ ਅੰਦਰ ਜਿਹੜਾ ਤਮ ਹੈ, ਜਿਹੜੀ ਅਗਿਆਨਤਾ ਹੈ, ਮੇਰੀ ਮਨਮਤ ਹੈ, ਮੇਰਾ ਐਟੀਟਿਊਡ ਹੈ, ਮੇਰੀ ਆਪਣੀ ਪਰਸਪੈਕਟਿਵ, ਆਪਣੇ ਹੀ ਸੋਚਣ ਦਾ ਢੰਗ, ਆਪਣਾ ਹੀ ਜਿਹੜਾ ਨਜ਼ਰੀਆ ਹੈ ਨਾ, ਇਹ ਜਿਹੜਾ ਇਸਦਾ ਜਿਹੜਾ ਤਮ, ਜਿਹੜਾ ਹਨੇਰਾ ਹੈ, ਜਿਹੜੇ ਭਰਮ ਨੇ, ਉਹ ਜਿਹੜੇ ਮੇਰੇ ਆਪਣੇ ਬਣਾਏ ਹੋਏ ਜਿਹੜੇ ਇਮੋਸ਼ਨਸ ਨੇ, ਇਹ ਤਾਂ ਦੂਰ ਹੋਣਗੇ ਜਦੋਂ ਮੈਂ ਜੇ ਕੋ ਖਾਵੇ ਜੇ ਕੋ ਪੁੰਚੇ ਤਿਸਕਾ ਹੋਏ ਉਧਾਰੋ ਹਰਤਾ। ਤਾਂ ਤਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ, ਮੇਰੀ ਇੱਕ ਇੱਕ ਸੋਚ ਦੇ ਅੰਦਰ ਉਸ ਬ੍ਰਹਮ ਵਾਲੇ ਗਿਆਨ ਦਾ ਪਸਾਰਾ ਹੋ ਸਕੇ। ਹੁਣ ਪੂਰਾ ਖਾਣਾ, ਹੁਣ ਬਾਣੀ ਸਾਨੂੰ ਕਹਿੰਦੀ ਹੈ ਕਿ ਗਿਆਨ ਕਾ ਬੱਧਾ ਮਨ ਰਹੇ, ਮਨ ਸਮਝਾਵਣ ਕਾਰਨੇ ਕਛੁਵਕ ਪੜੀਏ ਗਿਆਨ। ਹੁਣ ਗਿਆਨ ਜਿਹੜਾ ਹੈ ਉਹਦਾ ਵੀ ਗੁਰਬਾਣੀ ਜਿਸ ਗਿਆਨ ਦੀ ਗੱਲ ਕਰਦੀ ਹੈ ਉਹ
ਅਕੈਡਮਿਕ ਗਿਆਨ ਦੀ ਜਾਂ ਉਹ ਬਾਹਰ ਵਾਲੇ ਗਿਆਨ ਦੀ ਜਾਂ ਕਿਸੇ ਬਾਇਓਲੋਜੀ, ਕਿਸੇ ਕੈਮਿਸਟਰੀ, ਕਿਸੇ ਮੈਥ ਦੇ ਗਿਆਨ ਦੀ ਨਹੀਂ। ਗੁਰਬਾਣੀ ਗੱਲ ਕਰਦੀ ਹੈ ਮੇਰੇ ਅੰਦਰ ਦਾ ਗਿਆਨ, मेरे अंदर कितनी अज्ञानता है, मैं कितना हंकारी हाँ, मैं कितना लालची हाँ, मैं कितना टक्के डोले हर वक्त असहज अवस्था दे विच रहिंदा हाँ, मेरे अंदर सहनशीलता है कि नहीं। ये जिहड़ा स्वै पड़चोल सेल्फ रियलाइजेशन, अपने बारे दूसरियां नूं नहीं जज करना, अपने बारे जो मैं रियलाइज करदा हाँ, मैनूं पता चले मैं किथे लालच दे विच किस वक्त अपना ईमान बेच दिंदा हाँ, मैं किस वक्त पराया हक खा लैंदा हाँ, मैं किस वक्त भैड़े वचन बोल के लोकां दा मन दुखांदा। उस ज्ञान दी गल करदी है, उस अज्ञानता नूं मिटाण दी गल करदी है। ते उस नानक गाविए गुणी निधान, अपनी हर एक सोच, अपनी हर एक विचार दे अंदर उस ब्रह्म नूं, उस गुणा नूं 24 घंटे जिहड़ा है ना वो गाण दी गल करदी है। एक शब्द असी गुरबाणी दा असी पढ़ते हाँ भगत फरीद जी दा, जदों कहंदे भूखे भगत ना कीजै, ये माला अपनी लीजै। हुण ये जिहड़ा शब्द जिहड़ा है ना, भूखे भगत ना कीजै, ये माला अपनी लीजै, इस शब्द नूं भी असी जिहड़ा है तन दे उत्ते खिलार दिता है। पर जदों असी इस दी रहाओ दियां तुक्कां दी गल करिए ते रहाओ दियां तुक्कां दे विच भगत कबीर जी कहते ने, माधो कैसी बने तुम संगै। इत्थे तां अंदर बैठे सतगुर जी दे नाल उस अपनी हर एक सोच दे अंदर ब्रह्म दा पसार हो सके, उसते ओ वाली जीवन जाच नूं लैण वास्ते कबीर जी कहते माधो कैसी बने तुम संगे, मैं तुहाडे नाल किवें बना सकां। आप ना देहो तां लिओ मंगे, मैं तुहाडे कोलों मंगा भी तां जे तुसी मैनूं दिओ ना। तुसी तां ए हाल विच तीन वस्तु पई हो, तुसी तां अंदर सतगुर जी अपना दीवान, अपने अमुल गुण दा जिहड़ा है भंडारा लगा के रखिया। क्योंकि सानू अगर गुस्सा आया है ते उस वक्त अपने आप नूं कूल डाउन करन वास्ते सानू किसी मॉल तो किसी दुकान तो जाके शांति सहजता खरीदण दी जरूरत नहीं। सत संतोख दया कंपैशन प्यार सब अंदर ही पिया है। आप ना देहो तां लिओ मंगे, तां ते मैं मंगा भी, तो सब कुछ मेरे अंदर ही पिया होया है। हुण जदों असीं कहंदे आ भूखे भगत ना कीजै, क्योंकि पातशाह इत्थे गल कह रहे ने मेरा मन भुखा है। जदों ये मन भुखा हुंदा है ना, तां ये मन जिहड़ा हुंदा है ये साडे कोलों बहुत ज्यादा साडे जीवन दे विच खुआरियां पांदा है। सानू हर वक्त लालच दे विच द्वारे द्वारे स्वान जीव डोलै, नै सुध राम भजन की। सानू हर वक्त साडे इस मानस जन्म दे विच भी सानू अनेकां ही जूनां दे विच कां वांगू साडे कोलों निंदा करवांदा है, हाथी वांगू सानू वासना दे विच फसा के रखदा है। उस वक्त भुखे भगत ना कीजे, ये माला अपनी लीजे। ये जिहड़ा मन है ना, ये 24 घंटे शोर पांदा रहिंदा है, मैनू हुण ये चाहीदा है, अज मैनू ये चाहीदा है, अज नवीं गड्डी चाहीदी है, अज मैनू फलाणे ब्रांड दे कपड़े चाहीदे ने, अज मैनू शूज चाहीदे ने, अज ओथे सेल लगी है। ये जिहड़ी है ना, ये माला जिहड़ी 24 घंटे डिमांड्स दी, ये सिर्फ मैटीरियलिस्टिक डिमांड दी नहीं है। उस तो बाद असी अपनी होमे, अपनी एटीट्यूड, अपने पर्सपैक्टिव नू वधाण वास्ते भी असी बहुत कुछ अपने ग्रुप्स बनाए हुए हैं, अपने जथेबंदी, अपने धड़ेबाजी। असी इसदे अपने ईगो, अपने होमे नू भी सैटिस्फाई करन दे लई सारा दिन देखे सुने बोले दौड़ियो फिरत है। इत्थे फिजिकल दौड़न दी गल नहीं आई, इत्थे फिजिकल देखण दी भी नहीं गल आई। इत्थे मन
ਜੋ 24 ਘੰਟੇ ਬਾਹਰ ਪਰਾਏ ਬੈਸਣਾ, ਇਹ ਲੋਕਾਂ ਦੇ ਵੱਲ ਦੇਖ ਦੇਖ ਕੇ, ਪਰਾਇਆਂ ਦੀਆਂ ਚੀਜ਼ਾਂ ਨੂੰ ਦੇਖ ਦੇਖ ਕੇ, ਪਰਾਈ ਵਿਚਾਰਧਾਰਾ ਨੂੰ ਦੇਖ ਦੇਖ ਕੇ ਉੱਥੇ ਬੈਠਾ ਰਹਿੰਦਾ ਹੈ। ਸੋ ਉੱਥੇ ਗੁਰੂ ਪਾਤਸ਼ਾਹ ਕਹਿੰਦੇ ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੈ। ਕਿਉਂਕਿ ਸਟਾਰਟਿੰਗ 'ਚ ਹੀ ਜਦੋਂ ਅਸੀਂ ਜਪ ਬਾਣੀ ਵਿੱਚ ਗੱਲ ਕਰਦੇ ਹਾਂ, ਪਾਤਸ਼ਾਹ ਉੱਥੇ ਹੀ ਇਹੀ ਗੱਲ ਕਹਿੰਦੇ ਨੇ, ਜੇ ਤੂੰ ਕੂੜ ਦੀ ਬਾਲ ਤੋੜਨਾ ਚਾਹੁੰਦਾ ਹੈ, ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਪਾਲ, ਇਹ ਅੰਦਰ ਦੀ ਕੂੜ ਦੀ ਪਾਲ ਅਗਰ ਤੋੜਨੀ ਹੈ ਨਾ, ਤਾਂ ਉਹਦੇ ਵਾਸਤੇ ਸਭ ਤੋਂ ਪਹਿਲੇ ਜਿਹੜੇ ਤੇਰਾ ਮਨ ਹੈ ਨਾ, ਭੁੱਖਿਆਂ ਭੁੱਖ ਨਾ ਉਤਰੇ, ਜੇ ਬੰਨਾ ਪੁਰੀਆਂ ਪਾ। ਇਹ ਅਗਰ ਇੰਨੀਆਂ ਸਾਰੀਆਂ, ਇੱਕ ਦੋ ਧਰਤੀਆਂ ਦਾ ਨਹੀਂ, ਇੰਨੀਆਂ ਧਰਤੀਆਂ ਦਾ ਵੀ ਸਮਾਦ ਅਗਰ ਦੇ ਦਿੱਤਾ ਜਾਏ ਤਾਂ ਵੀ ਇਹਦੀ ਭੁੱਖ ਨਹੀਂ ਉਤਰਦੀ। ਔਰ ਸਾਡੀ ਇੱਕ ਚੀਜ਼ ਹੈ, ਸਾਡੀਆਂ ਜ਼ਰੂਰਤਾਂ ਇਹ ਇੱਕ ਅੱਡ ਚੀਜ਼ ਹੈ, ਪਰ ਸਾਡੀਆਂ ਲਾਲਸਾਵਾਂ, ਸਾਡੀਆਂ ਮੰਗਾਂ, ਹਨਾ, ਜਿਸਨੂੰ ਬੋਲਦੇ ਨੇ ਏਕ ਸਵਾਨ ਦੋਇ ਸਵਾਨੀ ਨਾਲ ਭਲਕੇ ਭੌਂਕੇ ਮਦਨ ਪਸਾਰ। ਸਾਡੇ ਅੰਦਰ ਦੀ ਇਹ ਮਨ ਦੀਆਂ ਜਿਹੜੀਆਂ ਲਾਲਸਾਵਾਂ ਨੇ ਨਾ, ਇਹ ਇੱਛਾਵਾਂ, ਇਹ ਇਤਨੀਆਂ ਅਨਲਿਮਿਟਿਡ ਨੇ ਨਾ, ਇਹ ਸਵੇਰੇ ਉੱਠਦਿਆਂ ਸਾਰ ਹੀ ਇਹਨਾਂ ਦੀ ਡਿਮਾਂਡ ਸ਼ੁਰੂ ਹੋ ਜਾਂਦੀ ਹੈ। ਹੁਣ ਮੈਨੂੰ ਬੈਟੀ ਚਾਹੀਦੀ ਹੈ, ਹੁਣ ਮੈਨੂੰ ਮੇਰੇ ਮਨਪਸੰਦ ਦਾ ਨਾਸ਼ਤਾ ਚਾਹੀਦਾ ਹੈ, ਹੁਣ ਮੈਨੂੰ ਮੇਰੇ ਮਨਪਸੰਦ ਦੇ ਕੱਪੜੇ ਚਾਹੀਦੇ ਨੇ, ਹੁਣ ਮੇਰੀ ਜੀ ਹਜ਼ੂਰੀ ਵਾਸਤੇ ਤੁਹਾਡੇ ਪੂਰੇ ਪਰਿਵਾਰ ਨੂੰ ਹੋਣਾ ਚਾਹੀਦਾ ਹੈ, ਹੁਣ ਮੇਰੀ ਪ੍ਰਸ਼ੰਸਾ, ਮੈਂ ਖਾਣਾ ਬਣਾਇਆ ਹੈ, ਤੁਹਾਨੂੰ ਸਾਰਿਆਂ ਨੂੰ ਮੈਨੂੰ ਗ੍ਰੇਟਫੁਲ ਹੋਣਾ ਚਾਹੀਦਾ ਹੈ। ਅਸੀਂ ਹਰ ਵਕਤ ਲੋਕਾਂ ਦੇ ਕੋਲੋਂ ਡਿਮਾਂਡ ਕਰਦੇ ਰਹਿੰਦੇ, ਕਿਉਂਕਿ ਅਸੀਂ ਇਸ ਮਨ ਨੂੰ ਆਧਾਰ ਨਹੀਂ ਦਿੰਦੇ। ਮਨ ਸਮਝਾਵਨ ਕਾਰਨੇ ਕਛੁਅਕ ਪੜੀਏ ਗਿਆਨ, ਇਹ ਗਿਆਨ ਮੈਨੂੰ ਉਸ ਰੱਬੀ ਗੁਣਾਂ ਦਾ, ਉਸਦੇ ਹੁਕਮ ਦਾ, ਉਸਦੀ ਰਜ਼ਾ ਦੇ ਵਿੱਚ ਹਰ ਪਲ ਚੱਲਣ ਦਾ, ਹਰ ਪਲ ਸੋਚਣ ਦਾ ਜਿਹੜਾ ਹੈ ਨਾ, ਉਹ ਗਿਆਨ ਮੇਰੇ ਕੋਲ ਨਹੀਂ ਹੈ। ਇਹੀ ਇੱਕ ਵਜ੍ਹਾ ਹੈ ਕਿ ਸਾਡੇ ਅੰਦਰ ਉਹ ਕੂੜ ਦੀ ਪਾਲ, ਅੰਦਰ ਬੈਠੇ ਸਤਿਗੁਰ ਜੀ ਸਾਡੇ ਬੋਲ, ਸਾਨੂੰ ਉਹ ਮਿੱਠੇ ਬੋਲ, ਉਹ ਉਹਨਾਂ ਦੀ, ਉਹ ਜਿਹੜੀ ਸਾਡੀ ਜ਼ਮੀਰ ਦੀ ਆਵਾਜ਼ ਹੈ ਨਾ, ਉਹ ਸਾਨੂੰ ਨਹੀਂ ਸੁਣਾਈ ਦਿੰਦੀ। ਪਾਤਸ਼ਾਹ ਕਹਿੰਦੇ ਖੁਦਿਆਵੰਤ ਨਾ ਜਾਣੈ, ਲਾਜ ਕੁਲਾਜ ਕੁਬੋਲ। ਜਿਹੜਾ ਭੁੱਖਾ ਬੰਦਾ ਹੁੰਦਾ ਨਾ, ਇੱਥੇ ਫਿਰ ਮੈਂ ਬੋਲਾਂਗੀ, ਗੁਰੂ ਪਾਤਸ਼ਾਹ ਪੂਰੀ ਗੁਰਬਾਣੀ ਇਸ ਮਨ ਨੂੰ, ਮਨ ਪਰਥਾਏ ਹੈ, ਮਨ ਨੂੰ ਸਾਧਨ ਦੇ ਵਾਸਤੇ ਹੈ, ਮਨ ਦੀ ਭੁੱਖਾਂ ਨੂੰ ਦੂਰ ਕਰਨ ਦੇ ਵਾਸਤੇ ਹੈ, ਮਨ ਨੂੰ ਆਧਾਰ ਦੇਣ ਦੇ ਲਈ ਭੋਜਨ ਹੈ। ਉਹ ਜਿਹੜਾ ਨਾ, ਜਿਹੜਾ ਖੁਦਿਆਵੰਤ, ਜਿਹੜਾ ਮਨ ਦਾ ਭੁੱਖਾ ਹੁੰਦਾ ਨਾ, ਉਹਦੇ ਕਰੈਕਟਰ ਦੀ ਗੱਲ ਕਰ ਰਹੇ, ਉਹਦੇ ਸਿੰਪਟਮਸ ਦੱਸ ਰਹੇ ਨੇ। ਖੁਦਿਆਵੰਤ ਨਾ ਜਾਣੀ, ਲਾਜ, ਉਹ ਬੇਸ਼ਰਮ ਹੋ ਜਾਂਦਾ। ਤੁਸੀਂ ਉਸਨੂੰ ਜਿਤਨਾ ਮਰਜ਼ੀ ਸਮਝਾ ਲਓ ਕਿ ਤੂੰ ਥੋੜਾ ਸਹਿਜਤਾ ਦੇ ਵਿੱਚ ਗੱਲ ਕੀਤਾ ਕਰ, ਆਪਣੇ ਗੁੱਸੇ ਨੂੰ ਕੰਟਰੋਲ ਵਿੱਚ ਕਰ। ਲਾਜ ਕੁਲਾਜ ਕੁਬੋਲ, ਉਹਨੇ ਕੁਬੋਲ ਬੋਲਣੇ ਹੀ ਨੇ। ਕੁਬੋਲ ਸਿਰਫ ਅਸੀਂ ਮੂੰਹ ਤੋਂ ਨਹੀਂ ਬੋਲਦੇ, ਇਹ ਸਾਡੀਆਂ ਅੱਖਾਂ, ਸਾਡੇ ਮੱਥੇ ਦੀਆਂ ਤਿਉੜੀਆਂ, ਸਾਡਾ ਇਹ ਹੱਥ ਪੈਰ, ਸਾਡੀ ਪਿੱਠ, ਸਾਡਾ ਐਟੀਟਿਊਡ, ਸਾਡਾ ਬੋਲਣ ਦਾ, ਖੜੇ ਹੋਣ ਦਾ, ਔਰ ਇਵਨ ਚੁੱਪ ਰਹਿ ਕੇ ਕਿਸੇ ਨੂੰ ਨਾ ਜਵਾਬ ਦੇਣ ਦਾ, ਇਹ ਹੁੰਦੇ ਨੇ ਸਾਡੇ ਬੋਡੀ ਦੇ ਉਹ ਵਾਲੇ ਸਾਰੇ ਐਕਸ਼ਨਸ। ਪਾਤਸ਼ਾਹ ਕਹਿੰਦੇ ਨੇ, ਕਿਉਂਕਿ ਅੱਗੇ ਫਿਰ ਕਰੇ, ਨਾਨਕ ਮੰਗੇ ਨਾਮ, ਹਰ 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 ਕਰ ਕਿਰਪਾ ਸੰਜੋਗ। ਕਹਿੰਦੇ ਨੇ ਕਿਉਂਕਿ ਗੁਰਬਾਣੀ ਵਿੱਚ ਨਾਮ ਭੋਜਨ ਦੀ ਗੱਲ ਹਰ ਵਾਰੀ ਕੀਤੀ ਗਈ ਹੈ। ਗੁਰਬਾਣੀ ਸਾਨੂੰ ਬਾਰ-ਬਾਰ ਨਾਮ ਦੀ ਗੱਲ ਜਿਹੜੀ ਹੈ, ਨਾਮ ਦੇ ਭੋਜਨ ਦੀ ਗੱਲ, ਹਰ ਨਾਮ ਹਮਾਰਾ ਭੋਜਨ 36 ਪ੍ਰਕਾਰ। ਕਿਉਂਕਿ ਸਾਡੇ ਜੀਵਨ ਵਿੱਚ ਜੋ ਸਾਡੀਆਂ ਲਾਲਸਾਵਾਂ ਜਿਹੜੀਆਂ ਨੇ ਨਾ, ਇੱਕ ਸਵਾਨ ਦੋਇ ਸਵਾਨੀ ਨਾਲ ਵਾਲੀ ਜਿਹੜੀਆਂ ਤ੍ਰਿਸ਼ਨਾਵਾਂ, ਲਾਲਸਾਵਾਂ, ਸਾਡੀਆਂ ਮੰਗਾਂ ਹਰ ਵਕਤ ਜਿਹੜੀਆਂ ਖੜੀਆਂ ਰਹਿੰਦੀਆਂ ਨੇ ਨਾ, ਉਹ ਇਸ ਕਰਕੇ ਨੇ ਕਿਉਂਕਿ ਸਾਡੇ ਅੰਦਰ ਸਤ ਸੰਤੋਖ ਵਾਲੀ ਵਿਚਾਰ ਮੇਰੇ ਦਿਮਾਗ ਵਿੱਚ, ਮੇਰੇ ਮਨ ਦੀਆਂ ਇਹ ਜਿਹੜੇ ਇਮੋਸ਼ਨਸ, ਜਿਹੜੀਆਂ ਫੀਲਿੰਗਸ, ਜਿਹੜੇ ਸੋਚਾਂ ਨੇ ਨਾ, ਉਹਨਾਂ ਦੇ ਵਿੱਚ ਆਂਦੀ ਨਹੀਂ ਹੈ। ਇਸ ਲਈ ਗੁਰਬਾਣੀ ਵਿੱਚ ਪਾਤਸ਼ਾਹ ਸਾਨੂੰ ਕਹਿੰਦੇ ਨੇ, ਮੇਰੇ ਜੀਵਨ ਜਿਹੜਾ ਹੈ ਉਹਦੇ ਵਿੱਚ ਸਤ ਸੰਤੋਖ ਅਗਰ ਹੈ, ਔਰ ਅਗਰ
ਮੇਰੀ ਉਸ ਮਾਧੋ ਦੇ ਨਾਲ ਜਿਹੜੀ ਬਣੀ ਹੋਈ ਹੈ ਨਾ, ਉਹ ਇਸ ਕਰਕੇ क्योंकि हर नाम हमारा भोजन 36 प्रकार जित खाइए हमको तृप्त पाई। मैं ਇਹ ਵਾਲਾ ਭੋਜਨ, ਮੈਂ ਇਸ ਤਰ੍ਹਾਂ ਦੀ ਵਿਚਾਰ, ਮੈਂ ਇਸ ਢੰਗ ਦੇ ਨਾਲ ਰੋਜ਼ ਜੀਂਦਾ ਹਾਂ, ਮੈਂ ਤ੍ਰਿਪਤ ਰਹਿੰਦਾ ਹਾਂ, ਮੈਂ ਮਿਹਨਤ ਕਰਦਾ, ਮੈਂ ਉੱਤਮ ਕਰਦਾ ਹਾਂ, ਮੈਂ ਪਰਿਵਾਰ ਦੇ ਵਾਸਤੇ ਘਰ ਦੇ ਕੰਮ, ਰਸੋਈ ਦੇ ਕੰਮ, ਕਮਾਉਣ ਦੇ ਕੰਮ ਸਭ ਕਰਦਾ, ਪਰ ਮੇਰੇ ਜੀਵਨ ਦੇ ਵਿੱਚ ਸੰਤੋਖ ਹੈ। ਕਿਉਂਕਿ ਬਿਨ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹ ਨਾਮ ਸੰਤੋਖੀਆ, ਉਤਰੇ ਮਨ ਕੀ ਭੁੱਖ। ਇਹ ਮਨ ਜਿਹੜਾ ਹੈ ਨਾ, ਇਹ ਜਿਹੜਾ ਖੁਦਿਆਵੰਤ ਹੈ, ਜਿਸਨੂੰ ਲਾਜ ਕੁਲਾਜ ਕੁਬੋਲ ਹਰ ਵਕਤ ਜਾਣਦਾ ਹੈ, ਇਸ ਦੀ ਭੁੱਖ ਉਤਰ ਹੀ ਤਾਂ ਸਕਦੀ ਹੈ ਦੇਹ ਨਾਮ ਸੰਤੋਖੀ ਹੈ। ਜਦੋਂ ਅਸੀਂ ਸੰਤੋਖ ਵਾਲੀ ਵਿਚਾਰ ਆਪਣੇ ਜੀਵਨ ਦੇ ਵਿੱਚ, ਆਪਣੇ ਕਿਰਦਾਰ ਦੇ ਵਿੱਚ ਹਰ ਪਲ ਲੈ ਕੇ ਆਉਂਦੇ ਹਾਂ। ਸੋ ਪਾਤਸ਼ਾਹ ਸਾਨੂੰ ਕਹਿੰਦੇ ਨੇ, ਮਨ ਤਨ ਸ਼ੀਤਲ ਹੋਇਆ ਭਾਈ, ਭੋਜਨ ਨਾਮ ਆਧਾਰ। ਕਿਉਂਕਿ ਸਾਡਾ ਮਨ ਜਿਹੜਾ ਨਾ, ਜਿਉ ਤਪਤ ਹੈ ਬਾਰ-ਬਾਰ, ਤਪ ਤਪ ਖੱਪੈ ਬਹੁਤ ਵਿਕਾਰ, ਕਿਉਂਕਿ ਜੈ ਤਨ ਬਾਣੀ ਵਿਸਰ ਜਾਏ। ਅਸੀਂ ਉਸ ਵਕਤ ਬਾਣੀ ਦਾ ਭੋਜਨ, ਸੰਤੋਖ ਦਾ ਭੋਜਨ ਜਿਹੜਾ ਹੈ, ਇਹ ਭੁੱਲ ਜਾਂਦੇ ਹਾਂ। ਐਂਡ ਰਿਜ਼ਲਟ ਇਹ ਹੁੰਦਾ ਹੈ ਕਿ ਅਸੀਂ ਹਰ ਵਕਤ ਖਾ ਕੇ ਵੀ, ਪਾ ਕੇ ਵੀ, ਅਲਮਾਰੀਆਂ ਵਿੱਚੋਂ ਕੱਪੜੇ ਡਿੱਗ ਰਹੇ ਨੇ, ਸਮਾਨ ਅਲਮਾਰੀਆਂ ਦੇ ਵਿੱਚ ਰੱਖਣ ਦੀ ਸਾਡੇ ਕੋਲ ਥਾਂ ਨਹੀਂ ਹੈ, ਪਰ ਅਸੀਂ ਮਾਰਕੀਟ ਵਿੱਚ ਜਦੋਂ ਜਾਂਦੇ ਹਾਂ, ਸਾਨੂੰ ਲੱਗਦਾ ਮੈਨੂੰ ਕੁਝ ਖਰੀਦ ਕੇ ਲੈ ਕੇ ਆਣਾ ਹੀ ਹੈ। ਮੇਰੇ ਘਰ ਕੋਈ ਆਇਆ ਹੈ ਤੇ ਮੈਨੂੰ ਇਹ ਲੱਗਦਾ ਘਰ ਮੇਰਾ ਭਰਿਆ ਹੋਇਆ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਮਾਪੋ ਮੇਰੇ ਆਏ ਨੇ ਤੇ ਮੇਰੇ ਵਾਸਤੇ ਕੁਝ ਲੈ ਕੇ ਹੀ ਆਣ। ਮੇਰਾ ਕੋਈ ਰਿਸ਼ਤੇਦਾਰ ਆਇਆ ਹੈ तो मेरे वास्ते कुछ लेके ही आए। सो ये वाली जेड़ी भुख है ना, ये इजाद तिकन असी हर नाम हमारा भोजन 36 प्रकार तो भाव है ओ 36 प्रकार दे गुण, सत, संतोख, दया, प्यार, सहजता, लोकां दे नाल हमदर्दी, पर उपकार, ओ जद तिकन मैं भोजन नहीं खांदा हां, ये मेरा अन्न जेड़ा मेरा मन है ये हमेशा ही भुखा रहंदा है। सो असी जदों पातशाह कहंदे ने अन्न ना खाए ते ही दुख दीजे, जदों असी अपने गुणां वाला ये भोजन इस मन नूं नहीं दिंदे ना, तां असी देही दुख दीजे अपनी इस देह नूं, किहड़ी मन दियां उन्हां विचारां नूं, क्योंकि दुख सुख दा विशा जिहड़ा है ना वो मन दा है। ये मन ही 24 घंटे जिहड़ा दुख सुख इस मन की बिरता, ये मन दियां ही बनाईयां हुईयां कहानियां ने कि वो कदों किसे वक्त किसे दी केड़ी चीज देख के, किसे दी केड़ी गल सुन के अपनी होमे हंकार विच कदों ये दुखी हो जाता है। सो कहंदे अन्न ना खाए, अन्न देही दुख दीजे, जदों असी ये सत संतोख दा ये वाला अन्न नहीं खांदे ना, तां असी की करदे हां, देही दुख दीजे, क्योंकि बिन गुर ज्ञान तृप्त नहीं थीजे। तुसी कदी भी नोट करके देख लेना, जिथे भी अनाज दी खाण दी गल आई है, पातशाह ने उन्हां तुकां दे नाल गुर या ज्ञान या अमृत भोजन दी ही गल जड़ी कीती है। सो कहते अन्न ना खाया साध गवाया, जेड़ा असी सत संतोख दा जेड़ा ए ज्ञान जेड़ा है ना गुरबाणी वाला, जदों असी ए नहीं खाया, रिजल्ट पता की होया, असी अपने जीवन दा स्वाद गवा लिता। असी साडे घर एसी है, साडे कोल 16-16 इंच दे गद्दे ने, वधिया बेडशीट है, नौकर है, चाकर है, पर असी हर वक्त कूड़े कूड़े, असी हर वक्त जेड़े है ना बुझे बुझे, असी हर वक्त तत्ते रहंदे हां, लोकां दे नाल असहजता दे विच गल करदे हां, लोकां दीयां चीज़ां देख देख के दुखी हुंदे रहंदे हां, क्योंकि असी अन्न नहीं खाया। बहुत दुख पाया दूजे पाया, असी
ਆਪਣੀ ਇਸ ਦੂਜੇ ਅਸੀਂ ਇਸ ਮਨਮਤ ਦੇ ਪਿੱਛੇ, ਆਪਣੀ ਇਸ ਮਾਇਆ ਵਾਲੀ ਸੋਚ ਦੇ ਕਾਰਨ ਸਾਰੀ ਹੀ ਜ਼ਿੰਦਗੀ ਦੁਖੀ ਹੁੰਦੇ ਰਹਿੰਦੇ ਹਾਂ। ਸੋ ਨਾ ਮੈਂ ਇਹ ਚਾਹੁੰਦੀ ਹਾਂ ਕਿ ਅਸੀਂ ਬੜੇ ਸੀਰੀਅਸ ਹੋ ਕੇ ਸਾਰੇ ਸੁਣ ਰਹੇ ਹਾਂ। ਮੈਂ ਅੱਗੇ ਵਧਣ ਤੋਂ ਪਹਿਲੇ ਨਾ ਇੱਕ ਜੋਕ ਜਿਹੜਾ ਹੈ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ। ਇੱਕ ਹਸਬੈਂਡ ਜਿਹੜੇ ਹੈ ਉਹ ਇੱਕ ਸ਼ੂਜ਼ ਵਾਲੀ ਦੁਕਾਨ ਤੇ ਜਾਂਦੇ ਨੇ ਐਂਡ ਉੱਥੇ ਜਾ ਕੇ ਉਹ ਇੱਕ ਸੇਲਸਮੈਨ ਨੂੰ ਕਹਿੰਦੇ ਹੈ ਕਿ ਭਾਈ ਮੈਨੂੰ ਨਾ ਇੱਕ ਨਾ ਲਾਈਟ ਵੇਟ ਦੀ ਕੰਫਰਟੇਬਲ 6 ਨੰਬਰ ਦੀ ਲੇਡੀਜ਼ ਜੁੱਤੀ ਚਾਹੀਦੀ। ਤੇ ਉਹਨਾਂ ਨੇ ਫਿਰ ਬੋਲਿਆ ਵੀ ਦਿਖਾਣ ਲਈ ਮੈਨੂੰ ਪਹਿਲੇ ਤੈਨੂੰ ਬੋਲ ਰਿਹਾ ਕਿ ਲਾਈਟ ਵੇਟ ਦੀ ਔਰ ਕੰਫਰਟੇਬਲ ਜੁੱਤੀ ਦਿਖਾਈ। ਅੱਗੋਂ ਸੇਲਸਮੈਨ ਨਾ ਪਹਿਲੇ ਥੋੜਾ ਹੱਸਦਾ ਫਿਰ ਬੜੀ ਜ਼ੋਰ ਤੇ ਹੱਸਦਾ, ਕਹਿੰਦਾ ਹਾਂ ਮੈਂ ਸਮਝ ਗਿਆ। ਉਹਨਾਂ ਨੇ ਬੋਲਿਆ ਵੀ ਕੀ ਸਮਝਿਆ? ਕਹਿੰਦਾ ਨਹੀਂ ਜੀ ਸਰਦਾਰ ਜੀ, ਮੈਂ ਇੱਕਦਮ ਸਮਝ ਗਿਆ ਜੀ, ਸਮਝ ਗਿਆ। ਸੋ ਐਗਜ਼ੈਕਟਲੀ ਇਸੇ ਤਰ੍ਹਾਂ ਹੁੰਦਾ ਇਹ ਹੈ ਕਿ ਅਸੀਂ ਵੀ ਉਸ ਸੇਲਸਮੈਨ ਦੀ ਤਰ੍ਹਾਂ ਨਾ ਗੱਲ ਨੂੰ ਆਪਣੇ ਹੀ ਪਰਸਪੈਕਟਿਵ ਤੋਂ ਦੇਖ ਕੇ ਆਪਣੀ ਓਪੀਨੀਅਨ ਬਣਾ ਕੇ ਹਾਂ ਵੀ ਅਸੀਂ ਸਮਝ ਗਏ ਹਾਂ। ਕਿਸੇ ਹੀ ਢੰਗ ਦੇ ਨਾਲ ਅਸੀਂ ਵੀ ਗੁਰਬਾਣੀ ਸੁਣਦੇ ਹਾਂ ਤੇ ਅਸੀਂ ਕੀ ਕਰਦੇ ਹਾਂ? ਅਸੀਂ ਕਹਿੰਦੇ ਹਾਂ ਅਸੀਂ ਸਮਝ ਜਾਂਦੇ ਹਾਂ। ਇਸੇ ਹੀ ਢੰਗ ਨਾਲ ਅਸੀਂ ਆਪਣੇ ਹੀ ਮੀਨਿੰਗਸ ਬਣਾ ਕੇ, ਆਪਣੇ ਹੀ ਅਕੋਰਡਿੰਗ ਹੀ ਅਸੀਂ ਇਤਿਹਾਸ ਨੂੰ ਬਣਾ ਕੇ ਅਸੀਂ ਸਮਝ ਲੈਂਦੇ ਹਾਂ। ਹੁਣ ਦੇਖੋ ਇਤਿਹਾਸ ਦੇ ਵਿੱਚ ਅੱਜ ਸਾਡੀਆਂ ਇਤਨੀਆਂ ਮਨ ਘੜੰਤ ਸਾਖੀਆਂ ਨੇ ਨਾ, ਪਰ ਅਸੀਂ ਉਸ ਸੇਲਸਮੈਨ ਦੀ ਤਰ੍ਹਾਂ ਹਾਂਜੀ ਮੈਂ ਸਮਝ ਗਿਆ। ਹੁਣ ਅਸੀਂ ਗੁਰਬਾਣੀ ਵਿੱਚ ਜੈਂਡਰ ਡਿਸਕ੍ਰਿਮੀਨੇਸ਼ਨ ਨਾਂ ਦੀ ਕੋਈ ਗੱਲ ਹੀ ਨਹੀਂ, ਪਰ ਅਸੀਂ ਤੇ ਇਤਿਹਾਸ ਬਣਾ ਲਿੱਤਾ ਕਿ ਬਾਬਾ ਬੁੱਢਾ ਜੀ ਨੇ ਬੋਲਿਆ, ਮਾਤਾ ਜੀ ਨੇ ਮਿੱਸੇ ਪਰਾਂਠੇ ਬਣਾਏ, ਅਸੀਂ ਅੱਜ ਮਿੱਸੇ ਪਰਾਂਠੇ, ਮੱਖਣ, ਲੱਸੀ ਅਸੀਂ ਲੰਗਰ ਬਣਾਏ ਕਿਉਂਕਿ ਪਾਤਸ਼ਾਹ ਨੇ ਤਾਂ ਕਿਹਾ ਸੀ ਪੁੱਤਰ ਦੀ ਦਾਤ ਤੈਨੂੰ ਉੱਥੋਂ ਮਿਲੇਗੀ। ਹੁਣ ਗੁਰਬਾਣੀ ਇੱਕ ਅਹੰਕਾਰ ਦੀ ਗੱਲ ਕਰਦੀ ਹੈ। ਗੁਰਬਾਣੀ ਕਹਿੰਦੀ ਹੈ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੁਰਬਾਣੀ ਕਹਿੰਦੀ ਸਭ ਮੈਂ ਜੋਤ ਹੈ ਸੋਏ। ਉੱਥੇ ਗੱਲ ਜੋਤ ਦੀ ਗੱਲ ਚੱਲ ਰਹੀ ਹੈ, ਉੱਥੇ ਇੱਕ ਓਂਕਾਰ ਦੀ ਗੱਲ ਚੱਲ ਰਹੀ ਹੈ। ਪਰ ਅਸੀਂ ਐਸੀਆਂ ਸਾਖੀਆਂ ਬਣਾ ਲਿੱਤੀਆਂ ਕਿ ਹਾਂ ਬਈ ਅਸੀਂ ਇਹ ਜਿਹੇ ਗੁਰਪੁਰਬ ਮਨਾ ਲਏ ਔਰ ਅੱਜ ਤੀਕਨ ਮਨਾਈ ਜਾ ਰਹੇ ਹਾਂ ਕਿ ਨਹੀਂ ਬਈ ਉਹ ਗਏ ਸੀ, ਉਹ ਮਿੱਸੇ ਪ੍ਰਸ਼ਾਦੇ ਹੀ ਦੇਣੇ ਨੇ, ਉਹ ਲੱਸੀ ਔਰ ਮੱਖਣ ਦਾ ਹੀ ਅਸੀਂ ਲੰਗਰ ਵਰਤਾਣਾ ਹੈ। ਅੱਜ ਤੀਕਨ ਅਸੀਂ ਹਰ ਇੱਕ ਢੰਗ ਜਿਹੜਾ ਹੈ ਨਾ ਉਹ ਉਸ ਸੇਲਸਮੈਨ ਦੇ ਵਾਂਗੂ ਆਪਣੇ ਆਪ ਹੀ ਸੋਚ ਕੇ, ਆਪਣੇ ਆਪ ਹੀ ਇਤਿਹਾਸਿਕ ਜੋ ਵੀ ਕਿਸੇ ਨੇ ਸਾਡੇ ਵਾਸਤੇ ਇਤਿਹਾਸ ਵਿੱਚ ਜਿਹੜੀਆਂ ਸਾਖੀਆਂ ਲਿਖੀਆਂ, ਅਸੀਂ ਉਹਨਾਂ ਨੂੰ ਗੁਰਬਾਣੀ ਦੀ ਕਸੌਟੀ ਤੇ ਨਹੀਂ ਪਰਖਦੇ। ਅਸੀਂ ਉਸ ਸੇਲਸਮੈਨ ਵਾਂਗੂ ਅਸੀਂ ਸਮਝ ਲੈਂਦੇ ਹਾਂ ਜੀ ਹਾਂ ਮੈਨੂੰ ਪਤਾ ਹੈ। ਸੋ ਇਸੇ ਹੀ ਢੰਗ ਨਾਲ ਅਸੀਂ ਬਹੁਤਾ ਕਰਕੇ ਜਿਹੜਾ ਹੈ ਨਾ ਇਹ ਸ਼ਬਦ ਜਦੋਂ ਅੰਨ ਆਂਦਾ ਹੈ ਨਾ ਤੇ ਉਸਨੂੰ ਸਿਰਫ ਇਸ ਸਰੀਰ ਦੇ ਹੀ ਤਲ ਤੱਕ ਅਸੀਂ ਸਮਝਿਆ। ਹੁਣ ਇਹ ਜਿਹੜਾ ਸ਼ਬਦ ਹੈ ਛੋਡੇ ਅੰਨ ਕਰੇ ਪਖੰਡ, ਇਹ ਸ਼ਬਦ ਜਿਹੜਾ ਹੈ ਇਹ ਭਗਤ ਕਬੀਰ ਜੀ ਦਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 873 ਅੰਕ ਤੇ ਰਾਗ ਗੋਂਡ ਵਿੱਚ ਦਰਜ ਹੈ। ਹੁਣ ਜਦੋਂ ਇਸ ਸ਼ਬਦ ਦੀ ਰਹਾਉ ਦੀਆਂ ਤੁਕਾਂ, ਕਿਉਂਕਿ ਸ਼ਬਦ ਦੇ ਵਿੱਚ ਇੱਕ ਜਿਹੜਾ ਸਬਜੈਕਟ ਚੱਲ ਰਿਹਾ ਹੁੰਦਾ ਹੈ ਉਹ ਰਹਾਉ ਵਿੱਚ ਹੁੰਦਾ ਹੈ ਐਂਡ ਪੂਰਾ ਸ਼ਬਦ ਉਸ ਸਬਜੈਕਟ ਦੀ ਇੱਕ ਜਿਹੜੀ ਗੰਢ ਹੈ ਜਾਂ ਇੱਕ ਫਲਸਫਾ ਹੈ, ਇੱਕ ਲੌਜਿਕ, ਇੱਕ ਗਿਆਨ ਦੀਆਂ ਪਰਤਾਂ ਨੂੰ ਉਹ ਸ਼ਬਦ ਦੀਆਂ ਬਾਕੀ ਤੁਕਾਂ ਖੋਲਦੀਆਂ ਨੇ। ਹੁਣ ਇਸ ਵਿੱਚ ਕਹਿੰਦੇ ਆਦਿ ਪੁਰਖ ਤੇ ਹੋਏ ਅਨਾਥ। ਹੁਣ ਗੱਲ ਇਹ ਹੈ ਕਿ ਇਸ ਮਨ ਨੂੰ ਜਿਹਦੀ ਭੁੱਖ, ਜਿਹੜਾ 24 ਘੰਟੇ ਮਨ ਭੁੱਖਾ ਮਤ ਤੂੰ ਕਰੇ ਪੁਕਾਰ, ਇਹ ਮਨ ਜਿਹੜਾ 24 ਘੰਟੇ ਪੁਕਾਰਦਾ ਰਹਿੰਦਾ ਹੈ ਮੈਨੂੰ ਇਹ ਚਾਹੀਦਾ ਹੈ, ਮੇਰੇ ਵਾਸਤੇ ਇਹ ਕਰੋ, ਆਪਣੀ ਹੋਮੇ ਆਪਣੇ ਐਟੀਟਿਊਡ ਨੂੰ ਲੈ ਕੇ ਆਪਣੇ ਸਾਰੇ ਕੰਮ ਕਾਜ ਪਾਣਾ ਲਾਣਾ ਸੋਚਣਾ ਆਪਣੇ ਫਰੈਂਡ ਸਰਕਲ ਉਸੇ ਹੀ ਅਕੋਰਡਿੰਗ ਬਣਾਉਂਦਾ ਹੈ। ਹੁਣ ਇਸ ਮਨ ਦਾ ਜਿਹੜਾ ਹੈ ਨਾ ਇਹ ਅਨਾਜ, ਇਸ ਦਾ ਗਿਆਨ ਰੂਪੀ ਭੋਜਨ, ਇਹ ਗੁਣਾ ਵਾਲਾ ਜਿਹੜੀ ਇਹਦੀ ਸੋਚ ਇਹ ਕਿਵੇਂ ਬਣੇ, ਤਾਂ ਉਹਦੇ ਚ ਕਹਿੰਦੇ ਨੇ ਰਹਾਉ ਦੀਆਂ ਤੁਕਾਂ ਵਿੱਚ ਆਦਿ ਪੁਰਖ ਤੇ ਹੋਏ ਅਨਾਦ। ਇਹ ਅਨਾਜ ਜਿਹੜਾ ਹੈ ਨਾ ਇਹ ਤੈਨੂੰ ਆਦਿ ਪੁਰਖ ਤੋਂ ਮਿਲੇਗਾ, ਜੋ ਜਿਸਨੂੰ ਗੌੜੀ ਸੁਖਮਨੀ ਮਹਿਲਾ ਪੰਜਵਾਂ ਦੇ ਪਹਿਲੇ ਸ਼ਲੋਕ
ਇੱਕ ਹੀ ਬੋਲਦੇ ਨੇ, ਆਦ ਗੁਰੈ ਨਮੇ, ਜੁਗਾਦ ਗੁਰੈ ਨਮੇ, ਸਤ ਗੁਰੈ ਨਮੇ, ਸ਼੍ਰੀ ਗੁਰੂਦੇਵੇ ਨਮੇ। ਇਹ ਸਾਨੂੰ ਭੋਜਨ ਜਿਹੜਾ ਹੈ ਨਾ, ਇਹ ਭੋਜਨ ਅਲੱਭ ਹੈ ਸੰਤੋਂ, ਲੱਭੈ ਗੁਰ ਵਿਚਾਰ। ਇਹ ਗਿਆਨ ਵਾਲੀ ਵਿਚਾਰ ਦੇ ਵਿੱਚੋਂ ਇਹ ਅੰਦਰ ਹੀ ਪਿਆ, ਤੁਹਾਨੂੰ ਕਿਸੇ ਵੀ ਮਾਰਕੀਟ ਤੋਂ, ਕਿਸੇ ਮੋਲ ਤੋਂ, ਕਿਸੇ ਕੌਸਕੋ ਤੋਂ, ਕਿੱਥੋਂ ਵੀ ਤੁਹਾਨੂੰ ਖਰੀਦਣ ਦੀ ਜ਼ਰੂਰਤ ਨਹੀਂ ਹੈ। ਇਹ ਆਦਿ ਪੁਰਖ ਅੰਦਰ ਸਤਿਗੁਰ ਜੀ ਨੇ ਤੁਹਾਡੇ ਵਾਸਤੇ ਇਹ ਥਾਲ ਹਰ ਵਕਤ ਤਿਆਰ ਕਰਕੇ ਰੱਖਿਆ ਹੈ। ਆਦਿ ਪੁਰਖ ਤੇ ਹੋਏ ਅਨਾਥ, ਜਪੀਏ ਨਾਮ ਅੰਨ ਕੇ ਸਾਥ। ਹੁਣ ਇਹ ਜਿਹੜਾ ਅਸੀਂ ਨਾਮ ਜਪਣਾ ਹੈ ਨਾ, ਅਸੀਂ ਫਿਰ ਉਹੀ ਮਕੈਨੀਕਲ ਨਾਮ ਅਸੀਂ ਜਿਹੜਾ ਹੈ ਉਸਨੂੰ ਕਰ ਲਿੱਤਾ, ਵਾਹਿਗੁਰੂ 4 ਅੱਖਰਾਂ ਵਾਲੇ ਨੂੰ ਅਸੀਂ ਉਸ ਰੈਪੀਟੀਸ਼ਨ ਨੂੰ ਹੀ ਨਾਮ ਅਸੀਂ ਮੰਨ ਲਿੱਤਾ। ਜਦ ਕਿ ਜਦੋਂ ਜਪ ਬਾਣੀ ਵਿੱਚ ਅਸੀਂ ਕਹਿੰਦੇ, ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ। ਨਾਮ ਨੂੰ ਜਪਣਾ ਜਿਹੜਾ ਹੈ ਨਾ, ਉਹ ਇੱਕ ਕੜੀ ਮਸ਼ੱਕਤ ਹੈ। ਪਰ ਸਾਨੂੰ ਲੱਗਦਾ ਅਸੀਂ ਲਾਈਟਾਂ ਬੰਦ ਕੀਤੀਆਂ, ਅਸੀਂ ਛਾਣੇ ਢੋਲਕੀਆਂ ਦੇ ਨਾਲ ਅਗਰ ਅਸੀਂ ਇੱਕ ਸ਼ਬਦ ਨੂੰ ਬਾਰ-ਬਾਰ ਰਿਪੀਟ ਕੀਤਾ, ਅਸੀਂ ਉਸਨੂੰ ਨਾਮ ਸਮਝਿਆ। ਨਾਮ ਜਿਹੜਾ ਹੈ ਗੁਰਬਾਣੀ ਦੇ ਵਿੱਚ ਉਹ ਹੁਕਮ ਦੇ ਲਈ ਆਇਆ, ਉਹ ਗੁਣਾ ਦੇ ਲਈ ਆਇਆ, ਉਹ ਅੰਮ੍ਰਿਤ ਵਿਚਾਰ ਦੇ ਵਾਸਤੇ ਆਇਆ ਹੈ। ਸੋ ਕਹਿੰਦੇ ਜਪੀਏ ਨਾਮ, ਤੂੰ ਉਸ ਰੱਬ ਜੀ ਦੇ ਹੁਕਮ ਰਜ਼ਾ ਭਾਣੇ ਦੇ ਵਿੱਚ ਰਹਿਣਾ ਚਾਹੁੰਦਾ ਹੈ। ਅੰਨ ਕੇ ਸਾਧ, ਇਹ ਜਿਹੜੇ ਸਤਿਗੁਰੂ ਜੀ ਦੇ ਦਿੱਤੇ ਹੋਏ ਹਰਨਾਮ ਹਮਾਰਾ ਭੋਜਨ 36 ਪ੍ਰਕਾਰ ਹੈ ਨਾ, ਇਸ ਅੰਨ ਦਾ ਸਵਾਦ ਲੈ ਲੈ ਕੇ ਤੂੰ ਜੀ ਇਹ ਅੰਦਰ ਹੀ ਪਿਆ ਹੋਇਆ ਹੈ, ਤੈਨੂੰ ਕਿੱਥੇ ਵੀ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। ਸੋ ਇਸ ਸ਼ਬਦ ਦੇ ਪਹਿਲੇ ਸ਼ਲੋਕ ਵਿੱਚ ਪਾਤਸ਼ਾਹ ਕਹਿੰਦੇ, ਧੰਨ ਗੋਪਾਲ ਧੰਨ ਗੁਰਦੇਵ। ਕਹਿੰਦੇ ਇਹ ਮੈਨੂੰ ਉਹ ਅੰਨ ਦੇ ਰਹੇ ਨੇ, ਇਸ ਲਈ ਉਹ ਸ਼ੁਕਰਾਨੇ ਦੇ ਵਿੱਚ ਉਹਨਾਂ ਦੀ ਉਸਤਤ ਵਿੱਚ ਆਖੀਏ ਜਾਂ ਉਹਨਾਂ ਦੀ ਮਹਾਨਤਾ ਨੂੰ ਮੰਨਦੇ ਹੋਏ, ਆਪਣੀ ਹੋਮੇ ਵਾਰਦੇ ਹੋਏ, ਆਪਣੇ ਬਲਿਹਾਰੇ ਜਾਂਦੇ ਹੋਏ, ਕਬੀਰ ਜੀ ਕਹਿੰਦੇ ਧੰਨ ਧੰਨ ਗੋਪਾਲ ਧੰਨ ਗੁਰਦੇਵ, ਤੁਸੀਂ ਧੰਨ ਹੋ ਜੋ ਤੁਸੀਂ ਮੈਨੂੰ ਇਸ ਤਰ੍ਹਾਂ ਦਾ ਅਨਾਜ, ਇਸ ਤਰ੍ਹਾਂ ਦਾ ਥਾਲ ਮੈਨੂੰ ਪਰੋਸ ਕੇ ਦਿੱਤਾ। ਔਰ ਉਹ ਵੀ ਮੁੰਦਾਵਣੀ ਕਰਕੇ, ਉਸਨੂੰ ਮੁੰਦ ਕੇ ਕਿ ਉਹਦੇ ਵਿੱਚ ਕੋਈ ਵੀ ਵਾਇਰਸ, ਕੋਈ ਬੈਕਟੀਰੀਆ, ਕੋਈ ਵੀ ਉਹਦੇ ਵਿੱਚ ਕੋਈ ਚੀਜ਼ ਨਹੀਂ ਹੈ। ਇਸ ਤਰ੍ਹਾਂ ਮੈਨੂੰ ਸਟੈਰਿਲਾਈਜ਼ ਕਰਕੇ ਮੁੰਦ ਕੇ ਇਹ ਥਾਲ ਮੈਨੂੰ ਤੁਸੀਂ ਦਿੱਤਾ। ਗੋਪਾਲ, ਗੋ ਮਤਲਬ ਹੁੰਦਾ ਹੈ ਧਰਤੀ, ਮੇਰੇ ਮਨ ਦੀ ਧਰਤੀ। ਜਿਵੇਂ ਅਸੀਂ ਜਿਉ ਮੰਦਰ ਕੋ ਥਾਮੇ ਥੰਮਨ, ਤਿਉ ਗੁਰ ਕਾ ਸ਼ਬਦ ਮਨੇ ਅਸਥੰਮਨ। ਇਸ ਤਰ੍ਹਾਂ ਮੇਰੀ ਇਸ ਮਨ ਦੀ ਧਰਤੀ ਨੂੰ ਪਾਲਣ ਵਾਸਤੇ ਧੰਨ ਗੁਰਦੇਵ, ਧੰਨ ਅਨਾਦ ਭੂਖੈ ਕਵਲ ਟਹਿਕੇ। ਉਹ ਅਨਾਜ ਧੰਨਤਾ ਦੇ ਲਾਇਕ ਹੈ, ਜਿਹੜਾ ਅਨਾਜ ਜਿਹੜਾ ਹੈ ਉਹ ਮੈਨੂੰ, ਜਿਸ ਨੂੰ ਖਾਣ ਦੇ ਨਾਲ ਕਵਲ ਟਹਿਕੇ, ਮੇਰਾ ਹਿਰਦਾ ਜਿਹੜਾ ਹੈ ਨਾ ਉਹ ਖਿੜ ਉੱਠਦਾ ਹੈ। ਭਾਵ ਮੇਰੀ ਹਰ ਇੱਕ ਸੋਚ ਦੇ ਵਿੱਚੋਂ ਸਾਰੀ ਸਟ੍ਰੈਸ, ਸਾਰੀ ਐਂਜ਼ਾਈਟੀ, ਡਿਪਰੈਸ਼ਨ, ਐਂਗਰ, ਲਾਲਚ, ਹਰ ਇੱਕ ਚੀਜ਼ ਚਲੀ ਜਾਂਦੀ ਹੈ। ਮੇਰੀ ਹਰ ਇੱਕ ਸੋਚ, ਮੇਰਾ ਹਿਰਦਾ ਟਹਿਕੇਵ, ਟਹਿਕੇਵ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਕਿਸੇ ਹੀ ਇੱਕ ਸ਼ਬਦ ਵਿੱਚ ਆਇਆ, ਟਹਿਕੇਵ, ਖਿਲ ਉੱਠਦਾ ਹੈ। ਗੁਰਬਾਣੀ ਵਿੱਚ ਨਾ ਜਦੋਂ ਵੀ ਵਿਕਾਸ ਦੀ ਜਾਂ ਉੱਚੀ ਅਵਸਥਾ ਦੀ ਗੱਲ ਆਂਦੀ ਨਾ, ਖੇੜੇ ਦੀ, ਤਾਂ ਉੱਥੇ ਨਾ ਕਮਲ ਦੇ ਫੁੱਲ ਵਾਂਗੂ, ਕਮਲ ਦੇ ਫੁੱਲ ਦੀ ਕੰਪੈਰੀਜ਼ਨ ਕੀਤਾ ਗਿਆ ਹੈ। ਕਿਉਂਕਿ ਕਮਲ ਦਾ ਫੁੱਲ ਜਿਹੜਾ ਹੈ ਨਾ ਉਹ ਕਿਚੜ ਦੇ ਵਿੱਚ ਹੁੰਦਾ ਹੈ, ਪਰ ਉਹ ਹਮੇਸ਼ਾ ਹੀ ਆਪਣੇ ਆਪ ਨੂੰ ਉੱਤੇ ਕਰਦਾ ਹੈ। ਜਿਵੇਂ ਜਿਵੇਂ ਕਿਚੜ ਦਾ ਲੈਵਲ ਵੱਧਦਾ ਜਾਂਦਾ ਹੈ, ਉਹ ਕਮਲ ਦਾ ਫੁੱਲ ਆਪਣੇ ਆਪ ਨੂੰ ਉਸ ਤੋਂ ਹਮੇਸ਼ਾ ਉੱਤੇ ਰੱਖਦਾ ਹੈ। ਸੋ ਚਾਹੇ ਜੀਵਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਵੀ ਪਰਿਸਥਿਤੀਆਂ ਆਣ, ਮੈਨੂੰ ਉਸਨੂੰ ਰਿਐਕਟ ਕਰਕੇ ਉਸਨੂੰ ਉਸਦੇ ਨਾਲ ਟਿਊਨ ਨਹੀਂ ਹੋਣਾ, ਉਸਨੂੰ ਆਪਣੇ ਆਪ ਤੋਂ, ਆਪਣੇ ਆਪ ਨੂੰ ਉਸ ਕਮਲ ਦੇ ਫੁੱਲ ਵਾਂਗੂ ਉੱਤੇ ਰੱਖਣਾ ਹੈ। ਸੋ ਕਹਿੰਦੇ ਧੰਨ ਅਨਾਦ, ਉਹ ਅਨਾਜ ਧੰਨ ਹੈ ਜਿਹੜਾ ਮੈਨੂੰ ਗੁਣਾ ਵਾਲਾ ਅਨਾਜ ਤੁਸੀਂ ਦਿੱਤਾ। ਭੁੱਖੇ ਕਵਲ ਟੇਕੇ, ਮੇਰਾ ਇਹ ਭੁੱਖਾ ਮਨ ਜਿਹੜਾ ਹੈ ਨਾ ਉਹ ਕਮਲ ਦੇ ਫੁੱਲ ਵਾਂਗੂ ਟਹਿਕ ਉੱਠਿਆ, ਖੁੱਲ ਉੱਠਿਆ। ਮੇਰੇ ਜੀਵਨ ਦੇ ਵਿੱਚੋਂ ਸਾਰੀ ਪ੍ਰੋਬਲਮਸ ਅੱਜ ਜਾ ਚੁੱਕੀਆਂ ਨੇ,
ਸੋ ਗੁਰਬਾਣੀ ਸਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ, ਹਮੇਸ਼ਾ ਖੇੜੇ ਵਿਗਾਸ ਵਿੱਚ ਰੱਖਦੀ ਹੈ। ਨਾਨਕ ਭਗਤਾਂ ਸਦਾ ਵਿਗਾਸ। ਜਦੋਂ ਪਾਸ਼ਾ ਕਹਿੰਦੇ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਮੈਂ ਸਤਿਗੁਰ ਜੀ ਦੀ ਦਿੱਤੀ ਹੋਈ ਭੋਜਨ ਨੂੰ ਖਾ ਕੇ, ਉਹ ਵਿਚਾਰ ਨੂੰ ਖਾ ਕੇ ਮੇਰੀ ਜਿਹੜੀ ਸੁਰਤ ਜਿਹੜੀ ਹੈ ਨਾ, ਉਹ ਹੁਣ ਆਨੰਦ ਵਿੱਚ ਹੈ। ਆਨੰਦ ਮੀਨਸ ਜਿੱਥੇ ਕੋਈ ਵੀ ਕਦੀ ਵੀ ਮੂਡ ਖਰਾਬ ਹੋਣ ਵਾਲੀ ਸਿਚੁਏਸ਼ਨ ਆਂਦੀ ਹੀ ਨਹੀਂ। ਆਦੀ ਹਮੇਸ਼ਾ ਸਹਿਜਤਾ ਦੇ ਵਿੱਚ ਰਹਿੰਦਾ ਹੈ। ਹਾਂ, ਉੱਥੇ ਉਹ ਭੁੜਕਦਾ ਵੀ ਨਹੀਂ ਹੈ, ਉਹ ਜਸ਼ਨ ਵੀ ਨਹੀਂ ਮਨਾਉਂਦਾ, ਉਹ ਬਹੁਤ ਵੱਡੇ ਛੋਟੀ ਚੀਜ਼ਾਂ ਨੂੰ ਬਹੁਤ ਵੱਡੇ ਢੰਗ ਦੇ ਨਾਲ ਸੈਲੀਬ੍ਰੇਟ ਵੀ ਨਹੀਂ ਕਰਦਾ। ਸੋ ਉੱਥੇ ਪਾਤਸ਼ਾਹ ਕਹਿ ਰਹੇ ਨੇ, ਧੰਨ ਓਏ ਸੰਤ ਜਿਨ ਐਸੀ ਜਾਣੀ। ਹੁਣ ਗੁਰਬਾਣੀ ਜਿਹੜੀ ਹੈ ਨਾ, ਜਦੋਂ ਸੰਤ ਦੀ ਗੱਲ ਕਰਦੀ ਹੈ, ਸੰਤ ਗੁਰੂ ਪਾਤਸ਼ਾਹ ਨੇ ਹਮੇਸ਼ਾ ਸੰਤ ਔਰ ਸਾਧੂ ਸ਼ਬਦ ਗੁਰੂ ਔਰ ਰੱਬ ਜੀ ਵਾਸਤੇ, ਪਰਮੇਸ਼ਰ ਵਾਸਤੇ ਯੂਜ਼ ਕੀਤੇ ਨੇ। ਸੋ ਉੱਥੇ ਪਾਤਸ਼ਾਹ ਕਹਿੰਦੇ ਨੇ ਕਿ ਜਦੋਂ ਪਾਤਸ਼ਾਹ ਸਾਨੂੰ ਉਹਦੇ ਵਿੱਚ ਸਾਨੂੰ ਕਹਿੰਦੇ ਨੇ, ਪ੍ਰਭ ਅਬਿਨਾਸ਼ੀ ਘਰ ਮੇ ਪਾਇਆ, ਭਾਗ ਹੋਵਾ ਗੁਰ ਸੰਤ ਮਿਲਾਇਆ। ਕਿ ਮੈਨੂੰ ਰੱਬ ਜੀ ਨੇ ਇੱਕ ਐਸੇ ਗੁਰ ਦੇ ਨਾਲ ਮਿਲਾਇਆ ਜਿਸ ਦੇ ਨਾਲ ਪ੍ਰਭ ਅਬਿਨਾਸ਼ੀ ਘਰ ਮੇ ਪਾਇਆ। ਪਾਤਸ਼ਾਹ ਕਹਿੰਦੇ, ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨਮੰਤ, ਧਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਸੋ ਉਹ ਸੰਤ, ਪੂਰਨ ਸੰਤ ਜਿਹੜੇ ਨੇ, ਉਹ ਸਿਰਫ ਉਹ ਰੱਬ ਜੀ ਨੇ। ਸੋ ਇਸ ਲਈ ਇੱਥੇ ਕਹਿ ਰਹੇ ਨੇ ਕਿ ਧੰਨ ਓਏ ਸੰਤ ਜਿਨ ਐਸੀ ਜਾਨੀ, ਕਿ ਕਿਉਂਕਿ ਸੰਤ ਸ਼ਰਨ ਜੋ ਜਨ ਪਰੇ, ਸੋ ਜਨ ਉਦਰਨ ਹਾਰ। ਮੈਂ ਉਸ ਰੱਬ ਜੀ, ਉਸ ਗੁਰੂ ਜੀ ਦੇ ਹੁਣ ਵਿਚਾਰਾਂ ਦੇ ਨਾਲ ਟਿਊਨ ਹੋ ਗਿਆ। ਹੁਣ ਮੇਰੀ ਹਰ ਇੱਕ ਵਿਚਾਰ ਜਿਹੜੀ ਹੈ ਨਾ, ਉਹ ਰਾਮ ਕਬੀਰਾ ਏਕ ਪਏ ਹੈ, ਤੂੰ ਕਰਤਾ ਤੂੰ ਆ। ਗੁਰਬਾਣੀ ਇਸ ਮਨ ਨੂੰ ਹਰ ਜਨ ਐਸਾ ਚਾਹੀਏ ਜੈਸਾ ਹਰ ਕੀ ਹੋਏ। ਸਤਿਗੁਰ ਕੀ ਜਿਸਨੂੰ ਮਤ ਆਵੇ, ਸੋ ਸਤਿਗੁਰ ਮਾਹੇ ਸਮਾਨਾ। ਨਾਨਕ ਪ੍ਰਭ ਜਨ ਏਕੋ ਜਾਨ। ਸਾਨੂੰ ਉਸ ਅਵਸਥਾ ਤੇ ਪਹੁੰਚਾਉਂਦੀ ਹੈ ਜਿੱਥੇ ਰਾਮ ਕਬੀਰਾ ਏਕ ਪਏ ਹੈ। ਸੋ ਉਹ ਵਾਲੀ ਜਦੋਂ ਵਿਚਾਰ ਜਦੋਂ ਆਉਂਦੀ ਹੈ, ਕਹਿੰਦੇ ਧੰਨ ਓਏ ਸੰਤ ਜਿਨ ਐਸੀ ਜਾਣੇ। ਮੈਂ ਉਹ ਵਿਚਾਰ ਜਿਹੜੇ ਨੇ ਨਾ, ਜਾਂ ਉਹ ਗੁਣਾ ਵਾਲੇ ਵਿਚਾਰ ਜਿਨ੍ਹਾਂ ਨੇ ਇਸ ਅਨਾਜ ਨੂੰ ਖਾਣਾ ਮੰਨ ਲਿੱਤਾ, ਜਿਨ੍ਹਾਂ ਨੇ ਇਸ ਭੋਜਨ ਨੂੰ ਅਸੈਪਟ ਕਰ ਲਿੱਤਾ। ਰਿਜ਼ਲਟ ਪਤਾ ਕੀ ਨਿਕਲਿਆ? ਤਿਨਕੋ ਮਿਲਬੋ ਸਾਰੰਗ ਪਾਣੀ। ਸੋ ਉਹ ਹੁਣ ਅਬ ਮੋਹੇ ਮਰਨੋ ਨਾ ਆਏਗੋ, ਕਿਉਂਕਿ ਮੈਂ ਅਬ ਮੋਹੇ ਮਿਲਿਓ ਜੀਆਵਨ ਹਾਰਾ। ਕਿਉਂਕਿ ਸਾਨੂੰ ਉਹ ਜੀਣ ਵਾਲੀ, ਉਹ ਹਰ ਪਲ ਕਵਲ ਟਹਿਕੇਵ ਵਾਲੀ ਜਿਹੜੀ ਹੈ ਨਾ, ਉਹ ਵਿਚਾਰਧਾਰਾ ਜਿਹੜੀ ਹੈ ਉਹ ਮਿਲ ਗਈ ਹੈ। ਸੋ ਇਸ ਤੋਂ ਬਾਅਦ ਰਹਾਓ ਦੀ ਪੰਕਤੀਆਂ ਤੋਂ ਬਾਅਦ ਜਿਹੜਾ ਦੂਸਰਾ ਪੈਰਾ ਹੈ, ਉਹਦੇ ਵਿੱਚ ਭਗਤ ਕਬੀਰ ਜੀ ਕਹਿੰਦੇ, ਜਪੀਏ ਨਾਮ ਜਪੀਏ ਅੰਨ। ਹੁਣ ਤੁਸੀਂ ਇਹ ਦੱਸੋ ਕਿ ਜਪੀਏ ਨਾਮ ਜਪੀਏ ਅੰਨ, ਨਾਮ ਸਿਮਰਨ ਨੂੰ ਵੀ ਅਸੀਂ ਆਪਣੇ ਅਕੋਰਡਿੰਗ ਕਰ ਲਿੱਤਾ। ਹੁਣ ਇੱਥੇ ਕਹਿੰਦੇ ਜਪੀਏ ਅੰਨ। ਅੰਨ 24 ਘੰਟੇ ਕੌਣ ਜਪਦਾ ਹੈ? ਕੌਣ ਕਹਿੰਦਾ ਹੈ ਰੋਟੀ ਦਾਲ ਚਿਕਨ? ਕੌਣ ਸਾਰਾ ਦਿਨ ਬੋਲਦਾ? ਅਸੀਂ ਨਾਮ ਨੂੰ, ਅਸੀਂ ਬਾਹਰ ਦੇ ਖਾਣੇ ਨੂੰ, ਕਿ ਮੈਨੂੰ ਹੁਣ ਅੱਜ ਇਹ ਵਾਲੇ ਮਹਿੰਗੇ ਤੋਂ ਮਹਿੰਗੇ ਇਹ ਐਵੋਕਾਡੋਸ, ਇਹ ਸੈਲਡਸ, ਇਹ ਕੀਵੀ ਐਂਡ ਇਹ ਸਾਰੀਆਂ ਚੀਜ਼ਾਂ, ਨਟਸ ਐਂਡ ਇਹਨਾਂ ਨੂੰ ਅਸੀਂ ਨਹੀਂ ਜਪਦੇ। ਪਰ ਹਾਂ, ਹਰ ਵਕਤ ਸਤ ਸੰਤੋਖ, ਪਿਆਰ, ਸਹਿਜਤਾ ਵਾਲਾ, ਈਰਖਾ ਨਿੰਦਾ ਚੁਗਲੀ ਵਾਲੇ ਵਿਚਾਰਾਂ ਨੂੰ ਹਮੇਸ਼ਾ ਆਪਣੇ ਆਪ ਤੋਂ ਦੂਰ ਕਰਨਾ, ਹਨਾ। ਉਸ ਚੀਜ਼ ਨੂੰ ਗੁਰੂ ਪਾਤਸ਼ਾਹ ਕਹਿੰਦੇ, ਐਸਾ ਗਿਆਨ ਜਪੋ ਮਨ ਮੇਰੇ, ਹੋਵੋ ਚਾਕਰ ਸਤਿਗੁਰ ਕੇਰੇ। ਲੇਕਿਨ ਗੁਰਬਾਣੀ ਸਾਨੂੰ, ਜਦੋਂ ਅਸੀਂ ਜਪ ਦੀ ਗੱਲ ਕਰਦੇ ਹਾਂ, ਜਪ ਬਾਣੀ ਦੀ ਗੱਲ ਕਰਦੇ ਹਾਂ, ਧਿਆਨ ਦੀ ਗੱਲ ਕਰਦੇ ਹਾਂ, ਸਿਮਰਨ ਦੀ ਗੱਲ ਕਰਦੇ ਹਾਂ,
ਤੇ ਉਹਦੇ ਵਿੱਚ ਉਸ ਤੋਂ ਭਾਵ ਹਮੇਸ਼ਾ ਇਹੀ ਹੈ ਕਿ ਸਾਨੂੰ ਰੱਬ ਜੀ ਦੇ ਗੁਣਾਂ ਨੂੰ, ਉਸ ਉੱਚੀ ਵਿਚਾਰਧਾਰਾ ਨੂੰ, ਉਸ ਸਤ ਸੰਤੋਖ ਦੀ ਵਿਚਾਰਧਾਰਾ ਨੂੰ ਹਮੇਸ਼ਾ ਜਿਹੜਾ ਹੈ ਆਪਣੀ ਹਰ ਇੱਕ ਸੋਚ ਦੇ ਅੰਦਰ, ਜਿਹੜੀਆਂ ਮੇਰੇ ਅੰਦਰ 24 ਘੰਟੇ 50 60 ਹਜ਼ਾਰ ਜਿਹੜੀਆਂ ਵਿਚਾਰਾਂ ਜਿਹੜੀਆਂ ਚਲਦੀਆਂ ਰਹਿੰਦੀਆਂ ਨੇ, ਉਸ ਹਰ ਇੱਕ ਵਿਚਾਰ ਦੇ ਅੰਦਰ ਮੈਨੂੰ ਲੈਣਾ ਹੈ। ਸੋ ਉੱਥੇ ਕਹਿੰਦੇ ਜਪੀਏ ਨਾਮ, ਜਪੀਏ ਅੰਨ, ਤੂੰ ਹਰ ਵਕਤ ਗੁਣਾ ਵਾਲੀ ਸਹਿਜ ਸੰਤੋਖ ਵਾਲੀ ਵਿਚਾਰ ਦੇ ਅੰਦਰ ਰਹਿ। ਅੰਭੈ ਕੇ ਸੰਗ ਨੀਕਾਵਨ। ਹੁਣ ਰਿਜ਼ਲਟ ਇਹ ਹੋਏਗਾ ਕਿ ਇਸ ਪਾਣੀ ਦੇ ਨਾਲ ਤੇਰਾ ਵਣ ਜਿਹੜਾ ਹੈ ਨਾ ਉਹ ਨੀਕਾ ਹੋ ਜਾਏਗਾ। ਹੁਣ ਅਸੀਂ ਸਾਰੇ ਜਾਣਦੇ ਹਾਂ ਜੰਗਲ ਬੜਾ ਡਰਾਵਣਾ ਹੁੰਦਾ ਹੈ ਨਾ, ਜੰਗਲ ਦੇ ਵਿੱਚ ਰਸਤਾ ਨਹੀਂ ਮਿਲਦਾ, ਪਰ ਜਦੋਂ ਅਸੀਂ ਸੰਤੋਖ ਰੂਪੀ ਆਪਣੇ ਅੰਦਰ ਜਿਹੜੀਆਂ ਤ੍ਰਿਸ਼ਨਾਵਾਂ ਦਾ ਜਿਹੜਾ ਜਲ ਹੈ ਨਾ, ਜਿਹੜਾ ਤਪਦਾ ਰਹਿੰਦਾ ਹੈ, ਜਿਹਦੇ ਵਿੱਚ ਅਗਨ ਹੈ, ਜਿਹਦੇ ਵਿੱਚ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਜਿਹੜੀਆਂ ਅੱਗ ਨੇ ਨਾ, ਉਹਨਾਂ ਉਸ ਵਾਲੇ ਨਦੀ ਦੇ ਪਾਣੀ ਤੋਂ ਜਦੋਂ ਸਾਨੂੰ ਬਚਾ ਕੇ ਅਸੀਂ ਸੰਤੋਖ ਵਾਲਾ ਜਿਹੜਾ ਪਾਣੀ ਅਸੀਂ ਜਦੋਂ ਲੈਂਦੇ ਹਾਂ, ਤੇ ਉਹ ਜਿਹੜਾ ਸੰਤੋਖ ਵਾਲਾ ਜਿਹੜਾ ਪਾਣੀ ਹੈ ਨਾ, ਉਸ ਦੇ ਨਾਲ ਮੇਰੀਆਂ ਜਿਹੜੀਆਂ ਵਿਚਾਰਾਂ ਨੇ ਨਾ ਉਹ ਨੀਕਾਵਨ। ਹੁਣ ਨਾਰਮਲੀ ਅਸੀਂ ਸਾਨੂੰ 50-60 ਹਜ਼ਾਰ ਵਿਚਾਰਾਂ ਤੇ ਆਂਦੀਆਂ ਨੇ, ਪਰ ਇਹ ਵਿਚਾਰਾਂ ਜਿਹੜੀਆਂ ਨੇ ਨਾ, ਇਹਨਾਂ ਦੇ ਵਿੱਚ ਕੋਈ ਨੋਵਲਟੀ ਨਹੀਂ ਹੁੰਦੀ, ਇਹਦੇ ਵਿੱਚ ਇੱਕੋ ਹੀ ਟਾਈਪ ਰਹਿੰਦਾ ਹੈ। ਹਾਂ ਭਾਈ, ਮੇਰੇ ਨਾਲ ਇਸ ਤਰ੍ਹਾਂ ਕਿਉਂ ਹੋਇਆ, ਉਹਨਾਂ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ। ਜਦੋਂ ਅਸੀਂ ਇੱਕ ਪੁਆਇੰਟ ਤੇ ਅੜ ਕੇ ਉਸੇ ਦੇ ਅਕੋਰਡਿੰਗ ਹੀ ਬਾਰ ਸੋਚਦੇ ਹਾਂ ਨਾ, ਇਸੇ ਨੂੰ ਹੀ ਸਾਇੰਸ ਡਿਪਰੈਸ਼ਨ ਐਂਡ ਐਂਜ਼ਾਈਟੀ ਬੋਲਦੀ ਹੈ। ਇਹੀ ਅੱਗੋਂ ਜਾ ਕੇ ਸੀਜ਼ੋਫਰੈਨਿਕ, ਅਲਜ਼ਾਈਮਰ ਐਂਡ ਉਹ ਸਭ ਦੇ ਪੇਸ਼ੈਂਟ ਬਣ ਜਾਂਦੇ ਨੇ, ਕਿਉਂਕਿ ਅਸੀਂ ਹਮੇਸ਼ਾ ਇਹ ਕਹਿੰਦੇ ਅਰੇ ਉਹਨੇ ਇਸ ਤਰ੍ਹਾਂ ਕਿਉਂ ਕੀਤਾ, ਉਹਦੀ ਇਹ ਕਰਨ ਦੀ ਹਿੰਮਤ ਕਿਉਂ ਹੋਈ, ਮੈਂ ਉਸ ਵਕਤ ਉਸਨੂੰ ਇਹ ਜਵਾਬ ਕਿਉਂ ਨਹੀਂ ਦਿੱਤਾ, ਮੈਂ ਇਸ ਤਰ੍ਹਾਂ ਉਸ ਵਕਤ ਕਿਉਂ ਨਹੀਂ ਰਿਐਕਟ ਕੀਤਾ। ਸੋ ਅਸੀਂ ਜਦੋਂ ਇਹ ਸਭ ਟਾਈਪ ਦੀਆਂ ਵਿਚਾਰਾਂ ਸੋਚਦੇ ਹਾਂ ਨਾ, ਤੇ ਸਾਡੇ ਅੰਦਰ ਨਾ ਇੱਕ ਜੀਵਨ ਦੇ ਵਿੱਚ ਇਹ ਵਿਚਾਰਾਂ ਦੀ ਜਿਹੜੀ ਕਸ਼ਮਕਸ਼ ਨੇ ਅੰਦਰ ਗੰਢਾਂ ਬਣ ਜਾਂਦੀਆਂ ਨੇ, ਉਹ ਵਿਚਾਰ ਸਾਡੇ ਉਲਝ ਜਾਂਦੇ ਨੇ, ਉਹ ਉਸ ਵਣ ਦੇ ਵਾਂਗੂ ਸਾਨੂੰ ਕਿੱਥੇ ਰਸਤਾ ਨਹੀਂ ਮਿਲਦਾ। ਜਿਸ ਮਤਲਬ ਸੁਣਨਾ ਪ੍ਰਭੂ ਜੀਓ ਇੱਕ ਲੜੀ ਬਨਮਾਏ। ਮੈਂ ਆਪਣੀਆਂ ਇਹਨਾਂ ਵਿਚਾਰਾਂ ਦੇ ਵਿੱਚ ਨਾ ਇਕੱਲੀ ਹੋ ਗਈ ਹਾਂ, ਮੈਨੂੰ ਨਹੀਂ ਸਮਝ ਆ ਰਿਹਾ, ਮੈਂ ਆਪਣੀ ਓਪੀਨੀਅਨ, ਆਪਣੇ ਪਰਸਪੈਕਟਿਵ, ਆਪਣੇ ਐਟੀਟਿਊਡ, ਆਪਣੇ ਵਰਡਸ, ਆਪਣੀ ਅਗਿਆਨਤਾ, ਇਹਨਾਂ ਸਭ ਦੇ ਵਿੱਚ ਉਲਝ ਕੇ ਆਪਣੇ ਜੀਵਨ ਦੇ ਵਿੱਚ ਮਿਠਾਸ ਦਾ, ਸੰਤੋਖ ਦਾ, ਆਨੰਦ ਦਾ ਰਸਤਾ ਜਿਹੜਾ ਨਾ, ਮੈਨੂੰ ਮੇਰੀ ਇਹਨਾਂ ਵਿਚਾਰਾਂ ਦੇ ਵਿੱਚ ਨਜ਼ਰ ਨਹੀਂ ਆਉਂਦਾ। 24 ਘੰਟੇ ਮੈਨੂੰ ਲੱਗਦਾ ਹੈ ਕਿ ਲੋਕ ਮੇਰੇ ਨਾਲ ਮਿਸਬਿਹੇਵ ਕਰਦੇ ਨੇ, ਮੇਰੀ ਇਨਸਲਟ ਕਰਦੇ ਨੇ, ਮੈਨੂੰ ਧੋਖਾ ਦਿੰਦੇ ਨੇ, ਮੈਨੂੰ ਨੀਵਾਂ ਪਾਉਂਦੇ ਨੇ, ਮੈਨੂੰ ਯੂਜ਼ ਕਰਦੇ ਨੇ। ਸੋ ਇਹ ਹੈ, ਇਹਨਾਂ ਜਦੋਂ ਵਿਚਾਰਾਂ ਦੇ ਵਿੱਚ ਜਦੋਂ ਅਸੀਂ ਰਹਿੰਦੇ ਹਾਂ ਨਾ, ਤਾਂ ਉਹ ਅਸੀਂ ਆਪਣੇ ਉਹਨਾਂ ਵਿਚਾਰਾਂ ਦੇ ਜੰਗਲ ਦੇ ਵਿੱਚ ਉਹਦੇ ਵਿੱਚ ਉਲਝ ਜਾਂਦੇ ਹਾਂ। ਹੁਣ ਇੱਥੇ ਇੱਕ ਮੈਂ, ਤੁਸੀਂ ਸਾਰੇ ਇੱਥੇ ਬੜੇ ਵਿਦਵਾਨ ਸੱਜਣ ਬੈਠੇ ਹੋ, ਮੈਂ ਜੇ ਛੋਟੀਆਂ ਗੱਲਾਂ ਆਬਜ਼ਰਵ ਕਰਦੀ ਹਾਂ ਨਾ, ਹੁਣ ਅਸੀਂ ਕਦੀ ICU ਵਿੱਚ ਜਾਈਏ, ਤੁਸੀਂ ICU ਦੇ ਵਿੱਚ ਜਾ ਕੇ ਦੇਖੋ ਨਾ, ਉੱਥੇ ਕਿਸੇ ਨੂੰ ਕੋਈ ਬਿਮਾਰੀ ਹੈ, ਕੋਈ ਹਾਰਟ ਦਾ ਪੇਸ਼ੈਂਟ ਹੈ, ਕੋਈ ਕਿਡਨੀ ਦਾ ਪੇਸ਼ੈਂਟ ਹੈ, ਕੋਈ ਕੋਵਿਡ ਦਾ ਪੇਸ਼ੈਂਟ ਹੈ, ਚਾਹੇ ਉਹ ਕਿਸੇ ਵੀ ਬਿਮਾਰੀ ਦਾ ਪੇਸ਼ੈਂਟ ਹੈ, ਪਰ ਉਹ ਹਰ ਉੱਥੇ ਜਿੰਨੇ ਵੀ ਬੈਡਸ ਲੱਗੇ ਹੁੰਦੇ ਨੇ, ਉਹਨਾਂ ਬੈਡਸ ਦੇ ਵਿੱਚ ਦੋ ਚੀਜ਼ਾਂ ਬੜੀਆਂ ਕਾਮਨ ਹੁੰਦੀਆਂ ਨੇ। ਨੰਬਰ 1, ਹਰ ਇੱਕ ਪੇਸ਼ੈਂਟ ਨੂੰ ਆਕਸੀਜਨ ਲੱਗੀ ਹੁੰਦੀ ਹੈ, ਤੇ ਹਰ ਇੱਕ ਪੇਸ਼ੈਂਟ ਨੂੰ ਸਲਾਈਨ ਲੱਗਾ ਹੁੰਦਾ ਹੈ। ਹੁਣ ਜਦੋਂ ਅਸੀਂ ਜਪ ਬਾਣੀ ਦਾ ਦੂਸਰਾ ਸ਼ਲੋਕ ਜਦੋਂ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ, ਜਦੋਂ ਮੇਰੇ ਅੰਦਰ ਇਹ ਗੁਰੂ ਗਿਆਨ ਦੇ ਵਿਚਾਰ ਵਾਲੀ ਜਿਹੜੀ ਅਸੀਂ ਉਹ ਆਕਸੀਜਨ ਨਹੀਂ ਲੈਂਦੇ ਨਾ, ਤਾਂ ਕੀ ਹੁੰਦਾ, ਜੇ ਤਾਂ ਮੈਂ ਇਹਨਾਂ ਆਕਸੀਜਨ ਆਖਾਂ ਜੀਵਾਂ, ਮੇਰੇ ਨਾਲ ਕਿ ਮੈਂ, ਕਿਉਂਕਿ ਮੈਂ ਲਿੱਤੀ ਨਹੀਂ, ਵਿਸਰੇ ਮਰ ਜਾਊਂ। ਅਸੀਂ ਹਰ ਵਕਤ ਮਰਦੇ ਰਹਿੰਦੇ ਹਾਂ। ਸੋ ਪਵਨ ਗੁਰੂ ਪਾਣੀ ਪਿਤਾ, ਇਹ ਸੰਤੋਖ ਰੂਪੀ ਪਾਣੀ ਜਿਹੜਾ ਹੈ ਨਾ, ਇਹ ਜ਼ਰੂਰੀ ਨਹੀਂ ਹੈ ਕਿ ਮੈਂ ਇੱਥੇ ਬੈਠੀ ਹਾਂ, ਪਰ ਅੱਜ ਐਟ ਪ੍ਰੈਜ਼ੈਂਟ ਜੇ ਮੇਰੇ ਕੋਲ ਉਹ ਗੁਰੂ ਰੂਪੀ, ਉਹ ਗਿਆਨ ਰੂਪੀ, ਉਹ ਚੰਗੀ ਵਿਚਾਰ ਵਾਲੀ
अगर मेरे को ऑक्सीजन और संतोख रूपी अगर मेरे को वो सलाइन नहीं है, मेरा ये ICU ਇੱਥੇ ਹੁਣੇ इस वक्त मैं ICU ਦੀ ਪੇਸ਼ੈਂਟ ਹਾਂ। ਪਰ ਜਦੋਂ ਅਸੀਂ ਸਤ ਸੰਤੋਖ ਵਾਲਾ, ਜਦੋਂ ਸਤ ਸੰਤੋਖ ਹੋਏ ਅਰਦਾਸ ਤਾਂ ਸੁਣ ਸਦ ਬਹਾਲੇ ਪਾਸ, ਜਦੋਂ ਅਸੀਂ ਉਸ ਸਹਿਜ ਵਾਲੀ ਅਵਸਥਾ ਦੇ ਵਿੱਚ ਹੁੰਦੇ ਹਾਂ ਨਾ, ਤਾਂ ਉੱਥੇ ਉਹ ਕਹਿੰਦੇ ਨੇ ਕਿ ਅੰਭੈ ਕੇ ਸੰਗ ਨੀਕਾ ਬਨ। ਹੁਣ ਮੇਰੀਆਂ ਉਹ ਵਿਚਾਰਾਂ ਦੀ ਉਲਝਣ ਜਿਹੜੀ ਹੈ, ਉਹ ਜਿਹੜਾ ਡਿਪਰੈਸ਼ਨ ਜਿਹੜਾ ਉਹ ਖਤਮ ਹੋ ਗਿਆ ਹੈ। क्योंकि अन्य बाहर जो नर होवे तीन भवन में अपनी खोवे। क्योंकि जदों असी इस अन्न तो बाहर हुंदे हां ते डेफिनेटली असी उस वक्त ICU विच हुंदे हां। मे बी मैं उत्थे ICU दे पैसे दे रही हां या नहीं दे रही, पर मन दी उस विचारां दी उस अवस्था दे विच असी ICU विच ही हैगे हां। कहंदे अन्य बाहर जो नर होवे तीन भवन में अपनी खोवे। हुण ये जिहड़ा तीन भवन जिहड़े ने ना, ये भी साडे अपने ही शरीर दे अंदर जदों असी गल करदे हां, उत्थे ये शरीर दे ही भवन दी गल पाचा कहंदे, कहंदे काया अंदर सब किछ वसे खंड मंडल पाताला। हुण पाचा कहंदे ने जो गुरदेव भवन त्रै सूझे। जदों मेरे कोल इस अनाज वाली ਜਦੋਂ ਮੇਰੇ ਕੋਲ ਇਹ ਸੋਚ ਹੁੰਦੀ ਹੈ ਤਾਂ ਹੀ ਮੇਰੇ ਜੀਵਨ ਦੇ ਵਿੱਚ ਇਹ ਜਿਹੜੇ ਨੇ ਅੰਦਰ ਦੀ ਤ੍ਰੈ ਭਵਨਾਂ ਦੀ, ਬਾਹਰ ਦੇ ਭਵਨ ਦੀ ਗੱਲ ਪਾਚਾ ਨਹੀਂ ਕਰ ਰਹੇ। ਮੈਨੂੰ ਅੰਦਰ ਦੇ ਆਪਣੇ ਭਵਨ ਦੀ, ਮੇਰਾ ਮਾਤ ਲੋਕ ਮੇਰੇ ਅੰਦਰ ਕਿਸ ਤਰ੍ਹਾਂ ਦੇ ਵਿਚਾਰ ਪੈਦਾ ਹੋ ਰਹੇ, ਮੈਂ ਉਹਨਾਂ ਨੂੰ ਕਿਸ ਤਰ੍ਹਾਂ ਕਿਹੜਾ ਭੋਜਨ ਦੇ ਕੇ ਪਾਲਦਾ ਤੇ ਕਿਹੜੀ ਸ਼ਕਤੀ ਦੇ ਨਾਲ ਆਪਣੀ ਨੈਗੇਟਿਵਿਟੀ ਨੂੰ ਮਾਰਦਾ ਹਾਂ। तीन भवन में अपनी खोवे, अंदर दे सारे भवनां दी मैनू नहीं पता चलता। कोई आके मेरे गुस्से नू भड़का जाता है, मैं उस वक्त भड़क जाती हाँ। किस वक्त मेरे संतोख नू मेरे अंदरों खत्म कर जाता है और मैं तृष्णालु हो जाती हाँ। हुण अगली जिहड़ी तुक है वो कहंदे छोटे अन्न करे पखंड। जदों असी ए वाला अन्न छड्डदे हाँ तां ही असी पखंड करते हाँ। हुण जे असी अपने पखंडां दी लिस्ट देखिए ना, घर विच, गुरुद्वारियां विच, समाज विच, तां साडे पखंडां दी अनलिमिटेड गिनती है। असी देख लो गुरुद्वारियां दे विच असी एक पासे साहिब श्री गुरु ग्रंथ साहिब जी नूं मनदे हां, उत्थे पातशाह कहंदे थित वार सेवे मूरख गावार। असी उत्थे पूरनमाशी मस्या असी हर एक चीज जिहड़ी है उन असी जोतां चला रहे हां। साडे नगर कीर्तन, साडे लगाए हुए लंगर, साडियां छबीलां, साडे सरोपे, असी पॉलिटिशियंस नूं बुला बुला के जो अपने गुरुद्वारियां विच जो सन्मानित करदे हां, ये सब की है? ये है क्योंकि असी अन्न छड्डिया, असी साहिब श्री गुरु ग्रंथ साहिब जी की विचारधारा नहीं लिती। छोड़े अन्न करे पखंड, साडे जीवन दे विच ये पखंड आ गए। हुण असी अपने घर परिवार विच भी असी इतने मुखौटे लगाए हुए ने। असी अपने अमीर रिश्तेदारां वास्ते एक होर मुखौटा है, अपने स्टाफ वास्ते कुछ होर मुखौटा है, घर वास्ते एक होर मुखौटा है, पड़ोसियां वास्ते एक होर मुखौटा है। साडे ब्याह शादियां, साडे जातां पातां, कारां, गड्डियां, डिगरियां, क्योंकि ये सब चीजां असी, क्योंकि एक जोत दोहे मूर्ति, असी उत्थे ओ वाली सोच नहीं ना सोची। तां की होया कि साडे हर एक काम, साडे बच्चों के जन्म दिन होण, वरीणे होण, कोई भी काम क्यों ना होए, साडे जीवन दे विच पखंड ने। साडे पखंडां दी असी हुण ना जदों असी इन्हां पखंडां दी गल करिए तां असी एक ऐसियां अपनियां ना जथेबंदियां बना रखियां ने। सानू पता है कि मेरे जथेबंदी दा ये बंदा जिहड़ा है इदी साहिब श्री गुरु ग्रंथ साहिब जी तो सिद्धांतां तो उल्ट इहदी ओपीनियन है, एक गलत गल कर रहा है। पर असी उत्थे बोलदे नहीं, ये तां मेरे जथेबंदी दा है, तां असी की करदे हां, असी उसनूं हाँ बोल दिंदे हां, उसदी हाँ दे विच हाँ मिला दिंदे हां। क्योंकि
ਅਸੀਂ ਅੰਨ ਨਹੀਂ ਖਾ ਰਹੇ, ਇਹ ਸਾਡੇ ਪਖੰਡ ਨੇ। ਅੱਜ ਤੁਸੀਂ ਇਹ ਸੋਚੋ ਕਿ ਅਸੀਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਯੂਨੀਕ, ਸਭ ਤੋਂ ਬੇਸਿਕ ਜਿਹੜਾ ਸਾਡਾ ਸਿਧਾਂਤ ਹੈ ਸ਼ਬਦ ਗੁਰੂ, ਅਸੀਂ ਉਸ ਸ਼ਬਦ ਗੁਰੂ ਦੇ ਸਿਧਾਂਤ ਨੂੰ ਛੁੱਟ ਕੇ ਅਸੀਂ ਨਹੀਂ ਮੂਰਤੀਆਂ ਬਣਾਈਆਂ ਤਾਂ ਕੋਈ ਗੱਲ ਨਹੀਂ, ਪਰ ਅਸੀਂ ਹਰ ਤੁਸੀਂ ਦੇਖੋ WhatsApp ਤੇ ਦੇਖ ਲਓ, ਅਸੀਂ ਪਾਤਸ਼ਾਹੀਆਂ ਦੀਆਂ ਫੋਟੋਆਂ ਬਣਾ ਕੇ ਰੱਖਦੇ, ਕਿਉਂਕਿ ਅਸੀਂ ਸ਼ਬਦ ਗੁਰੂ ਦੇ ਕਨਸੈਪਟ ਨੂੰ ਨਹੀਂ ਸਮਝਿਆ। ਸਾਡੀ ਹਰ ਇੱਕ ਫੋਟੋ ਪਾਤਸ਼ਾਹ ਦੀ ਬਣਾਈ ਹੋਈ ਉਹ ਕੀ ਹੈ? ਉਹ ਪਖੰਡ ਹੈ, ਪਖੰਡ। ਅਸੀਂ ਆਪਣੇ ਜਦੋਂ ਸੱਚ ਦੇ ਵਾਸਤੇ ਖੜੇ ਨਹੀਂ ਹੁੰਦੇ ਤਾਂ ਜੀਵਨ ਦੇ ਵਿੱਚ ਅਸੀਂ ਉਸ ਤੋਂ ਵੱਡਾ ਪਖੰਡ ਸਾਡੇ ਜੀਵਨ, ਸਾਡੇ ਕਿਰਦਾਰ ਦੇ ਵਿੱਚੋਂ ਝਲਕ ਹੀ ਨਹੀਂ ਰਿਹਾ ਹੁੰਦਾ। ਕਹਿੰਦੇ ਛੋਡੇ ਅੰਨ ਕਰੇ ਪਖੰਡ, ਨਾ ਸੁਹਾਗਣ ਨਾ ਔਰੰਡ। ਉਹ ਹੁਣ ਸੁਹਾਗਣ, ਅਸੀਂ ਸੁਹਾਗਣ ਕਿਵੇਂ ਬਣਨਾ ਹੈ? ਗੁਰੂ ਪਾਤਸ਼ਾਹ ਜਦੋਂ ਸਾਨੂੰ ਕਹਿੰਦੇ ਨਾ, ਗੁਰੂ ਪਾਤਸ਼ਾਹ ਨੇ ਕੁਛ ਸੋਚ ਨੂੰ ਹੀ, ਮਨ ਨੂੰ ਸਾਧਣ ਦੀ ਹੀ ਜਦੋਂ ਗੱਲ ਕੀਤੀ ਨਾ, ਇਸੇ ਮਨ ਨੂੰ ਹੀ ਬ੍ਰਹਮ ਗਿਆਨੀ ਕਿਹਾ, ਇਸੇ ਮਨ ਨੂੰ ਹੀ ਸਾਧੂ ਕਿਹਾ, ਇਸੇ ਮਨ ਨੂੰ ਹੀ ਸੰਤ ਵਾਲੀ ਅਵਸਥਾ ਵਿੱਚ ਕਿਹਾ, ਤੇ ਇਸੇ ਮਨ ਨੂੰ ਜਦੋਂ ਹਾਰਜਨ ਕਿਹਾ ਨਾ, ਤੇ ਉੱਥੇ ਹੀ ਇਸ ਸਾਦੇ ਹੋਏ ਮਨ ਨੂੰ ਜਿਹੜਾ ਹੈ ਉਹ ਸੁਹਾਗਣ ਵੀ ਕਿਹਾ। ਪਾਤਸ਼ਾਹ ਕਹਿੰਦੇ ਸਦਾ ਸੁਹਾਗਣ ਜੇ ਹੁਕਮੇ ਬੁੱਝੇ। ਇਹ ਸੁਹਾਗਣ ਸਿਰਫ ਬਾਇਓਲੋਜੀਕਲ ਇਸਤਰੀ ਦੇ ਵਾਸਤੇ ਨਹੀਂ ਗੱਲ ਕੀਤੀ ਹੈ, ਇਹ ਹਰ ਇੱਕ ਜੋਤ ਵਾਸਤੇ, ਹਰ ਇੱਕ ਸਰੀਰ ਦੀ ਗੱਲ ਕੀਤੀ ਹੈ। ਕਹਿੰਦੇ ਸਦਾ ਸੁਹਾਗਣ ਜੇ ਹੁਕਮੇ ਬੁਝੈ, ਸਤਿਗੁਰ ਸੇਵੇ ਲਿਵ ਲਾਏ। ਸਤਿਗੁਰ ਨੂੰ ਸੇਵਨਾ ਹੀ ਕੀ ਹੈ? ਉਹਨਾਂ ਦੇ ਦਿੱਤੇ ਹੋਏ ਵਿਚਾਰਧਾਰਾ, ਉਹਨਾਂ ਦੀ ਦਿੱਤੀ ਹੋਈ ਅਨਾਜ ਨੂੰ ਅਸੀਂ ਖਾਣਾ। ਹੁਣ ਪਾਤਸ਼ਾਹ ਕਹਿੰਦੇ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਬਣਾਵੋ। ਹੁਣ ਇਹ ਕੀ ਸਤ ਸੰਤੋਖ ਦਇਆ ਧਰਮ ਸ਼ਿੰਗਾਰ, ਇਹ ਕੀ ਸਿਰਫ ਇਸਤਰੀ ਨੇ ਕਰਨਾ ਹੈ? ਇਹ ਵਾਲਾ ਸ਼ਿੰਗਾਰ ਹਰ ਇੱਕ ਜੈਂਡਰ ਦੇ ਵਾਸਤੇ ਹੈ। ਇਹ ਮੇਲ ਵਾਸਤੇ ਵੀ ਹੈ, ਇਹ ਫੀਮੇਲ ਵਾਸਤੇ ਵੀ ਹੈ, ਇਹ ਪੁਰਸ਼ਾਂ ਵਾਸਤੇ ਵੀ ਹੈ। ਤੇ ਕਹਿੰਦੇ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਭਾਵੋ। ਇਹ ਹੈ ਸੁਹਾਗਣ ਦੀਆਂ। ਸੁਹਾਗਣ ਦੀਆਂ ਬਹੁਤ ਸਾਰੀਆਂ ਪਰਿਭਾਸ਼ਾ ਨੇ, ਪਰ ਗੁਰੂ ਪਾਤਸ਼ਾਹ ਕਹਿੰਦੇ ਨੇ ਇਸ ਅਨਾਜ ਦੇ ਨਾਲ ਸਤ ਸੰਤੋਖ ਦਇਆ ਧਰਮ ਸ਼ਿੰਗਾਰ ਜਦੋਂ ਮੈਂ ਬਣਾਇਆ ਨਾ, ਉਹ ਸੁਹਾਗਣ ਹੈ। ਪਰ ਮੈਂ ਤੇ ਇਹ ਅੰਨ ਖਾਇਆ ਹੀ ਨਹੀਂ, ਮੈਂ ਤੇ ਅੰਨ ਹੀ ਛੋੜਦਾ, ਛੋੜੇ ਅੰਨ ਕਰੇ ਪਖੰਡ। ਰਿਜ਼ਲਟ ਇਹ ਹੋਇਆ ਕਿ ਮੈਂ ਉਹ ਸੁਹਾਗਣ ਵਾਲੀ ਅਵਸਥਾ ਵਿੱਚ ਨਹੀਂ ਰਹੀ, ਨਾ ਉਹ ਰੰਡ ਵੀ ਨਹੀਂ ਹੋ ਸਕੀ, ਕਿਉਂਕਿ ਸੱਚ ਸਭਨਾ ਕਾ ਖਸਮ ਹੈ। ਸਤਿਗੁਰ ਜੀ ਜਿਹੜੇ ਨੇ ਨਾ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਵੇ, ਉਹ ਅਬਿਨਾਸ਼ੀ ਪੁਰਖ ਹੈ, ਸਭ ਮੇਰੇ ਆਸ ਮਾਏ। ਉਹ ਤੇ ਅਬਿਨਾਸ਼ੀ ਨੇ, ਇਸ ਕਰਕੇ ਨਾ ਉਹ ਰੰਡ, ਤੇ ਜਿਹੜੀ ਉਹ ਅਵਸਥਾ ਹੈ ਉਹ ਨਾ ਸੁਹਾਗਣ ਵਾਲੀ ਹੈ, ਨਾ ਉਹ ਰੰਡ ਵਾਲੀ ਹੈ। ਕਹਿੰਦੇ ਜਗ ਮੇ ਬਖਤੇ ਦੂਧਾ ਧਾਰੀ। ਹੁਣ ਜਗ ਜਿਹੜਾ ਸ਼ਬਦ ਹੈ ਨਾ, ਅਸੀਂ ਇੱਥੇ ਵੀ ਅਸੀਂ ਇਸ ਜਗ ਨੂੰ ਵੀ ਅਸੀਂ ਬਾਹਰ ਦੇ ਉੱਤੇ ਲਿਆ ਕੇ ਖਲੋਤਾ, ਪਰ ਗੁਰਬਾਣੀ ਜਗ ਜਿਹੜੀ ਹੈ ਉਹ ਆਪਣੇ ਇਹਨਾਂ ਸੋਚ ਨੂੰ। ਹੁਣ ਮੈਂ ਅਗਰ ਆਪਣੀ ਗੱਲ ਕਰਾਂ, ਮੇਰਾ ਜਗ ਕੀ ਹੈ? ਹੁਣ ਇਹ ਦੁਨੀਆ ਤੇ ਮੈਪ ਦੇ ਵਿੱਚ ਬਹੁਤ ਵੱਡੀ ਹੈ, ਇਹਦੇ ਵਿੱਚ 195 ਕੰਟਰੀਜ਼ ਨੇ, ਕਿਤਨੇ ਅਰਬਾਂ ਇਹਦੇ ਵਿੱਚ ਲੋਕ ਰਹਿ ਰਹੇ ਨੇ, ਪਰ ਮੇਰਾ ਜਗ ਕੀ ਹੈ? ਮੈਂ, ਮੇਰੀ ਫੈਮਿਲੀ, ਮੇਰੇ 2 ਬੱਚੇ, ਮੇਰੇ ਫਰੈਂਡ ਸਰਕਲ ਜਾਂ ਮੇਰਾ ਪੜੋਸ। ਇਸ ਤੋਂ ਉੱਤੇ ਸਾਡੀ ਸੋਚ ਕਿੱਥੇ ਜਾਂਦੀ ਹੈ? ਪਰ ਇੱਥੇ ਕਹਿੰਦੇ ਜਗ ਮੈਂ ਬਖਤੇ ਦੁੱਧਾ ਧਾਰੀ। ਦੁੱਧਾ ਧਾਰੀ ਤੋਂ ਅਗਰ ਅਸੀਂ ਭਾਵ ਲਈਏ, ਦੁੱਧ ਕੌਣ ਪੀਂਦਾ? ਇਆਣੇ ਬੱਚੇ ਪੀਂਦੇ ਨੇ, ਹਨਾ। ਸੋ ਮੇਰੀ ਸੋਚ ਦੇ ਵਿੱਚ ਨਾ ਉਹ ਇਆਣਾਪਨ ਹੈ, ਉਹ ਦੁੱਧਾ ਧਾਰੀ। ਮੈਂ ਹਾਲੇ ਵੀ ਇਆਣੀ ਹਾਂ। ਗੁਰ ਕੀ ਮਤ ਤੂੰ ਲੈ ਇਆਣੇ, ਭਗਤ ਬਿਨਾ ਬੋ ਡੁੱਬੇ ਸਿਆਣੇ। ਮੈਂ ਆਪਣੇ ਆਪ ਨੂੰ ਸਮਝਦੀ ਜਿਹੜੀ ਹਾਂ ਉਹ ਬਹੁਤ ਸਿਆਣੀ ਹਾਂ, ਪਰ ਮੇਰੀ ਸੋਚ ਦੇ ਵਿੱਚ ਨਾ ਉਹ ਇਆਣਾਪਨ ਹੈ, ਉਹ ਦੁੱਧ। ਕਹਿੰਦੇ ਗੁਪਤੀ ਖਾਵੇਂ ਵਟਿਕਾ ਸਾਰੀ। ਅਸੀਂ ਕੀ ਕੀਤਾ? ਅਸੀਂ ਆਪਣੀ ਸਾਰੀ ਦੀ ਸਾਰੀ ਜਿਹੜੀ ਹੈ ਉਹ ਵਟਿਕਾ ਜਿਹੜੀ ਹੈ ਉਹ ਅਸੀਂ ਖਾ ਲਿੱਤੀ। ਸੋ ਪਾਤਸ਼ਾਹ ਕਹਿੰਦੇ ਨੇ ਜਿਸਨੂੰ ਆਪ ਖਵਾਏ ਕਰਤਾ ਫੁੱਸ ਲਏ ਚੰਗਿਆਈ। ਹਰ ਬਿਸਰਤ ਤੇਰੇ ਗੁਣ ਗਲਿਆ। ਅਸੀਂ ਉਸਨੂੰ ਵਿਸਰਦੇ ਹਾਂ। ਮੇਰਾ ਮਨ ਕਰਤਾ ਜਦੋਂ ਹੁੰਦਾ ਨਾ, ਇਹ ਆਪਣੀ ਚੰਗਿਆਈ, ਆਪਣੇ ਅੰਦਰ ਦਾ ਸਤ ਸੰਤੋਖ, ਇਮਾਨਦਾਰੀ, ਆਪਣੇ ਅੰਦਰ ਦੀ ਮਿਠਾਸ ਮੈਂ ਖੁਦ ਖਤਮ ਕਰਦੀ ਹਾਂ। ਸਤਿਗੁਰ ਮੇਰਾ ਸਦਾ ਦਿਆਲਾ। ਸਤਿਗੁਰ ਜੀ ਤਾਂ ਦਿਆਲ ਨੇ,
ਉਹ ਤਾਂ ਆਪਣੇ ਗਿਆਨ ਦੀ, ਆਪਣੇ ਗੁਣਾਂ ਦਾ ਥਾਲ ਹਮੇਸ਼ਾ ਅੰਦਰ ਲੈ ਕੇ ਬੈਠਦੇ ਨੇ। ਸਤਿਗੁਰ ਸਭਨਾਂ ਦਾ ਭਲਾ ਮਨਾਉਂਦੇ ਨੇ। ਉਹ ਤੇ ਸਭ ਦਾ 24 ਘੰਟੇ ਮੇਰੀ ਹਰ ਇੱਕ ਵਿਚਾਰ ਨੂੰ ਠਾਕ ਕੇ ਉਸਦੀ ਗੋ ਦੀ ਪਾਲਣਾ ਕਰਦੇ ਨੇ। ਪਰ ਮੈਂ ਖੁਦ ਜਿਸਨੂੰ ਆਪ ਖਵਾਏ ਕਰਤਾ ਖੁਸ ਲੈ ਚੰਗਿਆਈ, ਚੰਗਿਆਈਆਂ ਨੂੰ ਖੁਸ ਲੈਂਦੇ ਨੇ। ਸੋ ਲਾਸਟ ਜਿਹੜਾ ਪਦ ਹੈ, ਸੋ ਤੁਸੀਂ ਸਾਰਿਆਂ ਨੇ ਬਹੁਤ ਦੇਰ ਤੋਂ ਮੈਨੂੰ ਸੁਣ ਰਹੇ ਹੋ, ਮੈਂ ਇਹ ਲਾਸਟ ਪਦ ਦੇ ਵਿੱਚ ਆਂਦੀ ਹਾਂ। ਉਹ ਕਹਿੰਦੇ ਨੇ ਅੰਨੇ ਬਿਨਾ ਨਾ ਹੋਏ ਸੁਕਾਲ। ਗੁਰੂ ਪਾਤਸ਼ਾਹ ਭਗਤ ਕਬੀਰ ਜੀ ਆਪਣਾ ਐਕਸਪੀਰੀਅੰਸ, ਆਪਣੇ ਨਿੱਜ ਦਾ ਐਕਸਪੀਰੀਅੰਸ ਕਹਿ ਰਹੇ ਨੇ। ਕਹਿੰਦੇ ਜੇ ਤੁਸੀਂ ਇਹ ਅੰਨ ਨਹੀਂ ਖਾਇਆ, ਤੁਸੀਂ ਆਪਣੀਆਂ ਅੰਦਰ ਦੇ ਗੁਣ, ਆਪਣੀਆਂ ਅੱਛਾਈਆਂ ਨੂੰ ਖੁਦ ਹੀ ਰੋਜ਼-ਰੋਜ਼ ਖਤਮ ਕਰਕੇ ਨਾ ਆਪਣੇ ਆਪ ਨੂੰ ਡਿਪਰੈਸ਼ਨ ਐਂਡ ਐਂਜ਼ਾਇਟੀ ਦੇ ਵਿੱਚ ਪਾ ਦਿਓਗੇ। ਪਰ ਕਹਿੰਦੇ ਅੰਨੇ ਬਿਨਾ ਨਾ, ਇਸ ਅਨਾਜ ਤੋਂ ਬਿਨਾ ਸਾਡੇ ਜੀਵਨ ਦੇ ਵਿੱਚ ਸੁਕਾਲ, ਚੰਗਾ ਸਹਿਜ ਅਨਾਨਕ ਭਗਤਾਂ ਸਦਾ ਵਿਕਾਸ ਵਾਲੀ ਅਵਸਥਾ ਨਹੀਂ ਆਏਗੀ। ਇਹ ਗੱਲ ਉਹ ਗਾਰੰਟੀ ਦੇ ਨਾਲ ਕਰ ਰਹੇ ਨੇ। ਤਜੀਏ ਅੰਨ ਨਾ ਮਿਲੇ ਗੋਪਾਲ। ਤੁਹਾਨੂੰ ਅੰਦਰ ਬੈਠੇ ਉਹ ਸਤਿਗੁਰ ਜੀ ਦੇ ਨਾਲ ਤੁਹਾਡੀ ਟਿਊਨਿੰਗ ਨਹੀਂ ਹੋਏਗੀ। ਠਾਕੁਰ ਹਮਰਾ ਸਦ ਬੋਲੰਤਾ, ਉਹ ਹਮੇਸ਼ਾ ਤੈਨੂੰ ਹਰ ਰਸਤੇ ਵਿੱਚ, ਹਰ ਗਲਤੀ ਵਿੱਚ, ਹਰ ਔਕੇ ਵੇਲੇ ਤੈਨੂੰ ਅੰਦਰ ਦੀ ਜ਼ਮੀਰ ਦੀ, ਤੇਰੀ ਕੌਨਸ਼ੀਅਸ ਦੀ ਆਵਾਜ਼, ਉਹ ਧੁਰ ਕੀ ਬਾਣੀ ਤੈਨੂੰ ਹਮੇਸ਼ਾ ਜੋ ਅੰਦਰ ਚਲਦੀ ਹੈ, ਪਰ ਤੈਨੂੰ ਨਹੀਂ ਮਿਲ ਸਕੇਗੀ। ਕਿਉਂਕਿ ਤੇਰੇ ਮਨ ਦੇ ਭੁੱਖੇ ਮਨ ਦਾ ਸ਼ੋਰ ਹੀ ਅੰਦਰ ਇੰਨਾ ਹੈ ਕਿ ਤੂੰ ਉਸ ਆਵਾਜ਼ ਨੂੰ ਸੁਣ ਨਹੀਂ ਸਕੇਗਾ। ਤਜੀਏ ਅੰਨ ਨਾ ਮਿਲੇ ਗੋਪਾਲ, ਇਸ ਲਈ ਤੈਨੂੰ ਉਸ ਸਤ ਸੰਤੋਖ ਦਾ ਭੋਜਨ ਹਮੇਸ਼ਾ ਖਾਣਾ ਪਏਗਾ। ਤਜੀਏ ਅੰਨ ਨਾ ਮਿਲੇ ਗੋਪਾਲ, ਕਹੋ ਕਬੀਰ ਹਮ ਐਸੇ ਜਾਣਿਆ। ਮੈਂ ਤੇ ਇਸ ਢੰਗ ਦੇ ਨਾਲ ਜਾਣਿਆ, ਔਰ ਮੈਂ ਤੁਹਾਨੂੰ ਉਹੀ ਸ਼ੇਅਰ ਕਰ ਰਿਹਾ ਹਾਂ। ਧਨ ਅਨਾਦ ਠਾਕੁਰ ਮਨ ਮਾਨਿਆ। ਮੇਰਾ ਇਹ ਜਿਹੜਾ ਹਰਨਾਮ ਹਮਾਰਾ ਭੋਜਨ 36 ਅੰਮ੍ਰਿਤ ਪ੍ਰਕਾਰ ਦੇ ਨਾਲ ਗਿਆਨ ਕਾ ਬੱਧਾ ਮਨ ਰਹੇ, ਇਹ ਜਿਹੜਾ ਹੈ ਨਾ, ਇਹ ਮੈਂ ਭੋਜਨ ਖਾ ਰਿਹਾ। ਬਾਬਾ ਹੋਰ ਖਾਣਾ ਖੁਸ਼ੀ ਖਵਾਰ। ਜਿਹੜਾ ਮੈਂ ਹੋਰ ਖਾਣਾ ਜਿਹੜਾ ਸੀ ਨਾ, ਉਹ ਜਿਹੜਾ ਮੈਂ ਜਗ ਮੇ ਬਖਤੇ ਦੂਤਾ ਧਾਰੀ ਗੁਪਤੀ ਖਾਵੇਂ ਵਟਿਕਾ ਸਾਰੀ, ਉਹ ਹੁਣ ਮੈਂ ਛੋੜ ਦਿੱਤਾ ਹੈ। ਹੁਣ ਮੇਰਾ ਠਾਕੁਰ ਅੰਦਰ ਵਾਲੇ ਸਤਿਗੁਰ ਜੀ ਦੇ ਨਾਲ ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੇ ਪਛਾਣੀ। ਇਸ ਅਨਾਜ ਨੂੰ ਮੈਂ ਖਾਂਦਾ ਹਾਂ। ਇਹ ਅਨਾਜ ਦਾ ਥਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਵਾਸਤੇ ਹਮੇਸ਼ਾ ਹੀ ਰੈਡੀ ਹੈ। ਹਮੇਸ਼ਾ ਹੀ ਧੁਰ ਕੀ ਬਾਣੀ, ਅੰਦਰ ਸਤਿਗੁਰ ਜੀ ਦੀ ਆਵਾਜ਼ ਸਾਨੂੰ ਹਮੇਸ਼ਾ ਸੁਣਾਈ ਦਿੰਦੀ ਹੈ, ਸਾਨੂੰ ਹਮੇਸ਼ਾ ਦੱਸਦੀ ਹੈ ਕਿ ਤੈਨੂੰ ਹੁਣ ਇਹ ਵਿਚਾਰ ਨਾਲ ਤੈਨੂੰ ਆਪਣੇ ਆਪ ਨੂੰ ਟਿਊਨ ਕਰਨਾ ਹੈ। ਤੂੰ ਥਿਰ ਕਰ ਬੈਸੋ ਹਰ ਜਨ ਪਿਆਰੇ, ਇਹ ਮਨ ਤੂੰ ਥਿਰ ਕਰਕੇ ਬੈਠ ਜਾ। ਸੋ ਐਂਡ ਵਿੱਚ ਇੱਕ ਜੋਕ ਫਿਰ ਹੋਰ ਸ਼ੇਅਰ ਕਰਨ ਲੱਗੀ ਆ। ਕੀ ਸੀ ਕਿ ਇੱਕ ਪੜ੍ਹੀ ਲਿਖੀ ਬੜੀ ਫੈਸ਼ਨੇਬਲ ਲੜਕੀ, ਅੱਜ ਦੀ ਜਨਰੇਸ਼ਨ, ਉਸਨੂੰ ਮੋਬਾਈਲ ਆਉਂਦਾ, ਉਹਨੂੰ ਟਵਿੱਟਰ ਚਲਾਉਣਾ ਆਉਂਦਾ, ਉਹਨੂੰ ਇੰਸਟਾ ਚਲਾਉਣਾ ਆਉਂਦਾ, ਉਹਨੂੰ ਫੇਸਬੁੱਕ ਚਲਾਉਣਾ ਆਉਂਦਾ, ਸਾਰਾ ਦਿਨ ਉਹ ਰੀਲਸ ਬਣਾਉਂਦੀ। ਉਮਰ ਬੜੀ ਫੈਸ਼ਨੇਬਲ ਸੀ। ਤਾਂ ਉਸਨੂੰ ਉਸਦੇ ਇੱਕ ਸਾਥੀ ਨੇ ਇੱਕ ਦਿਨ ਪੁੱਛਿਆ, ਭਾਈ ਤੂੰ ਵਿਆਹ ਕਿਉਂ ਨਹੀਂ ਕਰ ਰਹੀ ਹੈ? ਇਤਨੇ ਤੇਰੀ ਉਮਰ ਚਲਦੀ ਜਾ ਰਹੀ ਹੈ, ਤੂੰ ਕੋਈ ਲਾਈਫ ਪਾਰਟਨਰ, ਤੂੰ ਤੇਰੇ ਚ ਕੋਈ ਕਮੀ ਵੀ ਨਹੀਂ ਹੈ, ਤੂੰ ਸਾਰਾ ਦਿਨ ਤੈਨੂੰ ਮੋਬਾਈਲ ਆਉਂਦਾ ਹੈ, ਲੈਪਟਾਪ ਚਲਾਉਣਾ ਆਉਂਦਾ ਹੈ, ਤੈਨੂੰ ਟਵਿੱਟਰ ਚਲਾਉਣਾ ਆਉਂਦਾ ਹੈ, ਤੇਰੇ ਕੋਲ ਤੇ ਇੰਨੀਆਂ, ਤੈਨੂੰ ਫੈਸ਼ਨੇਬਲ ਕੱਪੜੇ ਪਾਣੇ ਆਉਂਦੇ ਨੇ, ਤੈਨੂੰ ਸਵਿਗੀ ਜੋਮੈਟੋ ਹਰ ਮਨਪਸੰਦ ਤੂੰ ਆਰਡਰ ਖਾਣਾ ਕਰ ਲੈਂਦੀ ਹੈ, ਵਿਆਹ ਕਿਉਂ ਨਹੀਂ ਕਰਦੀ? ਕਹਿੰਦੀ ਕੀ ਕਰਾਂ, ਮੈਨੂੰ ਨਾ ਕੋਈ ਮਨਪਸੰਦ ਲੜਕਾ ਨਹੀਂ ਮਿਲ ਰਿਹਾ। ਵੀ ਤੇਰੇ ਲੜਕੇ ਦੀ ਆਖਿਰ ਡਿਮਾਂਡ ਕੀ ਹੈ? ਉਹ ਕਹਿੰਦੀ ਮੈਨੂੰ ਨਾ ਅਨਪੜ੍ਹ ਮੁੰਡਾ ਚਾਹੀਦਾ। ਕਹਿੰਦੇ ਅਨਪੜ੍ਹ ਮੁੰਡਾ? ਤੂੰ ਆਪ ਇੰਨਾ ਸਭ ਕੁਝ ਇਤਨੀ ਸਮਾਰਟ ਹੈ, ਤੈਨੂੰ ਅਨਪੜ੍ਹ ਮੁੰਡਾ ਕਿਉਂ ਚਾਹੀਦਾ? ਉਹ ਕਹਿੰਦੀ ਵੀ ਮੈਂ ਨਾ ਚਾਹੁੰਦੀ ਹਾਂ ਮੈਨੂੰ ਐਸਾ ਅਨਪੜ੍ਹ ਮੁੰਡਾ ਮਿਲੇ ਜੋ ਨਾ ਤੇ ਕਿਸੇ ਨੂੰ ਮੈਸੇਜ ਕਰ ਸਕੇ ਤੇ ਨਾ ਹੀ ਮੇਰੀ ਚੈਟ ਨੂੰ ਪੜ੍ਹ ਸਕੇ। ਦਰਅਸਲ ਇਸ ਤਰ੍ਹਾਂ ਦਾ ਹੀ ਕਨਸੈਪਟ ਹੈ ਨਾ, ਜਿਹੜਾ ਇਹ ਜਿਸਨੂੰ ਗੁਰਬਾਣੀ ਜਿਹੜੇ ਨਾ ਬ੍ਰਾਹਮਣਵਾਦ ਬੋਲਦੀ ਹੈ। ਵੀ ਬ੍ਰਾਹਮਣ ਨੇ ਬੋਲਿਆ ਮੈਨੂੰ ਆ ਸੰਸਕ੍ਰਿਤ ਜਿਹੜੀ ਹੈ ਇਹ ਦੇਵ ਭਾਸ਼ਾ ਹੈ, ਇਹ ਸਿਰਫ ਮੈਂ ਹੀ ਪੜ੍ਹਨੀ ਹੈ ਤੇ ਮੈਂ ਹੀ ਇਸ ਨੂੰ ਵਿਚਾਰਨਾ ਹੈ ਤੇ ਮੈਂ ਹੀ ਧਰਮ ਦੇ ਕੰਮ ਕਰਨੇ ਨੇ। ਕੁਝ ਇਸ ਤਰ੍ਹਾਂ ਦੀ ਹੀ ਸੋਚ ਜਿਹੜੀ ਹੈ ਨਾ, ਉਹ
ਉਹ ਅੱਜ ਹੌਲੀ ਹੌਲੀ, ਕਿਉਂਕਿ ਅਸੀਂ ਅਨਾਜ ਛੱਡਿਆ, ਅੱਜ ਸਾਡੇ ਅੰਦਰ ਹੀ ਆ ਰਹੀ ਹੈ। ਸਾਨੂੰ ਵੀ ਇਸ ਤਰ੍ਹਾਂ ਕੀਤਾ ਕਿ ਜੋ ਹੈ ਅਰਦਾਸ ਹੈ ਉਹ ਗੁਰਦੁਆਰੇ ਤੇ ਗ੍ਰੰਥੀ ਕਰ ਲੈਣਗੇ, ਵਿਚਾਰ ਵੀ ਪ੍ਰਚਾਰਕ ਕਰ ਲੈਣਗੇ, ਕੀਰਤਨ ਜਿਹੜੇ ਹੈ ਉਹ ਰਾਗੀ ਕਰ ਲੈਣਗੇ, ਸਫਾਈ ਸੇਵਾਦਾਰ ਕਰ ਲੇਗਾ। ਸਾਨੂੰ ਤੇ ਕੁਝ ਵੀ ਕਰਨ ਦੀ ਜ਼ਰੂਰਤ ਹੀ ਨਹੀਂ। ਔਰ ਜਦੋਂ ਅੱਜ ਇਹ ਜਿਹੇ ਜ਼ੂਮ ਸੈਸ਼ਨਸ ਜਿਹੜੇ ਨੇ, ਇਹ ਜਿਹੜੇ ਵੱਧ ਰਹੇ ਨੇ, ਇਹ ਸਾਨੂੰ ਅੱਜ ਅਵੇਅਰ ਕਰਨੇ ਨੇ ਕਿ ਹਰ ਇੱਕ ਬੰਦਾ ਗੁਰਬਾਣੀ ਦੇ ਵਿਚਾਰ ਨੂੰ ਸਮਝ ਕੇ, ਵਿਚਾਰ ਕੇ, ਇਹ ਜਿਹੜਾ ਥਾਲ ਹੈ ਨਾ, ਇਹ ਵਾਲਾ ਲੰਗਰ ਹੈ ਨਾ, ਲੰਗਰ ਚੱਲੇ ਗੁਰ ਸ਼ਬਦ ਹਰ, ਟੋਟ ਨਾ ਆਵੀ ਹਟੀਏ, ਇਹ ਵਾਲਾ ਲੰਗਰ ਜਦੋਂ ਅਸੀਂ ਚਲਾਵਾਂਗੇ ਨਾ, ਤਾਂ ਫਿਰ ਖਾਵੇਂ ਖਰਚੇ ਰਲ ਮਿਲ ਭਾਈ, ਟੋਟ ਨਾ ਆਵੇ ਵੱਧਦਾ ਜਾਏ। ਬਾਹਰ ਦਾ ਜਿਹੜਾ ਇਹ ਖਾਣਾ ਹੈ ਨਾ, ਇਹਦੇ ਤੇ ਸਾਨੂੰ ਆਪਣੀ ਫਿਜ਼ਿਕ ਦੇ ਅਨੁਸਾਰ 1200 1500 2000 ਕੈਲੋਰੀਜ਼ ਲੈਣੀਆਂ ਨੇ, ਪਰ ਇਹ ਵਾਲਾ ਜਿਹੜਾ ਲੰਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੈ, ਇਹ ਅਨਾਜ ਜਿਹੜਾ ਹੈ ਨਾ, ਇਹ ਰੱਜ ਰੱਜ ਭੋਜਨ ਖਾਵੋ ਮੇਰੇ ਭਾਈ। ਸੋ ਇਹ ਜਿਹੇ ਜ਼ੂਮ ਸੈਸ਼ਨਸ ਜਿਹੜੇ ਨੇ, ਅਸੀਂ ਜਿੰਨਾ ਕਰੀਏ, ਜਿੰਨੇ ਇਹ ਜਿਹੇ ਪਲੇਟਫਾਰਮ ਬਣਾਈਏ, ਉਤਨੇ ਹੀ ਘੱਟ ਨੇ, ਪਰ ਉਹਦੀ ਕਸੌਟੀ ਸਿਰਫ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਧਾਂਤਿਕ ਵਿਚਾਰਧਾਰਾ ਹੀ ਹੋਵੇ। ਸੋ ਅੱਜ ਗੁਰਬਾਣੀ ਦੀ ਵਿਚਾਰ ਕਰਦੇ ਮੇਰੇ ਕੋਲ ਅਨੇਕਾਂ ਭੁੱਲਾਂ ਹੋ ਗਈਆਂ ਹੋਣਗੀਆਂ, ਜਾਂ ਮੇਰੇ ਇਹਨਾਂ ਵਿਚਾਰਾਂ ਦੇ ਨਾਲ ਜ਼ਰੂਰੀ ਨਹੀਂ ਕਿ ਤੁਸੀਂ ਸਾਰੇ ਸਹਿਮਤ ਹੀ ਹੋ। ਜਿਸ ਐਂਗਲ, ਜਿਸ ਨਜ਼ਰੀਏ ਤੋਂ ਮੈਂ ਦੇਖ ਰਹੀ ਹਾਂ, ਤੁਹਾਡਾ ਨਜ਼ਰੀਆ ਇਸ ਤੋਂ ਵੀ ਵੱਡਾ ਹੋ ਸਕਦਾ ਹੈ। ਸੋ ਮੈਂ ਆਪਣੇ ਸ਼ਬਦਾਂ ਨੂੰ ਖਿਮਾ ਦੇ ਨਾਲ ਇੱਥੇ ਹੀ ਸੰਕੋਚਦੇ ਹੋਏ, ਸਮੇਟਦੇ ਹੋਏ ਫਤਿਹ ਬੁਲਾਉਂਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you ਭੈਣ ਜੀ। It is a totally new perspective। ਜੇ ਅਸੀਂ ਅੰਨ ਨੂੰ ਗਿਆਨ ਮੰਨ ਲਈਏ ਤਾਂ ਬਿਲਕੁਲ ਅਸੀਂ ਟੋਟਲ, ਸਾਡੀ ਸੋਚ ਜਿਹੜੀ ਹੈ ਉਹ ਟੋਟਲ ਡਿਫਰੈਂਟ ਹੋ ਜਾਏਗੀ। ਔਰ ਕਈ ਵਾਰੀ ਅਸੀਂ ਇੱਥੇ ਫੋਰਮ ਵਿੱਚ ਗੱਲ ਕਰਦੇ ਹਾਂ ਕਿ ਬਾਣੀ ਦਾ ਅੱਖਰ ਜਿਹੜੇ ਆ ਉਹ ਬਾਣੀ ਕੋਲੋਂ ਹੀ ਸਮਝੇ ਜਾਣ, ਤੇ ਜੇ ਜਿੱਦਾਂ ਤੁਸੀਂ ਅੰਨ ਦੀ ਡੈਫੀਨੇਸ਼ਨ ਬਾਣੀ ਵਿੱਚੋਂ ਸਮਝਾਈ ਔਰ ਉਹਦੇ ਮੁਤਾਬਿਕ ਉਹਨੂੰ ਗਿਆਨ ਦੇ ਇਕੁਇਵਲੈਂਟ ਰੱਖਿਆ, ਤੇ that was wonderful. I really appreciate it. So we have hands raised. ਗੁਰਚਰਨ ਸਿੰਘ ਜੀ, ਤੁਸੀਂ ਕੇਸ ਕੀਤਾ, ਪਲੀਜ਼ ਬੀ ਬਰੀਫ, ਕਿਉਂਕਿ ਭੈਣ ਜੀ ਨੇ 6:30 ਮੈਂ ਕਿਹਾ ਸਾਡੇ ਕੋਲ ਥੋੜਾ ਟਾਈਮ ਹੈਗਾ, ਉਹਨਾਂ ਨੇ ਜਾਣਾ ਆਪਣੇ 7 ਵਜੇ ਤੱਕ ਆਪਣੇ ਕਿਧਰੇ, तो मैं उनको टाइम, साडे को थोड़ा टाइम है, सो ब्रीफली ਅਸੀਂ ਇਹ ਕੁਐਸਚਨ ਕਮੈਂਟਸ ਨੂੰ ਛੱਡ ਕੇ ਕੁਐਸਚਨ ਤੇ ਆਈਏ ਪਹਿਲੇ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਬੇਨਤੀ ਇੰਨੀ ਹੈ ਵੀ ਪੰਜੀ ਨੇ ਜਿਹੜੇ ਪ੍ਰਮਾਣ ਦਿੱਤੇ ਹੈ ਬਹੁਤ ਸਾਰੇ, ਉਹ ਹੁਣ ਉਹਨੂੰ ਅਸੀਂ ਛੇਤੀ ਯੂਟਿਲਾਈਜ਼ ਨਹੀਂ ਕਰ ਪਾਉਂਦੇ। ਅਗਰ ਉਹ ਅੰਕ ਨੰਬਰ ਸਾਰੇ ਵੀ ਜਿਹੜੇ ਵੀਰ ਹੋਣ ਅੰਕ ਨੰਬਰ ਦੇ ਦੇਣ ਜਾਂ ਲਾਈਨ ਉਹ ਡਿਸਪਲੇ ਕਰ ਦਿਆ ਕਰਨ, ਤਾਂ ਅਸੀਂ ਉਹਨਾਂ ਨੂੰ ਸੇਵ ਕਰਕੇ ਯੂਟਿਲਾਈਜ਼ ਕਰ ਸਕਦੇ ਹਾਂ। ਨਹੀਂ ਤੇ ਜਿੰਨੀ ਮਿਹਨਤ ਉਹਨਾਂ ਨੇ ਕੀਤੀ ਹੈ ਉਸ ਤੋਂ ਜ਼ਿਆਦਾ ਫਿਰ ਸਾਨੂੰ ਲੱਭਣ ਲੱਗਿਆ ਕਰਨੀ ਪੈਂਦੀ ਆ। ਤਾਂ ਤੁਹਾਡੀ ਮਿਹਨਤ ਸਕਾਰਤੀ ਹੋਵੇ ਤਾਂ ਬੇਨਤੀ ਹੋਈ ਹੈ ਵੀ ਉਹ ਅੰਕ ਨੰਬਰ ਦੱਸਤਾ ਜਾਵੇ ਜਾਂ ਉਹ ਲਾਈਨ ਡਿਸਪਲੇ ਕਰ ਦਿੱਤੀ ਜਾਵੇ ਤਾਂ ਮਿਹਰਬਾਨੀ ਹੋਵੇਗੀ। ਦੂਸਰੀ ਬੇਨਤੀ ਮੈਂ ਭੈਣ ਜੀ ਨੂੰ ਪੁੱਛਣਾ ਚਾਹਾਂਗਾ, ਤੁਹਾਡੀ ਸ਼ਬਦਾਵਲੀ ਤੋਂ ਲੱਗਦਾ ਹੈ ਵੀ ਤੁਸੀਂ ਵੀਰ ਭੁਪਿੰਦਰ ਸਿੰਘ ਨੂੰ ਜ਼ਰੂਰ ਸੁਣਦੇ ਹੋ, ਜਿੱਥੇ ਤੱਕ ਮੇਰਾ ਖਿਆਲ ਹੈ। ਬਿਲਕੁਲ ਜੀ, ਹਾਂ ਸੁਣਦੀ ਹਾਂ ਮੈਂ ਉਹਨਾਂ ਦੀ ਸ਼ਬਦਾਵਲੀ। ਹਾਂਜੀ ਹਾਂਜੀ, ਮੈਨੂੰ ਇੱਕ ਗੱਲ ਇਹ ਸਮਝ ਆਈ ਉਹਨਾਂ ਤੋਂ ਕਿ ਮੈਨੂੰ ਬਾਣੀ ਮੇਰੇ ਵਾਸਤੇ ਹੈ, ਤੇ ਮੈਂ ਫਸਟ ਪਰਸਨ ਦੀ ਲੈਂਗੁਏਜ ਵਿੱਚ ਆਪਣੇ ਆਪ ਤੇ ਹੀ ਟੁਕਾਉਣ ਦੀ ਕੋਸ਼ਿਸ਼ ਕਰਦੀ ਹਾਂ ਹਮੇਸ਼ਾ, ਐਂਡ ਨੋ ਜਜਮੈਂਟ। ਇਹ ਵੀ ਇੱਕ ਸੈਕਿੰਡ ਪ੍ਰਿੰਸੀਪਲ ਸਾਨੂੰ ਦੱਸਦਾ। ਮੈਂ ਵੀਰ ਭੁਪਿੰਦਰ ਸਿੰਘ ਜੀ ਨੂੰ ਸੁਣਦੀ ਹਾਂ, ਇੱਕਦਮ ਮੈਂ ਉਹਨਾਂ ਕੋਲੋਂ ਹੀ ਬੇਸਿਕ ਪ੍ਰਿੰਸੀਪਲ ਸਮਝੇ ਨੇ। ਰਾਈਟ, ਬਸ ਇੰਨੀ ਬੇਨਤੀ ਹੈ ਵੀ ਆਪਣਾ ਮੈਨੂੰ ਫੋਨ ਨੰਬਰ ਚੈਟ ਤੇ ਪਾ ਦਿਓਗੇ, ਮੈਂ ਡਰਾਈਵ ਕਰ ਰਿਹਾ, ਮੈਂ ਫਿਰ ਆਪ ਜੀ ਨਾਲ ਕਿਸ ਦਿਨ ਗੱਲ ਕਰਾਂਗਾ ਇਸ ਵਿਸ਼ੇ ਬਾਰੇ। ਉਹ ਸ਼ੇਅਰ ਭੈਣ ਜੀ ਕੋਲੋਂ ਪੁੱਛ ਕੇ ਮੈਂ ਸ਼ੇਅਰ ਕਰ ਦਿਆਂਗਾ ਜੀ। ਹਾਂਜੀ, ਮਿਹਰਬਾਨੀ ਜੀ, ਬਹੁਤ ਧੰਨਵਾਦ। ਠੀਕ ਹੈ। ਵਾਹਿਗੁਰੂ ਜੀ ਕਾ ਡਾਕਟਰ ਕਾਲਾ ਸਿੰਘ ਜੀ। ਵਾਹਿਗੁਰੂ ਜੀ ਕੀ ਫਤਿਹ। ਕੀ ਫਤਿਹ ਜੀ। ਡਾਕਟਰ ਕਾਲਾ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਹਾਂਜੀ, ਮੈਂ ਵੀ ਇਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਵੀਰ ਭੁਪਿੰਦਰ ਸਿੰਘ ਕੋਲੋਂ ਸੁਣ ਕੇ ਹੀ ਬੋਲਣਾ ਸ਼ੁਰੂ ਕੀਤਾ ਹੈ। ਵੈਸੇ ਭੈਣ ਜੀ ਨੇ ਬੜਾ ਇੱਕ ਤਰੀਕੇ ਦੇ ਨਾਲ
ਨਵਾਂ ਪਰਸਪੈਕਟਿਵ ਪੇਸ਼ ਕੀਤਾ ਆ ਐਂਡ ਇਟ ਇਜ਼ ਵਰਥ ਕੰਟੈਂਪਲੇਟਿੰਗ ਅਪਨ। ਔਰ ਮੇਰਾ ਖਿਆਲ ਹੈ ਕਿ I will change my mind now ਇਹ ਸ਼ਬਦ ਦੇ ਬਾਰੇ। ਤੇ ਮੈਂ ਸਿਰਫ ਇੱਕ ਚੀਜ਼ ਭੈਣ ਜੀ ਨੂੰ ਕਹਿਣਾ ਚਾਹੁੰਦਾ ਸੀਗਾ ਕਿ ਜਿਹੜਾ ਸੈਰੋਟੋਨਿਨ ਹੈ ਨਾ, ਜਿਹੜਾ ਤੁਸੀਂ ਕਿਹਾ ਕਿ ਇਹ ਅੰਤੜੀਆਂ ਦੇ ਵਿੱਚ ਪੈਦਾ ਹੁੰਦਾ ਆ, ਸੈਰੋਟੋਨਿਨ ਬ੍ਰੇਨ ਦੇ ਵਿੱਚ ਨਿਊਕਲੀਆਈ in the brain stem in the middle line ਉਸ ਜਗ੍ਹਾ ਤੇ ਇਹ ਪ੍ਰੋਡਿਊਸ ਹੁੰਦਾ ਆ and it is produced in those people who eat food high in tryptophan। ਤੇ ਬਾਕੀ ਦੇ ਵੀ ਐਕਸਰਸਾਈਜ਼ ਵਗੈਰਾ ਬਾਕੀ ਵੀ ਹੈ, but it is not produced in the intestines, it is produced in the brain। ਤੇ ਇਹਨੂੰ ਜਰਾ ਤੁਸੀਂ ਅਗਲੀ ਵਾਰੀ ਅਗਰ ਬੋਲੋਗੇ ਤਾਂ ਇਸਨੂੰ ਜਰਾ ਠੀਕ ਕਰ ਲੈਣਾ। That's all। ਹੋਰ ਕੋਈ ਕਮੈਂਟ ਨਹੀਂ ਨੇ। ਵਾਹਿਗੁਰੂ ਜੀ ਕਾ ਖਾਲਸਾ। डॉक्टर काला सिंह जी क्योंकि मेडिकल डॉक्टर है, इस करके ही कैन एक्सप्लेन इट इन अ मच बेटर वे। चलो ये वाला पर्सपेक्टिव सीगा। चलो ਇਹ वेरी गुड। ਮੈਡੀਕਲ ਲਾਈਨ ਦਾ ਉਹਨਾਂ ਦਾ ਪਰਸਪੈਕਟਿਵ, ਉਹਨਾਂ ਦੀ ਓਪੀਨੀਅਨ ਵੀ ਇੱਕਦਮ ਸਹੀ, ਕਿਉਂਕਿ ਮੈਂ ਹਾਂਜੀ, YouTube ਤੋਂ ਹੀ ਪੜਿਆ ਸੀ ਇਸ ਕਰਕੇ। ठीक है जी। हाँ जी, anybody else जी? We have any questions, any comments? कोई हैंड रेज नहीं हो रहा, so that shows कि सारे ने एक्सेप्ट कर लिया। निर्मल सिंह जी वैद साहब विक्टोरिया। हाँ जी, अनम्यूट कर लो जी। निर्मल सिंह जी अनम्यूट कर लो। ਹਾਂਜੀ ਗੁਰੂ ਪਿਆਰੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ वाहिगुरु ਕੀ जी की ਫਤਿਹ। फतेह जी। ਬਹੁਤ ਸੋਹਣਾ ਸੈਸ਼ਨ ਚੱਲ ਰਿਹਾ ਜੀ। ਉਹਦੇ ਵਿੱਚੋਂ ਮੈਂ ਜੋ ਸਮਝਣ ਦਾ ਯਤਨ ਕਰ ਰਿਹਾ, ਗਿਆਨ ਨੂੰ ਭੋਜਨ ਕਿਹਾ, ਜਾਂ ਜਿਸ ਤਰ੍ਹਾਂ ਅਸੀਂ ਸਰੀਰ ਦੀ ਤੰਦਰੁਸਤੀ ਵਾਸਤੇ ਬਾਹਰਲਾ ਭੋਜਨ ਛਕਦੇ ਹਾਂ, ਇੱਦਾਂ ਸਾਡੀ ਗੁਰਬਾਣੀ ਜਿਹੜੀ ਆ ਉਹ ਮਨ ਦਾ ਭੋਜਨ ਆ। ਭੈਣ ਜੀ ਨੇ ਸਾਨੂੰ ਬੜਾ ਚੰਗੀ ਤਰ੍ਹਾਂ ਸਮਝਾ ਦਿੱਤਾ। ਜਿਸ ਤਰ੍ਹਾਂ ਦੂਸਰੇ ਭੋਜਨ ਨਾਲ ਸਾਡੇ ਸਰੀਰ ਦੀ ਤਾਕਤ ਬਣਦੀ ਆ, ਇਸੇ ਤਰ੍ਹਾਂ ਗਿਆਨ ਦੇ ਨਾਲ ਸਾਡੇ ਅੰਦਰ ਦਾ ਜੋ ਆਕਾਰ ਹੈਗਾ ਆ ਉਹ ਪ੍ਰਬਲ ਹੁੰਦਾ। ਜਿਸ ਤਰ੍ਹਾਂ ਗੁਰਬਾਣੀ ਦੇ ਵਿੱਚ ਪ੍ਰਥਮ ਬਾਣੀ ਦੇ ਵਿੱਚ ਦੂਜੀ ਪੌੜੀ ਦੇ ਵਿੱਚ ਗੁਰੂ ਸਾਹਿਬ ਸਮਝਾ ਰਹੇ, ਹੁਕਮੀ ਹੋਵਨ ਆਕਾਰ ਹੈ ਜੀ। ਇੱਕ ਬਾਹਰਲੀ ਸ੍ਰਿਸ਼ਟੀ ਆ, ਇੱਕ ਅੰਦਰਲੀ ਸ੍ਰਿਸ਼ਟੀ ਆ। ਉਹ ਜਿਹੜਾ ਅੰਦਰਲਾ ਆਕਾਰ ਆ ਇਸ ਭੋਜਨ ਦੇ ਨਾਲ ਸ਼ਕਤੀਵਾਨ ਹੋਵੇਗਾ, ਤਾਂ ਕਿ ਅਸੀਂ ਆਪਣਾ ਜਿਹੜਾ ਜੀਵਨ ਆ ਉਹ ਸਤ ਸੰਤੋਖ ਦਇਆ ਧਰਮ ਦੇ ਮੁਤਾਬਕ ਆਪਣਾ ਜੀ ਸਕੀਏ। ਅੰਦਰਲੀ ਸ੍ਰਿਸ਼ਟੀ ਬਾਰੇ ਗੁਰੂ ਸਾਹਿਬ ਕਹਿੰਦੇ, ਇੱਕ ਤਾਂ ਕਾਇਆ ਅੰਦਰ ਪਾਪ ਪੁੰਨ ਦੋਏ ਭਾਈ, ਦੋਹੀ ਮਿਲ ਕੇ ਸ੍ਰਿਸ਼ਟੋ ਪਾਈ, ਦੋਵੇਂ ਮਾਰ ਜਾਏ ਇੱਕ ਤੇ ਘਰ ਆਵੇ, ਗੁਰਮਤ ਸਹਿਜ ਸਮਾਵਣਿਆ। ਸੋ ਹੁਣ ਮੇਰਾ ਸਵਾਲ ਭੈਣ ਜੀ ਨੂੰ ਇਹ ਆ ਕਿ ਹੁਕਮੀ ਹੋਵਨ ਆਕਾਰ ਦੇ ਨਾਲ ਜੋ ਮੈਂ ਇਹ ਸਾਂਝ ਪਾ ਰਿਹਾ, ਉਹ ਆਕਾਰ ਇਸ ਸ਼ਬਦ ਦੇ ਨਾਲ, ਸੱਚ ਦੇ ਭੋਜਨ ਦੇ ਨਾਲ, ਸੱਚ ਦੇ ਅੰਨ ਦੇ ਨਾਲ, ਉਹ ਆਕਾਰ ਅਸੀਂ ਦੂਜੀ ਪੌੜੀ ਦਾ ਜੋੜ ਸਕਦੇ ਕਿ ਨਹੀਂ ਜੋੜ ਸਕਦੇ? ਹਾਂਜੀ ਵੀਰ ਜੀ, ਮੈਂ ਸੱਚਮੁੱਚ ਇਹ ਇੱਕ ਇੰਪੋਰਟੈਂਟ ਜਿਹੜਾ ਪੁਆਇੰਟ ਸੀ ਨਾ, ਇਸ ਨੂੰ ਸ਼ੇਅਰ ਕਰਨਾ ਮੈਂ ਭੁੱਲ ਗਈ ਸੀ। ਸਭ ਤੋਂ ਵੱਡੀ ਗੱਲ ਇਹ ਹੈ, ਜਦੋਂ ਮੈਨੂੰ ਮਨ ਦਾ ਭੋਜਨ ਕਰਨਾ ਸਹੀ ਆ ਜਾਏਗਾ, ਮੇਰੇ ਅੰਦਰ ਸਤ ਸੰਤੋਖ ਉਦਮ ਕਿਰਤ ਕਰਨੀ, ਐਕਸਰਸਾਈਜ਼ ਕਰਨੀ, ਇਹ ਇਸ ਚੀਜ਼ ਨੂੰ, ਮੇਰੇ ਮਨ ਨੂੰ ਜਦੋਂ ਸਮਝ ਵਿੱਚ ਆ ਜਾਏਗਾ, ਜਦੋਂ ਇਹ ਮਨ ਪ੍ਰਭ ਵਾਲੀ ਅਵਸਥਾ ਤੇ ਜਾਏਗਾ, ਇਹ ਅਸਾਧਿਆ ਜਦੋਂ ਜਾਂਦਾ ਹੈ ਨਾ, ਜਦੋਂ ਇਹ ਮਨ ਸੇਵ ਕੀਤੀ ਸੰਤੋਖੀ, ਜਿਨੀ ਸੱਚੋ ਸੱਚ ਤੇ ਆਇਆ, ਉਨੀ ਮੰਦੇ ਪੈਰ ਨਾ ਰੱਖਿਓ, ਕਰ ਸੁਕ੍ਰਿਤ ਧਰਮ ਕਮਾਇਆ, ਉਨੀ ਦੁਨੀਆ ਤੋੜੇ ਬੰਦਨਾ, ਅੰਨ ਪਾਣੀ ਥੋੜਾ ਖਾਇਆ। ਉਸਨੂੰ ਫਿਰ ਇਹ ਵੀ ਸਮਝ ਆ ਜਾਏਗਾ ਕਿ ਮੈਨੂੰ ਇਸ ਸਰੀਰ ਨੂੰ ਚਲਾਉਣ ਵਾਸਤੇ ਕਿਤਨੀ ਦੇਰ ਔਰ ਕਿਤਨਾ ਖਾਣਾ ਖਾਣਾ ਚਾਹੀਦਾ ਹੈ, ਕਿਤਨੀ ਦੇਰ ਵਾਸਤੇ ਮੈਨੂੰ ਫਾਸਟਿੰਗ ਰੱਖਣੀ ਚਾਹੀਦੀ ਹੈ। ਐਂਡ ਇਹ ਜਿਹੜਾ ਸਾਡਾ ਸਰੀਰ ਹੈ ਹਨਾ, ਜਿਸ ਆਕਾਰ ਦੀ ਅਸੀਂ ਗੱਲ ਕਰ ਰਹੇ ਹਾਂ, ਇਸ ਆਕਾਰ ਦੇ ਅੰਦਰ ਕਾਇਆ ਅੰਦਰ ਸਾਡੇ, ਇਸ ਦੇ ਅੰਦਰ ਹੁਣ ਇੱਥੇ ਡਾਕਟਰ ਸਾਹਿਬ ਵੀ ਬੈਠੇ ਹੋਏ ਨੇ, ਸਾਡੇ ਸਰੀਰ ਦੇ ਵਿੱਚ ਟ੍ਰਿਲੀਅਨਸ ਆਫ ਅੰਦਰ ਮਾਈਕਰੋਬਸ ਨੇ, ਅੰਦਰ ਗੁੱਡ ਐਂਡ ਬੈਡ ਬੈਕਟੀਰੀਆ, ਪੈਥੋਜਨਸ, ਪੈਰਾਸਾਈਟਸ, ਵਾਇਰਸਿਸ, ਇਤਨੇ ਸਭ ਕੁਝ ਸਾਡੇ ਨੇ। ਪਰ ਜਦੋਂ ਸਾਡੀ ਸੋਚ ਸਹੀ ਹੋ ਜਾਏ ਨਾ, ਸਾਡੇ ਕੋਲ ਗਿਆਨ ਆ ਜਾਏ, ਤਾਂ ਹੁਕਮੀ ਹੋਵਨ ਆਕਾਰ, ਹੁਣ ਉਹ ਅੰਦਰ ਦੇ
ਇੱਕ ਮਾਈਕਰੋਬਾਇਓਮ ਜਿਹੜਾ ਹੈ ਨਾ ਉਹ ਵੀ ਆਕਾਰ ਦੇ ਵਿੱਚ ਆ ਜਾਂਦਾ ਹੈ। ਇਹ ਮਾਈਕਰੋਬਾਇਓਮਸ ਜਿਹੜੇ ਨੇ ਅੱਜ ਇਹ ਡਾਕਟਰ ਕਾਲਾ ਸਿੰਘ ਵੀਰ ਜੀ ਬੈਠੇ ਨੇ, ਸਾਨੂੰ ਇਹਦੇ ਤੇ ਹੋਰ ਵੀ ਦੱਸ ਸਕਦੇ ਨੇ। ਜਦੋਂ ਕਹਿੰਦੇ 2 ਬੰਦਿਆਂ ਦੀ ਸੋਚ ਇੱਕ ਹੋਵੇ ਨਾ ਤਾਂ ਉਹ ਅੰਦਰ ਦੇ ਉਹਨਾਂ ਦੇ ਮਾਈਕਰੋਬਾਇਓਮਸ ਜਿਹੜੇ ਬੈਕਟੀਰੀਆ ਐਂਡ ਵਾਇਰਸ ਵੀ ਇੱਕੋ ਤਰ੍ਹਾਂ ਦੇ ਹੋ ਜਾਂਦੇ ਨੇ। ਇਹ ਇੱਕ ਸੱਚ ਹੈ ਕਿ ਸਾਡੀ ਸਿਰਫ ਵਿਚਾਰ ਹੀ ਨਹੀਂ, ਸਾਡੀ ਇਸ ਵਿਚਾਰ ਦੇ ਨਾਲ ਅੰਦਰ ਦਾ ਹਰ ਇੱਕ ਬੈਕਟੀਰੀਆ, ਹਰ ਇੱਕ ਵਾਇਰਸ, ਹਰ ਇੱਕ ਜਿਹੜਾ ਅੰਦਰ ਜਿਹੜੇ ਬੈਠੇ ਹੋਏ ਜੀ ਨੇ ਨਾ, ਟ੍ਰਿਲੀਅਨਸ ਆਫ ਜਿਹੜੇ ਸਾਡੇ ਅੰਦਰ ਮਾਈਕਰੋਬਾਇਓਮਸ ਨੇ ਉਹ ਵੀ ਆਕਾਰ ਲੈ ਲੈਂਦੇ ਨੇ। ਉਹਨਾਂ ਨੂੰ ਵੀ ਅੰਦਰ ਹੈਲਦੀ ਐਂਡ ਗੁੱਡ ਬੈਕਟੀਰੀਆ ਜਿਹੜੇ ਨੇ ਉਹ ਵੱਧਦੇ ਨੇ। ਹੁਣ ਜਦੋਂ ਅਸੀਂ ਨੈਗੇਟਿਵ ਸਾਡੀ ਸੋਚ ਹੁੰਦੀ ਹੈ, ਅਸੀਂ ਡਰ ਵਿੱਚ ਹੁੰਦੇ ਹਾਂ, ਦਹਿਸ਼ਤ ਵਿੱਚ ਹੁੰਦੇ ਹਾਂ, ਸਾਡੇ ਅੰਦਰ ਗਰੀਡ ਜ਼ਿਆਦਾ ਹੈ ਹਨਾ। ਕਈ ਲੋਕ ਬਹੁਤ, ਹੁਣ ਮਾਵਾਂ ਵੀ ਕਹਿੰਦੀਆਂ ਕਿ ਅਸੀਂ ਤੇ ਬੱਚੇ ਨੂੰ ਇਤਨਾ ਹੈਲਦੀ ਖਾਣਾ ਖਵਾਉਂਦੇ ਆ ਪਰ ਇਸ ਨੂੰ ਲੱਗਦਾ ਨਹੀਂ, ਕਿਉਂਕਿ ਇਹ ਸਾਰਾ ਦਿਨ ਚਿੜਚਿੜਾ ਕੁੜ ਕਰਦਾ ਰਹਿੰਦਾ, ਇਹਨੂੰ ਸਾਰਾ ਦਿਨ ਰੋਂਦੇ ਰਹਿਣ ਦੀ ਆਦਤ ਹੈ। ਜਦੋਂ ਅਸੀਂ ਇੱਥੇ ਸੋਚ ਦੇ ਵਿੱਚ ਸੇਵ ਸੰਤੋਖ ਹੈ ਨਾ, ਤਾਂ ਉਹ ਕਹਿੰਦੇ ਜਿਹੜੇ ਬਦਾਮ ਨੇ ਨਾ, ਜਦੋਂ ਉਹ ਅਸੀਂ ਉਹਨਾਂ ਦੀ ਗੱਲ ਕਰਦੇ ਹਾਂ, ਛੋਲੇ ਜਿਹੜੇ ਨੇ ਉਹ ਵੀ ਬਦਾਮ ਬਣ ਜਾਂਦੇ। ਮੀਨਸ ਸਾਡਾ ਅੰਦਰ ਦੇ ਜਿਹੜੇ ਮਾਈਕਰੋਬਾਇਓਮਸ ਨੇ ਉਹਨਾਂ ਨੂੰ ਇਹ ਪਤਾ ਕਿ ਬਾਹਰ ਦਾ ਜਿਹੜਾ ਖਾਣਾ ਹੈ ਉਸ ਖਾਣੇ ਦੇ ਅੰਦਰੋਂ ਅਸੀਂ ਹਰ ਇੱਕ ਨਿਊਟ੍ਰੀਸ਼ਨ ਜਿਹੜੀ ਹੈ ਉਹ ਐਬਜ਼ੌਰਬ ਕਰ ਲੈਂਦੇ ਨੇ। ਐਂਡ ਇਹ ਵੀ ਇੱਕ ਫੈਕਟ ਹੈ ਕਿ ਅਸੀਂ ਜਿਹੜੀਆਂ ਲੜਾਈਆਂ ਜਿਹੜੀਆਂ ਲੜਦੇ ਆ ਨਾ, ਜਾਂ ਅਸੀਂ ਜਿਹੜੇ ਵੀ ਕੰਮ ਕਰਦੇ ਹਾਂ ਉਹ ਕਿੱਥੇ ਐਕਸਟਰਨਲ ਨਹੀਂ, ਉਹ ਮਨ ਜਿਹੜਾ ਬਲਵਾਨ ਹੁੰਦਾ ਨਾ, ਮਨ ਦੀ ਵਿਲ ਪਾਵਰ ਨਾਲ, ਉਹ ਪੋਜ਼ਿਟਿਵ ਮਨ ਜਿਹੜਾ ਘੜੀ ਹੋਈ ਸੁਰਤ ਮਤ ਮਨ ਬੁੱਧ ਹੈ ਨਾ, ਉਹ ਵਿਲ ਪਾਵਰ, ਉਹ ਜਿਹੜੀ ਸੱਚ ਜਿਹੜਾ ਹੈ ਨਾ, ਜਿਹੜਾ ਸਭਨਾਂ ਦਾ ਖਸਮ ਬਣ ਜਾਂਦਾ ਹੈ, ਉਸ ਵਿਲ ਪਾਵਰ ਦੇ ਨਾਲ ਹੀ ਸਾਡੇ ਕੋਲ ਕੰਮ ਹੁੰਦੇ ਨੇ। ਕਿਉਂਕਿ ਇਹ ਮੈਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਰਾਂਗੀ, ਕਿਉਂਕਿ ਇਹ ਸਭ ਤੋਂ ਮੇਰਾ ਮੇਨ ਪੁਆਇੰਟ ਸੀ। ਮੈਨੂੰ ਲੱਗਾ ਕਿ ਮੈਂ ਸਮੇਂ ਬਹੁਤ ਜ਼ਿਆਦਾ ਲੈ ਲਿੱਤਾ ਇਸ ਜਲਦੀ ਦੇ ਵਿੱਚ, ਇਹ ਪੁਆਇੰਟ ਮੈਂ ਮਿਸ ਕਰ ਗਈ ਸੀ। ਸੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕਿ ਜਦੋਂ ਅਸੀਂ ਇਹ ਅਨਾਜ ਖਾਂਦੇ ਹਾਂ ਤੇ ਮੇਰਾ ਆ ਇੱਕ ਸੈੱਲ ਹੈਲਦੀ ਨਹੀਂ ਹੁੰਦਾ, ਮੇਰੇ ਅੰਦਰ ਦਾ ਹਰ ਇੱਕ ਆਕਾਰ ਜਿਹੜਾ ਹੈ ਉਹ ਵੀ ਉਸ ਨਿਊਟ੍ਰੀਸ਼ਨ ਨੂੰ, ਉਹ ਵੀ ਸਤ ਸੰਤੋਖ ਦੇ ਉਸ ਭੋਜਨ ਨੂੰ ਇੰਜੋਏ ਕਰਦਾ। ਭੈਣ ਜੀ ਮੈਂ ਇੱਥੇ ਇੱਕ ਗੱਲ ਕਹਿ ਦਵਾਂ, ਮੈਂ ਬਿਲਕੁਲ 1 ਸੈਕਿੰਡ ਦੇ ਵਿੱਚ, ਜੇ ਅੰਦਰਲਾ ਆਕਾਰ ਬਣ ਗਿਆ ਸਾਡਾ ਗੁਰਮਤਿ ਦੇ ਮੁਤਾਬਕ, ਫਿਰ ਤੀਜੇ ਪਾਤਸ਼ਾਹ ਇੱਕ ਤਾਂ ਸਾਨੂੰ ਸਮਝਾਉਂਦੇ ਆ, ਕਹਿੰਦੇ ਸੱਚ ਵੇਲਾ ਮੂਰਤ ਸੱਚ, ਜਿਤ ਸੱਚੇ ਨਾਲ ਪਿਆਰ, ਸੱਚ ਵੇਖਣਾ, ਸੱਚ ਬੋਲਣਾ, ਸੱਚਾ ਸਭ ਆਕਾਰ। ਜੀ ਸਾਰਾ ਸਿਸਟਮ ਸਾਡਾ ਅੰਦਰਲਾ ਓਵਰਹਾਲ ਹੋ ਜਾਂਦਾ ਜੀ। ਬਿਲਕੁਲ ਜੀ, ਹਾਂ ਇਹ ਤਾਂ ਬਿਲਕੁਲ ਸਹੀ ਗੱਲ ਹੀ, ਤੁਸੀਂ ਵੀ ਉਹੀ ਗੱਲ ਕਹਿ ਰਹੇ ਹੋ ਜੋ ਗੁਰਬਾਣੀ ਵਿੱਚ ਪਾਤਸ਼ਾਹ ਨੇ ਸਾਨੂੰ, ਸੱਚ ਵੇਖਣਾ, ਸੱਚ ਬੋਲਣਾ, ਸੱਚਾ ਸਭ ਆਕਾਰ ਆ ਹੀ ਜਾਏਗਾ। ਕਿਉਂਕਿ ਮਨ ਜਦੋਂ ਗੁਣਾ ਦਾ ਭੋਜਨ ਕਰੇਗਾ ਨਾ, ਉਹਦਾ ਵੇਖਣਾ, ਮਨ ਦਾ ਵੇਖਣਾ, ਉਸਨੂੰ ਉਹ ਹੈ ਨਾ ਬਾਹਰ ਪਰਾਏ ਬੈਸਣਾ, ਉਹ ਲੋਕਾਂ ਦੇ ਚੀਜ਼ਾਂ ਨੂੰ ਦੇਖ ਦੇਖ ਕੇ ਪਰੇਸ਼ਾਨ ਨਹੀਂ ਹੋਏਗਾ। ਸੱਚ ਬੋਲਣਾ, ਉਹਨੂੰ ਫਿਰ ਸੱਚ ਬੋਲਣਾ ਵੀ ਆ ਜਾਏਗਾ, ਤੇ ਸੱਚ ਸਭ ਆਕਾਰ, ਉਹਨੂੰ ਆਪਣੇ ਬਾਰੇ ਵੀ ਸੱਚ, ਲੋਕਾਂ ਬਾਰੇ ਸੱਚ ਨਹੀਂ ਬੋਲਣਾ ਕਿ ਹਾਂ ਬਈ ਉਹ ਇਸ ਤਰ੍ਹਾਂ ਦਾ, ਉਹ ਜਿਹੜਾ ਬਾਹਰ ਵਾਲਾ ਜਿਹੜਾ ਅਸੀਂ ਸੱਚ ਜਿਹੜਾ ਹੈ ਨਾ, ਜਦੋਂ ਅਸੀਂ ਬੋਲਦੇ ਹਾਂ ਉਹ ਲੜਾਈ ਹੋ ਸਕਦੀ ਹੈ, ਪਰ ਆਪਣਾ ਸੱਚ ਬੋਲਣਾ ਤੇ ਉਸਨੂੰ ਆ ਜਾਏਗਾ ਕਿ ਹਾਂ ਮੇਰੀ ਆਹ ਲਿਮਿਟੇਸ਼ਨ ਹੈ, ਮੈਂ ਇਸ ਤੋਂ ਅੱਗੇ, ਹੁਣ ਮੈਂ ਅਗਰ ਆਪਣੀ ਗੱਲ ਬੋਲਾਂ ਕਿ ਮੇਰੇ ਕੋਲ ਟੈਕਨੋਲੋਜੀ, ਮੈਨੂੰ ਇਹ ਸਲਾਈਡ ਸ਼ੋਜ਼ ਐਂਡ ਇਹ ਸਲਾਈਡ ਸ਼ੇਅਰਿੰਗ ਸਿੱਖਣੀ ਪੈਣੀ ਹੈ, ਕਿਉਂਕਿ ਹਾਲੇ ਤੱਕ ਮੈਨੂੰ ਨਹੀਂ ਆਉਂਦੀ ਹੈ, ਤਾਂ ਇਹ ਸੱਚ ਬੋਲਣਾ ਜਿਹੜਾ ਹੈ, ਇਹ ਵੀ ਮੈਨੂੰ ਉਸ ਸੱਚ, ਉਹੀ ਧਨ ਅਨਾਦ ਖਾਣ ਤੋਂ ਬਾਅਦ ਹੀ ਮੈਨੂੰ ਇਹ ਸਮਝ ਆਏ। ਜਿਹੜੀਆਂ ਤੁਸੀਂ ਵੀ ਜਿਹੜੀਆਂ ਗੱਲਾਂ ਜਿਹੜੀਆਂ ਤੁਸੀਂ ਕਹਿ ਰਹੇ ਹੋ ਗੁਰਬਾਣੀ ਦੀਆਂ, ਔਰ ਜਿਹੜੀ ਤੁਸੀਂ ਇਸ ਵਿਸ਼ੇ ਨੂੰ ਇਲੈਬੋਰੇਟ ਕਰ ਰਹੇ ਹੋ, ਇਹ ਸੱਚਮੁੱਚ ਉਹੀ ਹੈ। ਤੀਸਰੇ ਪਾਤਸ਼ਾਹ ਵੀ ਉਸੇ ਅਨਾਜ ਦੀ ਹੀ ਗੱਲ ਕਰ ਰਹੇ ਨੇ ਵੀਰ ਜੀ। ਠੀਕ ਹੈ, ਡਾਕਟਰ ਸਰਬਜੀਤ ਸਿੰਘ ਜੀ ਪਲੀਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਮਨਪ੍ਰੀਤ ਕੌਰ ਜੀ ਨੇ ਬਹੁਤ ਸੋਹਣਾ ਟੌਪਿਕ ਵੀ ਲਿਆ ਵਾ, ਔਰ ਅੱਜ ਵੀ ਲੋੜ ਵੀ ਹੈਗੀ ਅੱਜ ਦੇ ਸਮੇਂ ਵਿੱਚ ਸਾਨੂੰ ਕਿ ਆਪਣੇ ਮਨ ਦੀ ਭੁੱਖ ਜਿਹੜੀ ਹੈਗੀ ਆ ਉਹ ਪਹਿਲਾਂ ਦੂਰ ਕਰਨੀ ਹੈਗੀ ਆ। ਕਿਉਂਕਿ ਸ਼ਹਿਰ ਰਸਤੇ ਵੀ ਅਸੀਂ ਅਕਸਰ ਪੜ੍ਹਦੇ ਹਾਂ, ਸਾਚੇ ਨਾਮ ਕੀ ਲਾਗੇ ਭੂਖ, ਤਿਤ ਭੁੱਖੇ ਖਾਏ ਚੱਲੀਏ ਦੁੱਖ। ਕਿਉਂਕਿ ਸਾਰੇ ਜਿਹੜੇ ਦੁੱਖ ਜਿਹੜੇ ਹੈਗੇ ਆ ਉਹ ਦੂਰ ਹੋ ਜਾਂਦੇ ਹੈਗੇ ਆ।
ਇਹ 'ਚ ਕੋਈ ਸ਼ੱਕ ਨਹੀਂ। ਭੈਣ ਜੀ ਨੇ ਬਹੁਤ ਸੋਹਣੀਆਂ ਉਦਾਹਰਨਾਂ ਵੀ ਦਿੱਤੀਆਂ ਹੈਗੀਆਂ ਵਾ। ਥਾਲ ਵੇ ਤਿੰਨ ਵਸਤੂ ਪਇਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕਰ ਕਾ ਪਇਓ, ਜਿਸ ਕਾ ਸਭ ਸੁਧਾਰੋ। ਉਹ ਸਾਰੀਆਂ ਉਦਾਹਰਨਾਂ ਬਿਲਕੁਲ ਸਾਨੂੰ ਸਪਸ਼ਟ ਕਹਿੰਦੀਆਂ ਕਿ ਹਾਂ ਮਨ ਦੀ ਭੁੱਖ ਦੂਰ ਕਰਨੀ ਹੈਗੀ ਆ। ਪਰ ਇੱਕ ਚੀਜ਼ ਦਾ ਥੋੜਾ ਨਾ ਧਿਆਨ ਇੱਥੇ ਵੀ ਰੱਖਣਾ ਹੈਗਾ ਵਾ ਕਿ ਤਨ ਦੀ ਭੁੱਖ ਦੀ ਵੀ ਜਿਹੜੀ ਹੈਗੀ ਉਹਦਾ ਵੀ ਧਿਆਨ ਰੱਖਣਾ ਹੈਗਾ ਵਾ। ਬੇਸਿਕਲੀ ਵੇਖਿਆ ਜਾਵੇ ਤੇ ਭੈਣ ਜੀ ਨੇ ਜਿਹੜਾ ਮੇਨ ਸ਼ਬਦ ਲਿਆ ਵਾ ਉਹ ਸਟਾਰਟਿੰਗ ਉਹਦਾ ਤਨ ਦੀ ਭੁੱਖ ਤੋਂ ਹੈਗਾ ਵਾ ਸੰਬੰਧਿਤ, ਕਿ ਲੋਕੀ ਵਰਤ ਰੱਖਦੇ ਸੀਗੇ ਔਰ ਇਸੇ ਕਰਕੇ ਲੋਕਾਂ ਨੂੰ ਕਿਹਾ ਗਿਆ ਵੀ ਜੇ ਵਰਤ ਰੱਖ ਲੋਗੇ, ਆਪਣੇ ਸਰੀਰ ਨੂੰ ਤੁਸੀਂ ਕਸ਼ਟ ਦੇ ਲੋਗੇ, ਉਹਦੇ ਨਾਲ ਤੁਹਾਡਾ ਮਨ ਦਾ ਜਿਹੜਾ ਸੁਧਾਰ ਉਹ ਨਹੀਂ ਰੁਕਣਾ। ਜਿਹੜਾ ਹੈਗਾ ਸੋਚੇ ਸੋਚ ਨਾ ਹੋਵੇ, ਜੇ ਭੁੱਖੇ ਭੁੱਖ ਨਾ ਉਕਰੀ ਜਾਣ, ਬੰਨਾ ਪੁਰੀਆਂ ਪਾਰ, ਉਹ ਸਾਰੀਆਂ ਚੀਜ਼ਾਂ ਕਰਦੀਆਂ ਕਿ ਅਸੀਂ ਸਰੀਰਕ ਕਿਰਿਆਵਾਂ ਨੂੰ ਕਰਕੇ ਉਹਨੂੰ ਮਨ ਦੀ ਕਿਰਿਆਵਾਂ ਸਮਝ ਨਹੀਂ ਸਕਦੇ। ਮਨ ਦੀ ਕਿਰਿਆਵਾਂ ਵਾਸਤੇ ਸਾਨੂੰ ਵੱਖਰੀਆਂ ਕਰਨੀਆਂ ਪੈਣੀਆਂ ਵਾ। ਔਰ ਇੱਥੇ ਵੀ ਵੇਖਿਆ ਜਾਵੇ ਨਾ ਸ਼ਬਦ ਇਹ ਦੋਵੇਂ ਪਾਸੇ ਚੱਲ ਰਿਹਾ ਹੈਗਾ ਵਾ। ਤਨ ਦੀ ਭੁੱਖ ਵੱਲ ਵੀ ਚੱਲ ਰਿਹਾ ਤੇ ਮਨ ਦੀ ਭੁੱਖ ਵੱਲ ਵੀ ਚੱਲ ਰਿਹਾ ਹੈਗਾ ਵਾ। ਔਰ ਦੋਵੇਂ ਚੀਜ਼ਾਂ ਪੂਰੀਆਂ ਕਰ ਰਹੀਆਂ ਵਾ। ਕਬੀਰ ਸਾਹਿਬ ਇਹ ਕਰੇ ਪੂਰੀਆਂ ਕਰਨੀਆਂ, ਨਾ ਕਿ ਅਸੀਂ ਜਿਹੜਾ ਗਾ ਉਹਨਾਂ ਨੂੰ ਖਤਮ ਕਰਨਾ। ਕਿਉਂਕਿ ਜੇ ਵਰਤ ਰੱਖਦੇ ਆ ਉਦੋਂ ਤੁਸੀਂ ਅੰਨ ਨਹੀਂ ਖਾਂਦੇ, ਲੇਕਿਨ ਗੁਰੂ ਮਹਾਰਾਜ ਇੱਥੇ ਕੀ ਕਰ ਰਹੇ ਕਿ ਅੰਨ ਤੁਸੀਂ ਖਾਣਾ ਹੈਗਾ ਮਨ ਦੇ ਵਾਸਤੇ ਵੀ। ਥਾਲ ਵਿੱਚ ਤਿੰਨ ਵਸਤੂ ਪਏ ਸਤ ਸੰਤੋਖ ਵਿਚਾਰੋ। ਤੋ ਇਸ ਕਰ ਜਿਸ ਤਰ੍ਹਾਂ ਵੇਖਿਆ ਜਾਓ ਦੀ ਪੰਕਤੀ ਇੱਥੇ ਵਗ ਰਿਹਾ, ਆਦ ਪੁਰਖ ਤੇ ਹੋਏ ਅਨਾਦ, ਜਪੀਏ ਨਾਮ ਅੰਨ ਕੈ ਸਾਧ। ਨਾਮ ਨੂੰ ਜਪਣਾ ਅੰਨ ਦੇ ਸਵਾਦ ਦੇ ਨਾਲ। ਹੁਣ ਇੱਥੇ ਅਸੀਂ ਜਿਹੜਾ ਹੈਗਾ ਸਰੀਰਕ ਅੰਨ ਨੂੰ ਜਿਹੜਾ ਹੈਗਾ ਉਹ ਬਿਲਕੁਲ ਰਿਜੈਕਟ ਨਹੀਂ ਕਰ ਸਕਦੇ। ਇੱਥੇ ਦੋਵੇਂ ਚੀਜ਼ਾਂ ਪੈਰਲਲ ਚੱਲ ਰਹੀਆਂ ਹੈਗੀਆਂ, ਕਿਉਂਕਿ ਸਰੀਰ ਨੂੰ ਵੀ ਬਿਲਟ ਕਰਨਾ, ਜਿਸ ਤਰ੍ਹਾਂ ਹੁਕਮੀ ਹੋਵਨ ਆਕਾਰ ਹੁਕਮ ਨਾ ਕਿਹਾ ਜਾਈ, ਉਹ ਕਾਰ ਵਾਸਤੇ ਸਾਨੂੰ ਜਿਹੜਾ ਹੈਗਾ ਸਰੀਰ ਵਾਸਤੇ ਕੋਈ ਨਾ ਕੋਈ ਭੋਜਨ ਖਾਣਾ ਪੈਣਾ ਵਾ। ਇਹ ਨਹੀਂ ਕਿ ਅਸੀਂ ਭੋਜਨ ਛੱਡ ਨਹੀਂ ਸਕਦੇ। ਔਰ ਜਿਹੜਾ ਦੂਸਰਾ ਜਿਹੜਾ ਗੱਲ ਹੈਗਾ ਮਨ ਦਾ ਵੀ ਜਿਹੜਾ ਹੈਗਾ ਵਾ, ਅਗਰ ਮਨ ਦੀ ਡਾਇਰੈਕਸ਼ਨ ਠੀਕ ਨਹੀਂ, ਸਾਡੇ ਜਿਹੜੇ ਸਾਰੇ ਸੈਲਸ ਹੈਗੇ ਆ ਉਹਨਾਂ ਦੀ ਡਾਇਰੈਕਸ਼ਨ ਗਲਤ ਹੋ ਗਈ, ਉਹਨਾਂ ਨੂੰ ਸਿਗਨਲਸ ਗਲਤ ਮਿਲਣੇ ਸ਼ੁਰੂ ਹੋ ਗਏ ਔਰ ਮਨ ਦੇ ਸਿਗਨਲ ਉਹਨਾਂ ਦੇ ਗਲਤ ਸ਼ੁਰੂ ਹੋ ਗਏ, ਤਾਂ ਉਹਨਾਂ ਦੇ ਨਾਲ ਸਰੀਰ ਤੇ ਪ੍ਰਭਾਵ ਜਿਹੜੇ ਮਾਨਸਿਕ ਵੀ ਪੈਣੇ ਆ, ਸਰੀਰਕ ਵੀ ਪੈਣੇ, ਦੋਵੇਂ ਚੀਜ਼ਾਂ ਚੱਲਣੀਆਂ ਹੈਗੀਆਂ। ਇੱਥੇ ਕਰ ਥੋੜੀ ਜਿਹੀ ਮੈਂ ਚਾਹੂੰਗਾ ਕਿ ਇੱਥੇ ਦੋਵੇਂ ਚੀਜ਼ਾਂ ਸਾਨੂੰ ਵੇਖਣੀਆਂ ਪੈਣੀਆਂ। ਕਬੀਰ ਸਾਹਿਬ ਨਾ ਤੇ ਸਰੀਰ ਦਾ ਰਿਜੈਕਟ ਕਰ ਰਹੇ ਆ ਔਰ ਨਾ ਹੀ ਮਨ ਦਾ ਰਿਜੈਕਟ ਕਰ ਰਹੇ ਆ। ਦੋਵੇਂ ਹੀ ਚੀਜ਼ਾਂ ਸਾਨੂੰ ਨਾਲ ਨਾਲ ਚੱਲਣੀਆਂ ਪੈਣੀਆਂ, ਕਿਉਂਕਿ ਮਨ ਨੇ ਜਿਹੜਾ ਹੈਗਾ ਵਾ, ਸਾਡੇ ਮਨੁੱਖ ਦਾ ਸਰੀਰ ਨੇ ਹੈਗਾ ਵਾ, ਮਨ ਦੇ ਨਾਲ ਵੀ ਚੱਲਣਾ ਵਾ, ਤਨ ਦੇ ਨਾਲ ਵੀ ਚੱਲਣਾ ਵਾ। ਔਰ ਮਨ ਨੂੰ ਸਹੀ ਡਾਇਰੈਕਸ਼ਨ ਜਿਹੜੀ ਦੇਣੀ ਪੈਣੀ ਹੈਗੀ ਆ, ਉਹ ਥਾਲ ਵਿੱਚ ਤਿੰਨ ਵਸਤੂ ਨਾਲ ਦੇਣੀ ਹੈਗੀ ਆ, ਤਾਂ ਜੋ ਉਹਨੂੰ ਸਹੀ ਡਾਇਰੈਕਸ਼ਨ ਮਿਲ ਜੇ। ਉਸ ਦੇ ਨਾਲ ਅਸੀਂ ਤਨ ਵੀ ਖਾਵਾਂਗੇ, ਦੇ ਨਾਲ ਜੋ ਖਾਵਾਂਗੇ ਔਰ ਉਹਨੂੰ ਵਰਤਾਵਾਂਗੇ। ਕਿ ਅਸੀਂ ਕਿਸੇ ਮੌਲ 'ਚ ਵੀ ਜਾਂਦੇ ਆ, ਉਦੋਂ ਅਸੀਂ ਸੋਚਾਂਗੇ ਕਿ ਇਹ ਖਾਣਾ ਜਿਹੜਾ ਹੈਗਾ ਵਾ ਬਾਬਾ ਹੋਰ ਖਾਣਾ ਖੁਸ਼ੀ ਖਵਾ ਜਿਤ ਖਾਦੇ ਤਨ ਪੀੜੀਏ ਮਨ ਮੈਂ ਚਲੇ ਵਿਕਾਰ, ਉਸ ਦੇ ਅਨੁਸਾਰ ਫਿੱਟ ਬੈਠਦਾ ਕਿ ਨਹੀਂ, ਫਿਰ ਤਾਂ ਅਸੀਂ ਖਾਵਾਂਗੇ। ਜੇ ਨਹੀਂ ਤੇ ਫਿਰ ਅਸੀਂ ਰਿਜੈਕਟ ਕਰ ਦਾਂਗੇ ਉਹਨੂੰ, ਕਿਉਂਕਿ ਉੱਥੇ ਦੋਵੇਂ ਚੀਜ਼ਾਂ ਚੱਲਣੀਆਂ ਹੈਗੀਆਂ। ਸਾਡੇ ਅਸੀਂ ਸਰੀਰ ਨੂੰ ਵੀ ਚਲਾਉਣਾ ਵਾ, ਮਨ ਨੂੰ ਵੀ ਚਲਾਉਣਾ ਵਾ, ਤਾਂ ਹੀ ਸਾਡਾ ਮਨੁੱਖਾ ਜਿਹੜਾ ਹੈਗਾ ਮਨ ਵੀ ਬਲਵਾਨ ਹੋ ਸਕਦਾ ਔਰ ਸਰੀਰ ਵੀ ਬਲਵਾਨ ਹੋ ਸਕਦਾ, ਤਾਂ ਹੀ ਇਸ ਦੁਨੀਆ ਵਿੱਚ ਜਿਹੜਾ ਹੈਗਾ ਸਫਲ ਜੀਵਨ ਬਿਤਾ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਭੈਣ ਜੀ, ਕੋਈ ਕਮੈਂਟ ਦੇ ਦੋਨੋਂ ਪਾਸੇ ਜੀ ਵੀਰ ਡਾਕਟਰ ਜੀ, ਮੈਂ ਸਾਹਿਬ ਨੇ ਦੋਨੋਂ ਪਾਸੇ ਚੱਲੀਏ। ਮੈਂ ਇੱਥੇ ਇਹ ਕਹਿਣਾ ਚਾਹੁੰਦੀ ਹਾਂ, ਇਹ ਤਾਂ ਇੱਕ ਮੈਂ ਸਟਾਰਟਿੰਗ ਤੋਂ ਹੀ ਗੱਲ ਸ਼ੁਰੂ ਕੀਤੀ ਸੀ। ਬੱਚਾ ਜਦੋਂ ਜਨਮ ਲੈਂਦਾ ਨਾ, ਜਨਮ ਲੈਣ ਤੋਂ ਬਾਅਦ ਹੀ ਉਹਦੀ ਖਾਣ ਦੀ ਮੰਗ ਉਹ ਇਨਬਿਲਟ ਹੈ। ਇਸ ਬਾਡੀ ਨੂੰ ਜਦੋਂ ਵੀ એનર્ਜੀ ਚਾਹੀਦੀ ਹੈ, ਉਸਨੇ ਹੋ ਸਕਦਾ ਹੈ ਮੈਂ ਜਿਹੜਾ ਖਾਣਾ ਖਾਇਆ ਉਹ ਇਤਨਾ ਫੈਟ ਐਂਡ ਇਤਨਾ ਕੈਲੋਰੀਜ਼ ਵਾਲਾ ਹੈ ਕਿ ਹੋ ਸਕਦਾ ਮੈਨੂੰ 7 ਤੋਂ 8 ਘੰਟੇ ਮੈਨੂੰ ਭੁੱਖ ਨਾ ਲੱਗੇ। ਐਂਡ ਕਈ ਵਾਰੀ ਅਸੀਂ ਐਸਾ ਖਾਣਾ ਜਿਹੜਾ ਵਾਟਰੀ ਹੈ, ਜੋ ਸੈਲਡ ਹੈ, ਜੋ ਸਿਰਫ ਫਰੂਕਟੋਜ਼ ਹੈ, ਜਦੋਂ ਅਸੀਂ ਉਹ ਖਾਂਦੇ ਆ ਤੇ ਸਾਨੂੰ ਘੰਟੇ ਬਾਅਦ, ਕਿਉਂਕਿ ਹਰ ਖਾਣੇ ਦਾ ਡਾਈਜੈਸ਼ਨ ਦਾ ਟਾਈਮ ਜਿਹੜਾ ਹੈ ਉਹ ਅੱਡ-ਅੱਡ ਹੈ, ਕਿਉਂਕਿ ਜਿਨ੍ਹਾਂ ਜ਼ਿਆਦਾ ਫਾਈਬਰ ਹੈ ਜਾਂ ਕੰਪਲੈਕਸ ਕਾਰਬੋਹਾਈਡਰੇਟਸ ਨੇ, ਜਦੋਂ ਅਸੀਂ ਉਹ ਆਪਣੇ ਖਾਣੇ ਵਿੱਚ ਜਦੋਂ ਸ਼ਾਮਿਲ ਕਰਦੇ ਹਾਂ ਤੇ ਉਹ ਖਾਣਾ ਜਿਹੜਾ ਹੈ ਉਹ 4-5 ਘੰਟੇ ਤੋਂ ਬਾਅਦ ਸਾਨੂੰ ਭੁੱਖ ਲੱਗ ਜਾਂਦੀ ਹੈ। ਕੋਈ ਖਾਣਾ ਐਸਾ ਹੁੰਦਾ 7-8 ਘੰਟੇ, ਔਰ ਕੋਈ ਖਾਣਾ ਐਸਾ ਹੁੰਦਾ ਕਿ ਸਾਨੂੰ ਘੰਟੇ ਬਾਅਦ ਹੀ ਜਿਹੜੀ ਹੈ ਭੁੱਖ ਲੱਗ ਜਾਂਦੀ ਹੈ। ਅੱਜ ਮਾਰਕੀਟ ਦੇ ਅੰਦਰ ਜਿੰਨੇ ਵੀ ਪੈਕਡ ਪ੍ਰੋਸੈਸਡ ਚਿਪਸ, ਮੈਗੀਜ਼, ਇਹ ਜਿਹੜੇ ਖਾਣੇ ਨੇ ਨਾ, ਇਹਨਾਂ ਦੇ ਵਿੱਚ ਅੱਜ ਇਸ ਤਰ੍ਹਾਂ ਦੇ ਸਾਲਟਸ ਜਿਹੜੇ ਨੇ ਉਹ ਮਿਕਸ ਕੀਤੇ ਜਾ ਰਹੇ ਨੇ ਕਿ ਤੁਸੀਂ ਆਪਣੇ ਆਪ ਨੂੰ ਰੋਕ ਹੀ ਨਹੀਂ ਸਕਦੇ। ਤੁਹਾਡੀ ਭੁੱਖ ਵਧਾਉਣ ਵਾਸਤੇ ਜਿੰਨੇ ਵੀ ਪ੍ਰੋਸੈਸਡ ਪ੍ਰੀਜ਼ਰਵੇਟਿਵਸ ਵਾਲੇ ਜਿਹੜੇ ਖਾਣੇ ਆ ਰਹੇ ਨੇ, ਜਿਸ ਨੂੰ ਫਾਸਟ ਫੂਡ, ਮੈਗੀ ਐਂਡ ਪੈਕਡ ਫੂਡ, ਜਿਨ੍ਹਾਂ ਵਿੱਚ ਇਹ
ਖਾਣਾ ਅੱਜ ਸਾਡੀ ਸਾਈਕੋਲੋਜੀ, ਸਾਡੇ ਬ੍ਰੇਨ ਦੇ ਵਿੱਚ ਇਸ ਤਰ੍ਹਾਂ ਦੀ ਚੀਜ਼ਾਂ ਪੈਦਾ ਕਰਦਾ ਹੈ ਕਿ ਸਾਨੂੰ ਹੋਰ ਭੁੱਖ ਲੱਗੇ। ਸੋ ਇਹ ਸਰੀਰ ਦੀ ਭੁੱਖ ਤਾਂ ਇੱਕ ਜੰਮਦੇ ਗੁਰੂ ਪਾਤਸ਼ਾਹ ਨੇ ਹਮੇਸ਼ਾ 360 ਡਿਗਰੀ ਦੀ ਗੱਲ ਕੀਤੀ, ਇੱਕਦਮ ਹਰ ਇੱਕ ਚੀਜ਼ ਨੂੰ ਐਕਸਟ੍ਰੀਮ ਤਿਕਨ ਪਹੁੰਚਾਇਆ, ਕਿਉਂਕਿ ਮਨ ਨੇ ਸਚਿਆਰ ਬਣਨਾ ਹੈ, ਮਨ ਨੇ ਹਰਜਨ ਜੈਸਾ ਬਣਨਾ ਹੈ, ਮਨ ਨੇ ਹੀ ਜਿਹੜਾ ਹੈ ਉਹ ਖਾਲਸਾ ਬਣਨਾ ਹੈ। ਸੋ ਪੂਰਾ ਭੋਜਨ, ਜਦੋਂ ਮੈਂ ਇਸ ਤੋਂ ਪਹਿਲੇ ਵੀ ਇਹ ਗੱਲ, ਜਦੋਂ ਮਨ ਨੂੰ ਭੋਜਨ ਖਾਣਾ ਆ ਜਾਂਦਾ ਨਾ, ਤਾਂ ਫਿਰ ਉਸਨੂੰ ਬਾਹਰ ਦੀ ਇਸ ਤਨ ਦੀ ਪਲੇਟ ਸਜਾਣੀ ਵੀ ਬੜੀ ਅੱਛੀ ਆ ਜਾਂਦੀ ਹੈ। ਉਸਨੂੰ ਖੁਦ ਨੂੰ ਪਤਾ ਚੱਲ ਜਾਂਦਾ ਹੈ ਕਿ ਹੁਣ ਮੈਨੂੰ ਆ ਚੀਜ਼ ਨਹੀਂ ਖਾਣੀ ਹੈ। ਜਦੋਂ ਮਨ ਦਾ ਭੋਜਨ ਜਿਹੜਾ ਖਾਏਗਾ, ਪਰਫੈਕਟ ਭੋਜਨ ਖਾਏਗਾ, ਉਹ ਵੀ ਡੈਫੀਨੇਟਲੀ ਉਹ ਸਾਰੀਆਂ, ਕਿਉਂਕਿ ਸਰਬ ਰੋਗ ਕਾ ਔਖਦ ਨਾਮ, ਉਹ ਸਾਰੀ ਫਿਜ਼ੀਕਲ ਜਿੰਨੀਆਂ ਵੀ ਸਾਈਕੋਸੋਮੈਟਿਕ ਬਿਮਾਰੀਆਂ ਨੇ ਉਹ ਉਹਨਾਂ ਤੋਂ ਵੀ ਬਚ ਸਕਦਾ ਹੈ। ਗੁਰੂ ਪਾਤਸ਼ਾਹ ਨੇ ਹਮੇਸ਼ਾ ਜਿਹੜਾ ਵਿਜ਼ਨ ਬਖਸ਼ਿਆ ਨਾ, ਉਹ 360 ਡਿਗਰੀ ਦਾ ਬਖਸ਼ਿਆ। ਮਨ ਦਾ ਭੋਜਨ ਅਗਰ ਮੈਂ ਸਹੀ ਖਾ ਰਹੀ ਹਾਂ ਨਾ, ਤੇ ਮੈਨੂੰ ਤਨ ਦਾ ਭੋਜਨ ਆਟੋਮੈਟਿਕਲੀ ਉਸ ਪਲੇਟ ਨੂੰ ਸਵਾਰਨਾ ਜਿਹੜਾ ਹੈ ਨਾ, ਉਹ ਆ ਜਾਏਗਾ ਕਿ ਮੈਨੂੰ ਕਿੱਥੇ ਸਟਾਪ ਲਗਾਉਣਾ ਹੈ, ਕਿਹੜਾ ਖਾਣਾ ਖਾਣਾ ਹੈ, ਇਹ ਵੀ ਮੈਨੂੰ ਉਦੋਂ ਹੀ ਪਤਾ ਚੱਲਦਾ ਹੈ। ਸੋ ਪਰ ਸਭ ਤੋਂ ਵੱਡੀ ਗੱਲ ਹੈ ਕਿ ਮਨ ਨੂੰ, ਜਦੋਂ ਅੱਜ ਜਿਹੜੇ ਡਿਪਰੈਸ਼ਨ ਐਂਡ ਐਂਜ਼ਾਈਟੀ ਵਾਲੇ ਪੇਸ਼ੈਂਟ ਨੇ ਨਾ, ਉਹ ਬਾਰ-ਬਾਰ ਓਵਰ ਈਟਿੰਗ ਕਰਦੇ ਨੇ, ਕਿਉਂਕਿ ਖਾਣਾ ਮੋਮੈਂਟਰੀ ਪਲੇਜ਼ਰ ਦਿੰਦਾ ਹੈ। ਸਾਨੂੰ ਨਹੀਂ ਸਮਝ, ਅੱਜ ਓਬੈਸਿਟੀ, ਅੱਜ ਉਹ ਲੋਕ ਓਵਰ ਈਟਿੰਗ ਨਾਲ ਜ਼ਿਆਦਾ ਮਰ ਰਹੇ ਨੇ, ਹਨਾ। ਉਹ ਓਵਰ ਈਟਿੰਗ ਦੋਨੋਂ ਪੱਖੋਂ ਹੈ। ਉਹ ਓਵਰ ਈਟਿੰਗ ਤਨ ਦੇ ਪੱਖ ਤੋਂ ਵੀ ਪਹਿਲੇ ਮਨ ਦੇ ਪੱਖ ਤੋਂ ਹੈ, ਕਿਉਂਕਿ ਮਨ ਨੇ ਓਵਰ ਈਟਿੰਗ ਕੀਤੀ, ਮਨ ਨੇ ਨੈਗੇਟਿਵ ਵਿਚਾਰ ਇਤਨੇ ਲੈ ਲਿੱਤੇ ਕਿ ਉਹ ਤਨ ਦੇ, ਉਸਨੂੰ ਤਨ ਦੀਆਂ ਇਤਨੀਆਂ ਬਿਮਾਰੀਆਂ ਦਿੱਤੀਆਂ ਕਿ ਉਹਨੂੰ ਅੰਦਰ ਐਸਾ ਸਮਝ ਨਹੀਂ ਆਈ ਕਿ ਉਸਨੇ ਬਾਹਰ ਦੇ ਖਾਣੇ ਦੇ ਨਾਲ ਆਪਣੇ ਆਪ ਨੂੰ ਖੁਸ਼ ਕਰਨਾ ਸ਼ੁਰੂ ਕੀਤਾ। ਰਿਜ਼ਲਟ ਇਹ ਹੋਇਆ ਕਿ ਉਸਨੂੰ ਬਹੁਤ ਸਾਰੀਆਂ ਜਿਹੜੀਆਂ ਨੇ ਉਹ ਬਿਮਾਰੀਆਂ ਜਿਹੜੀਆਂ ਉਹ ਲੱਗ ਗਈਆਂ। ਸੋ ਗੁਰਬਾਣੀ, ਪਹਿਲੀ ਗੱਲ, ਤਨ ਮਨ ਸੁਧਰੇਗਾ ਤੇ ਆਟੋਮੈਟਿਕਲੀ ਤਨ ਜਿਹੜਾ ਹੈ ਉਹ ਆਟੋਮੈਟਿਕਲੀ ਰਾਈਟ ਟਰੈਕ ਤੇ ਆ ਹੀ ਜਾਂਦਾ। ਜੀ ਵੀਰ ਜੀ। ਐਨੀਬਡੀ ਜੀ? ਹੈਂਡ ਰੇਜ਼ ਤਾਂ ਕਿਸੇ ਦਾ ਨਹੀਂ ਹੈ। I think we don't have any more questions. Amy, I don't know Dr. who's Saab. putting his hand up with Amy. Ranjit Singh ji, ਤੁਸੀਂ ਪਹਿਲੇ ਕਰੋ। ਬੇਨਤੀ ਹੈ ਕਿ ਜਿਹੜੀ ਭੈਣ ਜੀ ਦੀ ਤੁਕਾਂ ਨੇ ਉਹ ਕਰੋ WhatsApp ਤੇ ਸ਼ੇਅਰ ਕਰ ਦੇਣ ਤੁਹਾਡੇ ਨਾਲ, ਤਾਂ ਤੁਸੀਂ ਸਾਡੇ ਨਾਲ। ਓਕੇ ਜੀ, ਭੈਣ ਜੀ ਨੇ ਸ਼ੇਅਰ ਕਰ ਦਿੱਤੀ, ਅਸੀਂ ਅੱਗੇ ਸ਼ੇਅਰ ਕਰ ਦਿਆਂਗੇ ਜੀ। ਜ਼ਰੂਰ ਜ਼ਰੂਰ ਮੈਂ ਸ਼ੇਅਰ ਕਰ ਦੂੰਗੀ ਵਿੱਚ ਤੁਹਾਨੂੰ। ਵੈਸੇ ਤੁਹਾਨੂੰ ਰਿਕਾਰਡਿੰਗ ਆਈ ਜਾਣੀ ਹੈ, ਰਿਕਾਰਡਿੰਗ ਤੋਂ ਬਾਅਦ ਤੁਸੀਂ ਉਹਨੂੰ ਦੇਖ ਸਕਦੇ ਹੋ। ਅਸੀਂ ਸਾਰੇ ਜਣੇ, ਅਸੀਂ ਸਾਰੇ ਥੋੜੀ ਮਿਹਨਤ ਵੀ ਕਰਦੇ ਹਾਂ। ਸੌਖਾ ਕੰਮ ਲੱਭਦੇ ਆ ਨਾ। ਨਹੀਂ ਸੌਖਾ ਨਾ, ਥੋੜੇ ਜਿਹੇ ਔਖੇ ਹੋਵੋ ਸਾਰੇ ਜਣੇ। ਸਾਰੇ ਜਣੇ ਫਿਰ ਇੱਕ ਵਾਰੀ ਸਟੱਡੀ ਕਰੋ, ਆਪਾਂ ਮਿਹਨਤ ਕਰੀਏ ਸਾਰੇ ਜਣੇ। I think with the we will do it. We will do it. Amy, I don't know, please ਆਪਣੇ ਆਪ ਨੂੰ ਇੰਟਰੋਡਿਊਸ ਕਰਨਾ ਹੈ। ਤੁਸੀਂ ਹੈਂਡ ਰੇਜ਼ ਕੀਤਾ। I see you first time in this session. ਹਾਂਜੀ ਡਾਕਟਰ ਸਾਹਿਬ ਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਕੁਲਵੰਤ ਸਿੰਘ from Chicago। ਹਾਂਜੀ ਹਾਂਜੀ, ਥੈਂਕ ਯੂ। ਦੇ ਵਿੱਚ ਭੈਣ ਜੀ ਵਾਸਤੇ 2 ਕੁਐਸਚਨ ਜਿਹੜੇ ਆ ਉਹ ਪਾਏ ਨੇ, ਜੇ ਤੁਸੀਂ ਸ਼ੇਅਰ ਕਰ ਦਿਓ ਤੇ if she can share her perspective, I will be very grateful. ਚੈਟ ਦੇ ਵਿੱਚ ਪਾਏ। ਹਾਂਜੀ। What is the perceivable aspect of Omkar Naam and how can a seeker tap into it? Can you kindly elaborate your understanding of Shabad as a guru? So, A है जी question. ਡਾਕਟਰ ਪ੍ਰੋਫੈਸਰ ਤੁਸੀਂ ਫਿਰ ਤੋਂ ਜੇ ਹੋਰ ਐਕਸਪਲੇਨ ਕਰ ਦਿਓ ਤੇ ਚੰਗੀ ਗੱਲ ਆ। ਨਹੀਂ, ਭੈਣ ਜੀ ਨੇ 2-3 ਵਾਰੀ ਨਾਮ ਦੀ, ਓਂਕਾਰ ਦੀ ਗੱਲ ਕੀਤੀ ਸੀ, ਤੇ ਮੈਂ ਸਮਝਣਾ ਚਾਹਣਾ ਵੀ ਓਂਕਾਰ ਹੈ ਜਾਂ ਨਾਮ ਹੈ, ਉਹਦਾ ਪਰਸੀਵੇਬਲ ਐਸਪੈਕਟ ਕੀ ਹੈ, ਤੇ ਜੇ ਕੋਈ ਖੋਜੀ ਹੈ, ਜਗਿਆਸੂ ਹੈ, ਹਾਊ ਕੈਨ ਹੀ ਟੈਪ ਇਨਟੂ ਇਟ। ਤੇ ਦੂਜਾ, ਅਸੀਂ ਬਾਰ-ਬਾਰ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ, ਤੇ ਮੈਂ
ਮੈਂ ਚਾਹੁੰਦਾ ਵੀ ਵਾਟ ਇਜ਼ ਦੀ ਫੰਡਾਮੈਂਟਲ ਕੀ ਕਨਸੈਪਟ ਸ਼ਬਦ ਐਜ਼ ਦਾ ਗੁਰੂ, ਉਹਨਾਂ ਦੀ ਅੰਡਰਸਟੈਂਡਿੰਗ ਕੀ ਹੈ? ਠੀਕ ਹੈ। ਹਾਂਜੀ ਭੈਣ ਜੀ, any answer? ਹਾਂਜੀ, ਜਦੋਂ ਅਸੀਂ ਇੱਕ ਓਂਕਾਰ ਦੀ ਗੱਲ ਕਰਦੇ ਹਾਂ ਤੇ ਉੱਥੇ ਗੁਰਬਾਣੀ ਕਹਿੰਦੀ ਹੈ ਕਿ ਕਿਸੇ ਬਾਹਰ ਵਾਲੇ ਰੱਬ ਜੀ ਦੀ ਗੱਲ ਨਹੀਂ ਕਰਦੀ। ਇੱਕ ਓਂਕਾਰ ਜੋਤ ਦੀ ਜਦੋਂ ਗੱਲ ਹੁੰਦੀ ਹੈ, ਓਂਕਾਰ ਦੀ ਜਦੋਂ ਗੱਲ ਹੁੰਦੀ ਹੈ ਕਿ ਰੱਬ ਜੀ ਅੰਦਰ ਘਟ ਘਟ ਮੈਂ ਹਰਜੂ ਬਸੈ, ਹਨਾ। ਸਭੇ ਘਟ ਰਾਮ ਬੋਲੇ ਰਾਮਾ ਬੋਲੇ, ਸਭ ਗੋਬਿੰਦ ਹੈ ਸਭ ਗੋਬਿੰਦ ਹੈ। ਸੋ ਉੱਥੇ ਚਾਹੇ ਉਹ ਵੈਜੀਟੇਸ਼ਨ ਹੈ, ਚਾਹੇ ਉਹ ਐਨੀਮਲਸ ਨੇ, ਚਾਹੇ ਉਹ ਸਿੰਗਲ ਸੈੱਲ ਹੈ, ਤੇ ਚਾਹੇ ਉਹ ਸਾਡੇ ਵਾਂਗੂ ਮਨੁੱਖ ਜੂਨ ਦੀ ਗੱਲ ਕਰੀਏ, ਰੱਬ ਜੀ ਸਭ ਦੇ ਅੰਦਰ ਨੇ। ਐਂਡ ਇਸ ਕੁਦਰਤ ਨੇ, ਹਨਾ, ਸਿਰਫ ਮਨੁੱਖਤਾ ਜੀਆਂ ਦੀ ਘਾੜਤ ਘੜੀ ਹੈ, ਉਹਨਾਂ ਦੇ ਵਿੱਚ ਸਾਨੂੰ ਸਭ ਨੂੰ ਬਰਾਬਰ ਬਣਾਇਆ ਹੈ। ਅਗਰ ਅਸੀਂ ਮਨੁੱਖਤਾ ਦੀ ਗੱਲ ਕਰੀਏ ਤਾਂ ਸਾਨੂੰ ਸਭ ਨੂੰ, ਸੋ ਇੱਕ ਓਂਕਾਰ ਤੋਂ ਭਾਵ ਜਿਹੜਾ ਹੈ ਉਹ ਇਹੀ ਹੈ ਕਿ ਰੱਬ ਜੀ ਸਭ ਦੇ ਅੰਦਰ ਇੱਕ ਰਸ, ਹੁਕਮ ਦੇ ਰੂਪ ਵਿੱਚ, ਗੁਣਾ ਦੇ ਰੂਪ ਵਿੱਚ, ਰਜ਼ਾ ਦੇ ਰੂਪ ਵਿੱਚ, ਭਾਣੇ ਦੇ ਰੂਪ ਵਿੱਚ, ਮੀਨਸ ਇਸ ਯੂਨੀਵਰਸਲ ਲਾਅ ਦੇ ਰੂਪ ਵਿੱਚ ਹਰ ਇੱਕ ਦੇ ਅੰਦਰ ਪ੍ਰੈਜ਼ੈਂਟ ਨੇ। ਸਭ ਨੇ ਅੱਖਾਂ ਦੇ ਨਾਲ ਦੇਖਣਾ ਹੈ, ਸਭ ਨੇ ਰਸਨਾ ਤੋਂ ਬੋਲਣਾ ਹੈ, ਸਭ ਦਾ ਇੱਕੋ ਹੀ ਜਿਹੜਾ ਹੈ ਡਾਈਜੈਸ਼ਨ ਹੈ, ਅੰਦਰ ਦੇ ਹਰ ਇੱਕ ਐਕਸਕ੍ਰੀਟਰੀ, ਰੈਸਪੀਰੇਟਰੀ, ਸਰਕੂਲੇਟਰੀ, ਹਰ ਇੱਕ ਦੀ ਕਿਡਨੀਜ਼ ਨੇ ਐਕਸਕ੍ਰੀਟ ਕਰਨਾ। ਸੋ ਇਹ ਹੈ ਇੱਕ ਓਂਕਾਰ, ਉਸ ਓਂਕਾਰ ਦਾ ਵਿਸ਼ੇ। ਜਦੋਂ ਨਾਮ ਦੀ ਅਸੀਂ ਗੱਲ ਕਰਦੇ ਹਾਂ, the question is perceivable aspect, ਮੈਨੂੰ ਕਿੱਦਾਂ ਪਤਾ ਲੱਗੇ ਵੀ ਮੈਂ ਓਂਕਾਰ ਜਾਂ ਨਾਮ ਨਾਲ ਜੁੜਿਆ ਹੋਇਆ? How do you perceive it? ਇਹ ਤਾਂ ਵੀਰ ਜੀ ਜਦੋਂ ਅਸੀਂ ਸੈਲਫ ਰਿਅਲਾਈਜ਼ੇਸ਼ਨ ਕਰਾਂਗੇ ਨਾ, ਬੰਦੇ ਖੋਜ ਦਿਲ ਹਰ ਰੋਜ਼, ਤਾਂ ਹੀ ਸਾਨੂੰ ਪਤਾ ਚੱਲੇਗਾ। ਗੁਰਬਾਣੀ ਸਾਨੂੰ ਆਪਣਾ ਸੈਲਫ ਰਿਅਲਾਈਜ਼ੇਸ਼ਨ ਕਰਨ ਦੀ ਜਦੋਂ ਗੱਲ ਕਰਦੀ ਹੈ, ਤਾਂ ਜਦੋਂ ਅਸੀਂ ਸੈਲਫ ਰਿਅਲਾਈਜ਼ੇਸ਼ਨ ਕਰਾਂਗੇ ਤਾਂ ਹੀ ਸਾਨੂੰ ਪਤਾ ਚੱਲੇਗਾ। ਇਤਨਾ ਮਾਈਂਡ ਜਿਹੜਾ ਹੈ ਸਾਡਾ ਐਟ ਦਿਸ ਏਜ ਸਾਡਾ ਡਿਵੈਲਪ ਹੋ ਜਾਂਦਾ ਹੈ ਕਿ ਸਾਨੂੰ ਪਤਾ ਚੱਲ ਜਾਂਦਾ ਕਿ ਹਾਂ ਮੇਰੇ ਅੰਦਰ ਹੈਗੇ ਨੇ, ਮੈਂ ਪਰਸੀਵ ਕਰ ਸਕਦਾ, ਮੈਂ ਪਰਸੀਵ ਕੀਤਾ ਹੋਇਆ ਹੈ ਉਹਨਾਂ ਨੂੰ। ਕਿਉਂਕਿ ਅੰਦਰ ਹਰ ਇੱਕ ਚੀਜ਼, ਕਿਉਂਕਿ ਦੇਖੋ ਤੁਸੀਂ ਇਹ ਦੇਖੋ, ਮੈਂ ਸਾਹ ਆਪਣੇ ਆਪ ਨਹੀਂ ਲੈ ਰਹੀ, ਮੈਂ ਖਾਣਾ ਆਪਣੇ ਆਪ ਨਹੀਂ ਪਚਾ ਰਹੀ, ਮੈਂ ਖਾਣਾ ਆਪਣੇ ਆਪ ਨਹੀਂ ਐਕਸਕ੍ਰੀਟ ਕਰ ਰਹੀ। ਇਹ ਸਾਡੇ ਸਿਗਨਲਸ ਨੇ ਕਿ ਅਸੀਂ ਸੋ ਜਾਂਦੇ ਹਾਂ, ਫਿਰ ਵੀ ਸਾਨੂੰ ਨਹੀਂ ਦੇਖਣਾ ਪੈਂਦਾ ਕਿ ਮੈਂ ਸਾਹ ਲੈ ਰਹੀ ਹਾਂ ਕਿ ਨਹੀਂ ਲੈ ਰਹੀ। ਮੈਨੂੰ ਨਹੀਂ ਦੇਖਣਾ ਪੈਂਦਾ ਕਿ ਜਿਹੜਾ ਮੈਂ ਖਾਣਾ ਖਾਇਆ ਹੈ ਉਹ ਮੈਂ ਜਦੋਂ ਸਵੇਰੇ ਜਦੋਂ ਐਕਸਕ੍ਰੀਟਾਂ, ਇਹ ਸਾਰੀਆਂ ਚੀਜ਼ਾਂ ਨੇ ਕਿ ਮੇਰੇ ਅੰਦਰ ਰੱਬ ਜੀ ਵਸ ਰਹੇ ਨੇ, ਉਹਨਾਂ ਦਾ ਸਿਸਟਮ, ਉਹਨਾਂ ਦੇ ਲਾਜ਼, ਉਹਨਾਂ ਦਾ ਹੁਕਮ ਜਿਹੜਾ ਹੈ ਉਹ ਚੱਲ ਰਿਹਾ ਹੈ। ਕਾਫੀ ਡੀਪ ਚਲ ਜਾਣਾ ਡਾਕਟਰ ਸਾਹਿਬ ਨੂੰ, ਪ੍ਰੋਫੈਸਰ ਸਾਹਿਬ ਕਾਫੀ ਡੀਪ ਟॉपिक चल जाएगा। ਕੋਈ ਨਹੀਂ, ਅੰਡਰਸਟੈਂਡਿੰਗ ਹਰੇਕ ਦੀ ਆਪਣੀ ਆਪਣੀ ਆ, ਹਾਂਜੀ ਹਾਂ, ਇਹ ਤਾਂ ਹੈਗੇ ਆ। ਸੋ ਠੀਕ ਹੈ ਜੀ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਗੁਰਚਰਨ ਸਿੰਘ ਜੀ, ਤੁਸੀਂ ਫਿਰ ਤੋਂ ਹੈਂਡ ਰੇਜ਼ ਕੀਤਾ, ਪਲੀਜ਼। ਮੈਂ ਉਹ ਬੇਨਤੀ ਇਸੇ ਵਿਸ਼ੇ ਤੇ ਦੋ ਗੱਲਾਂ ਕਹਿਣੀਆਂ ਸਨ। ਜਿਹੜੀ ਵੀਰ ਜੀ ਨੇ ਪੁੱਛਿਆ ਸੀ ਵੀ ਕਿਵੇਂ ਰਿਅਲਾਈਜ਼ ਹੋਵੇ ਵੀ ਇੱਕ ਓਂਕਾਰ ਨੂੰ ਮੈਂ ਦੇਖ ਲਿਆ ਜਾਂ ਮੈਨੂੰ ਪਤਾ ਲੱਗ ਗਿਆ। ਸਿੰਪਲ ਕਨਸੈਪਟ ਹੈ, ਜਦੋਂ ਰੱਬ ਜੀ ਨੂੰ ਆਪਣੇ ਅੰਦਰੋਂ ਅਸੀਂ ਕਿਵੇਂ ਰਿਅਲਾਈਜ਼ ਕਰਾਂਗੇ, ਜਦੋਂ ਉਹਨੂੰ ਸਾਰੇ ਪਾਸੇ ਦੇਖਾਂਗੇ, ਹਰ ਕੁਦਰਤ ਵਿੱਚ, ਹਰ ਬੰਦੇ ਵਿੱਚ, ਹਰ ਨੇਚਰ ਦੇ ਵਿੱਚ। ਕਿਸੇ ਨੂੰ ਮੈਂ ਨਫ਼ਰਤ ਨਹੀਂ ਕਰਦਾ, ਕਿਸੇ ਨੂੰ ਮੈਂ ਜੈਲਸ ਨਹੀਂ ਕਰਦਾ, ਤਾਂ ਉਹ ਰਿਅਲਾਈਜ਼ੇਸ਼ਨ ਆਪਣੇ ਆਪ ਹੋ ਗਈ, ਉਹ ਅੰਦਰ ਹੈਗੀ ਹੈ ਤੇ ਮੈਂ ਉਹਨੂੰ ਬਾਹਰ ਵੀ ਰਿਅਲਾਈਜ਼ ਕਰ ਰਿਹਾ ਹੈਗਾ। ਪਰਮਾਤਮਾ ਦੇ ਗੁਣ ਜਿੰਨੇ ਆਉਣਗੇ ਉਨੀ ਰਿਅਲਾਈਜ਼ੇਸ਼ਨ ਤੁਹਾਨੂੰ ਆਪਣੇ ਆਪ ਨਜ਼ਰ ਆਵੇਗੀ। ਮਿਹਰਬਾਨੀ ਜੀ। ਠੀਕ ਹੈ ਜੀ, ਥੈਂਕ ਯੂ ਜੀ। I think ਭੈਣ ਜੀ ਨੇ ਜਾਣਾ and we can continue, ਕਿਉਂਕਿ ਤੁਹਾਡੇ ਕੋਲ ਟਾਈਮ ਹੈਗਾ ਕਿ ਜਾਣਾ ਤੁਸੀਂ ਭੈਣ ਜੀ? ਨਹੀਂ ਹਾਲੇ ਅਸੀਂ ਕੰਟੀਨਿਊ ਕਰ ਸਕਦੇ ਹਾਂ, ਕੋਈ ਐਸੀ ਗੱਲ ਨਹੀਂ ਹੈ। ਅੱਛਾ, ਓਕੇ। ਐਨੀਬਾਡੀ ਜੀ ਕੁਐਸਚਨ ਕਿਸੇ ਦਾ ਹੋਵੇ ਪਲੀਜ਼ ਰੇਜ਼ ਕਰ ਦੇਵੇ ਕੋਈ ਹੈਂਡ, ਨਹੀਂ ਤਾਂ ਵੀ ਆਰ ਟੁਵਰਡਸ ਦੀ ਐਂਡ। ਕਮਲਜੀਤ ਸਿੰਘ ਜੀ, ਤੁਸੀਂ ਅਨਮਿਊਟ ਕੀਤਾ। ਹਾਂਜੀ, ਅਨਮਿਊਟ ਕੀਤਾ ਸੀ ਪਰ ਮੈਂ ਕੋਈ ਸਿਗਨੀਫੀਕੈਂਸ ਨਹੀਂ ਸੀ।
ਜੇ ਆਪਨੇ ਹਾਕ ਮਾਰੀ ਹੈ ਤੇ ਮਾਂ ਮੈਂ ਰਹਿ ਨਾ ਸਕਾਂ। ਫਾਰ ਐਕਸਲੈਂਸ ਭੈਣ ਜੀ ਦਾ ਜਿਹੜਾ ਡਿਲੀਵਰੀ ਹੈ ਸਾਰੀ, there is no doubt। ਇਹ ਹੁਣੇ ਇੱਕ ਗੱਲ ਕਰ ਰਹੇ ਸਾਂ ਜਦੋਂ ਅੱਛੇ ਕੱਢੀਆਂ ਤੇ ਮੈਂ ਇੱਕ ਪੈਰਾਡੌਕਸ ਸ਼ੇਅਰ ਕਰ ਰਿਹਾ। ਸੁਹਾਗਣ ਦੀ ਗੱਲ ਕੀਤੀ ਹੈ ਬਾਣੀ ਦੇ ਵਿੱਚ, ਇੱਕ ਗੱਲ ਬਹੁਤ ਪਿਆਰੀ ਹੈ ਤੇ ਜਿਹੜੀ ਸਾਨੂੰ ਸਾਰਿਆਂ ਨੂੰ, ਮੈਂ ਆਪ ਲੱਭਦਾ ਪਿਆ ਇਸ ਕਰਕੇ ਆਪ ਮਰੇ ਜੱਗ ਪਰ ਲੋ, ਕਿ ਨੰਨੈ ਨਾ ਭੋਗ ਨਿਤ ਭੋਗੇ, ਨਾ ਡੀਠਾ ਨਾ ਸੰਭਲਿਆ। ਮੈਂ ਉਹਨੂੰ ਕਲੀਅਰ ਕਰ ਦਿਆਂ ਕਿ ਨੰਨੇ ਪੱਟੀ ਤੋਂ ਹੈ ਤੇ ਉਹਦਾ ਅੱਖਰ ਹੈ ਨੰਨਾ, ਨਾ ਮਾਈ ਹਸਬੈਂਡ। ਤੇ ਹੁਣ ਇਹਦਾ ਦੋ ਪੱਖ ਤੇ, ਜਿਸ ਤਰ੍ਹਾਂ ਭੈਣ ਜੀਆਂ ਨਾਲ ਮਤਲਬ ਅਸੀਂ ਸਾਰੇ ਜਾਣਦੇ ਹਾਂ ਕਿ ਇੱਕ ਬਾਹਰਲੇ ਤਲ ਤੇ ਗੱਲ ਹੁੰਦੀ ਹੈ, ਬਹੁਤੀ ਮਨ ਦੇ ਤਲ ਤੇ ਗੱਲ ਹੁੰਦੀ ਹੈ। ਸੋ ਦੋਵਾਂ ਤਲਾਂ ਦੀ ਗੱਲ ਕਰਾਂ, ਨੰਨਾ ਹੈ ਨਾ ਭੋਗ ਨਿਤ ਭੋਗੈ, ਨਾ ਡੀਠਾ ਨਾ ਸੰਭਲਿਆ। ਮੈਂ ਇਹਦਾ ਦੋ ਪੱਖ ਨੇ ਕਿ ਇੱਕ ਮੈਂ ਉਹਦੇ ਦਿੱਤੇ ਪਦਾਰਥਾਂ ਨੂੰ ਭੋਗਦਾ ਪਿਆ, ਪਰ I have not been aware of him। ਇੱਕ ਦੂਜਾ, ਐਕਚੁਅਲ ਦੇ ਵਿੱਚ ਜੇ ਅਸੀਂ ਉਹਦੀ ਬਿੰਬਾਤਮਕ ਸਿੰਬੋਲਿਜ਼ਮ ਲਈਏ ਤੇ ਜਿਹੜੀ ਸੁਹਾਗਣ ਹੈ ਉਹ ਕਿੱਦਾਂ ਦੀ ਸੁਹਾਗਣ ਹੋਏਗੀ? ਭੋਗ ਨਿਤ ਭੋਗੈ ਪਰ ਨਾ ਡੀਠਾ ਤੇ ਨਾ ਸੰਭਲਿਆ। ਕਹਿੰਦੇ ਗੱਲੀ ਹਾਂ ਸੁਹਾਗਣ ਭੈਣੇ, ਕੰਤ ਨਾ ਕਭੀ ਮੈਂ ਮਿਲਿਆ। That's the paradox। ਮੈਂ ਸਵਾਲ ਨਹੀਂ ਪਾਇਆ, ਮੈਂ ਸਿਰਫ ਬਾਕੀ ਹਾਊਸ ਦੇ ਲਈ ਸ਼ੇਅਰ ਕੀਤਾ ਕਿ ਬਾਣੀ ਨੂੰ ਅਸੀਂ ਮਨ ਦੇ ਤਲ ਤੇ ਹੀ ਬਹੁਤਾ ਕਰਕੇ ਸਮਝਣਾ ਹੈ, ਪਰ ਐਟ ਦਾ ਸੇਮ ਟਾਈਮ ਜਿਵੇਂ ਡਾਕਟਰ ਸਰਬਜੀਤ ਸਿੰਘ ਦੀ ਗੱਲ ਸੀ ਕਿ ਸਰੀਰਕ ਤੌਰ, ਸ਼ਬਦ ਦੇ ਪ੍ਰਪੇਖ ਤੋਂ ਸਰੀਰਕ ਤੌਰ ਤੇ ਵੀ ਅਸੀਂ ਇਹਦੀ ਗੱਲ ਕਰ ਸਕਦੇ ਹਾਂ, ਇਗਨੋਰ ਨਹੀਂ ਕੀਤੀ ਜਾ ਸਕਦੀ। ਕੋਈ ਵੀ ਬਾਣੀ ਦੀ ਤੁਕ ਜਿਹੜੀ ਹੈ ਨਾ, ਨਿਰੀ ਮਨ ਦੇ ਲੈਵਲ ਤੇ ਸ਼ਾਇਦ ਨਾ ਫਿੱਟ ਬੈਠੇ ਜੇ ਉਹਦਾ ਦੁਨਿਆਵੀ ਆਸਪੈਕਟ ਹੈ, ਅਦਰਵਾਈਜ਼ ਉਹ ਸਾਰੀ ਮਨ ਤੇ ਹੀ ਹੈ, ਕਿਉਂਕਿ ਪਾਤਸ਼ਾਹ ਦਾ ਬਚਨ ਹੀ ਹੈ ਕਿ ਮਨ ਜੀਤੇ ਜਗ ਜੀਤ। ਥੈਂਕ ਯੂ ਜੀ। ਥੈਂਕ ਯੂ, ਥੈਂਕ ਯੂ। ਸੋ ਇਹ ਸਾਰੀ ਬਾਣੀ ਮਨ ਦੇ ਤਲ ਤੇ ਜ਼ਿਆਦਾ ਸਟ੍ਰੈਸ ਹੈ, ਤਨ ਦੇ ਤਲ ਤੇ ਘੱਟ ਹੈ। ਮੈਂ ਜੋ I can put it that way। ਹਾਂਜੀ, anybody? No calls। ਸੋ ਅਸੀਂ ਫਿਰ ਭੈਣ ਜੀ ਦਾ ਬਹੁਤ ਬਹੁਤ ਥੈਂਕਸ ਕਰਦੇ ਹਾਂ। ਭੈਣ ਜੀ ਤੁਸੀਂ, ਹਾਂਜੀ ਕਮਲਜੀਤ ਸਿੰਘ ਜੀ ਫਿਰ ਅਨਮਿਊਟ ਕਰੋ ਪਹਿਲੇ ਆਪਣੇ। ਇਹਦਾ ਰੈਫਰੈਂਸ ਸੀਗਾ ਆਸਾ ਪੱਟੀ ਦੀ ਹੈ, ਪਹਿਲੇ ਦੀ ਜਿਹੜੀ ਪੱਟੀ ਆਸਾ ਰਾਗ ਦੇ ਵਿੱਚ 433, ਜੇ ਕਿਸ ਨੇ ਰੈਫਰ ਕਰਨਾ ਹੋਵੇ। ਥੈਂਕ ਯੂ। ਥੈਂਕ ਯੂ। ਸੋ ਭੈਣ ਜੀ ਤੁਹਾਡਾ ਬਹੁਤ ਬਹੁਤ ਥੈਂਕਸ। ਯੂ ਰੀਅਲੀ ਪੁੱਟ ਅ ਵੈਰੀ ਗੁੱਡ ਪਰਸਪੈਕਟਿਵ। ਔਰ ਜਿਹੜੀ ਚੀਜ਼ ਐਟਲੀਸਟ ਮੈਂ ਤਾਂ ਹਰ ਵੇਲੇ ਇਸ ਸ਼ਬਦ ਨੂੰ ਐਸੇ ਐਂਗਲ ਤੋਂ ਹੀ ਸੋਚਦਾ ਰਹਿੰਦਾ ਸੀ ਜਾਂ ਪੜ੍ਹਿਆ ਸੀ, ਇਸ ਕਰਕੇ ਮੇਰੇ ਲਈ ਤਾਂ ਟੋਟਲ ਨਿਊ ਪਰਸਪੈਕਟਿਵ ਐਂਡ ਆਈ ਫੁੱਲੀ ਐਪਰੀਸ਼ੀਏਟ ਇਟ। ਔਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਸਾਰਾ ਐਕਸਪਲੇਨ ਕੀਤਾ। ਬਲਵੰਤ ਸਿੰਘ ਹੰਸਰਾ ਜੀ ਤੁਸੀਂ ਰੇਜ਼ ਕੀਤਾ ਐਂਡ ਹਾਂਜੀ, ਮੈਂ ਤਾਂ ਇੱਕ ਬੜਾ ਬੇਸਿਕ ਜਿਹਾ ਭੈਣ ਜੀ ਤੋਂ ਫਸਟ ਆਫ ਆਲ ਲੈਟ ਮੀ ਸੇ ਬਈ ਤੁਹਾਡਾ ਜਿਹੜਾ ਵਿਚਾਰ ਤੁਸੀਂ ਸ਼ੇਅਰ ਕੀਤੇ ਆ ਦੇ ਵਰ ਐਕਸਲੈਂਟ ਟੂ ਮੀ। ਮੈਨੂੰ ਇੱਕ ਬਹੁਤ ਬੇਸਿਕ ਕੁਐਸਚਨ ਆ ਮੇਰਾ, ਬਈ ਤੁਸੀਂ ਵੀਰ ਭੁਪਿੰਦਰ ਸਿੰਘ ਜਿਹੜੇ ਉਹਨਾਂ ਨੂੰ ਮੈਂ ਵੀ ਜਾਣਦਾ, ਉਹਨਾਂ ਨੂੰ ਸੁਣਨ ਤੋਂ ਬਾਅਦ ਤੁਸੀਂ ਵਾਹੇ ਤੋਂ ਵਾਹ ਕਿਵੇਂ ਕੀਤਾ, ਕੀ ਉਹਦੇ ਚ ਡਿਫਰੈਂਸ ਹੈ ਤੁਹਾਨੂੰ ਲੱਗਿਆ? ਵਾਹਿਗੁਰੂ ਤੋਂ ਵਾਹਿਗੁਰੂ ਐਕਚੁਅਲੀ ਵਿੱਚ ਉਹ ਉੱਥੇ ਵਾਹਿਗੁਰੂ ਮੈਂ ਇਸ ਕਰਕੇ ਕਹਿੰਦਾ ਕਿ ਐਕਸਕਲੇਮੇਸ਼ਨ ਹੈ ਕਿ ਅੰਦਰੋਂ ਬਾ ਜਿਹੜੀ ਹੈ ਅੰਦਰੋਂ ਸ਼ੁਰੂ ਹੋਵੇ, ਉਸ ਕਰਕੇ ਵੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਐਕਸਕਲੇਮੇਸ਼ਨ ਦੇ ਰੂਪ ਵਿੱਚ ਵਾਹਿਗੁਰੂ, ਵਾਹੇ
ਐਕਚੁਅਲੀ ਵਿੱਚ ਇਸ ਤਰ੍ਹਾਂ ਦਾ ਐਕਸਕਲੇਮੇਸ਼ਨ ਦਾ ਕੋਈ ਸਾਈਨ ਨਹੀਂ ਬਣਦਾ ਕਿ ਮੈਂ ਉਸ ਨੂੰ ਵਾਹੇ ਬੋਲਾਂ। ਮੈਂ ਆਪਣੇ, ਮੈਨੂੰ ਨਹੀਂ ਪਤਾ ਕਿ ਭੁਪਿੰਦਰ ਸਿੰਘ ਵੀਰ ਜੀ ਨੇ ਇਸ ਨੂੰ ਇਸ ਤਰ੍ਹਾਂ ਕਿਉਂ ਕੀਤਾ, ਬਟ ਮੈਂ ਇਸ ਨੂੰ ਇਸ ਢੰਗ ਦੇ ਨਾਲ ਐਕਸੈਪਟ ਕੀਤਾ ਹੈ, ਹੋਰ ਕੁਝ ਨਹੀਂ। ਕਿਉਂਕਿ ਇਹ ਮੈਂ ਖਾਲੀ ਵੀਰ ਭੁਪਿੰਦਰ ਸਿੰਘ ਜੀ ਨਹੀਂ, ਹੋਰ ਵੀ ਬਹੁਤ ਸਾਰੇ ਪ੍ਰਚਾਰਕ ਵੀਰ ਨੇ, ਉਹ ਵੀ ਇਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਹੀ ਬੋਲਦੇ ਨੇ, ਐਸੀ ਕੋਈ ਗੱਲ ਨਹੀਂ। ਬਟ ਕਿਉਂਕਿ ਮੈਨੂੰ ਵੀ ਯੂਜ਼ ਟੂ ਹਾਂ ਵਾਹਿਗੁਰੂ ਜੀ ਬੋਲਣਾ, ਤੇ ਮੇਰੇ ਮੂੰਹ ਚੋਂ ਹਾਲੇ ਵੀ ਨਿਕਲਦਾ, ਬਟ ਆਈ ਐਮ ਟਰਾਈਂਗ ਕਿ ਠੀਕ ਹੈ ਮੈਂ ਵੀ ਉਸ ਨੂੰ ਉਸ ਐਕਸਕਲੇਮੇਸ਼ਨ ਵਾਲੀ, ਉਸ ਸ਼ੁਕਰਾਨੇ ਵਾਲੀ, ਉਸ ਵਾਲੀ ਸਟੇਜ ਤੇ ਜਾ ਕੇ ਮੇਰੇ ਮੂੰਹ ਚੋਂ ਵੀ ਵਾਹ ਨਿਕਲੇ, ਵਾਹ, ਕੀ ਅਸੀਂ ਮੈਂ ਉਸ ਚੀਜ਼ ਨੂੰ ਅਸੈਪਟ ਕਰ ਸਕਾਂ। ਜਾਂ ਮੈਂ ਤੁਹਾਡੀ ਗੱਲ ਸਮਝ ਗਿਆ, ਪਰ ਕੀ ਅਸੀਂ ਜਿਹੜਾ ਸਾਨੂੰ ਚੰਗਾ ਲੱਗਦਾ ਉਸ ਦੇ ਮੁਤਾਬਕ ਬਾਣੀ ਨੂੰ ਢਾਲ ਸਕਦੇ ਹਾਂ, ਪੜ੍ਹ ਸਕਦੇ ਹਾਂ, ਜਾਂ ਮੈਨੂੰ ਚੰਗਾ ਲੱਗਦਾ ਤੇ ਅੱਜ ਕੈਨ ਨਹੀਂ, ਗੁਰਬਾਣੀ ਨੂੰ ਤਾਂ ਅਸੀਂ ਗੁਰਬਾਣੀ ਵਿਆਕਰਣ ਦੇ ਅਨੁਸਾਰ ਹੀ ਅਸੀਂ ਕਰਾਂਗੇ, ਹਨਾ। ਗੁਰਬਾਣੀ ਮੇਰਾ ਗੁਰਬਾਣੀ ਵਿਆਕਰਣ ਅਨੁਸਾਰ ਹੀ ਕਰਾਂਗੇ। ਡਾਕਟਰ ਜੀ ਮੈਂ ਬੇਨਤੀ ਕਰਾਂ, ਠਹਿਰੋ ਜੀ, ਠਹਿਰੋ, one at a time। ਮੈਂ ਇਹ ਡਾਕਟਰ ਬੇਨਤੀ, ਜਿਹੜਾ ਇੱਕ ਮਿੰਟ ਗੁਰਚਰਨ ਸਿੰਘ ਜੀ ਰੁਕੋ। ਇੱਕ ਮਿੰਟ ਲਓ। ਆ ਜਿਹੜਾ ਵਾਹਿਗੁਰੂ ਸ਼ਬਦ ਬਿਲਕੁਲ ਐਗਜ਼ੈਕਟ ਵਰਡ ਹੈ। ਜਿਹੜੀ ਸਿਆਰੀ ਔਰ ਔਂਕੜ ਨਾਲ ਆਂਦਾ ਨਾ ਹਾ ਲਫ਼ਜ਼, ਉਹ ਗ੍ਰਾਮੈਟਿਕਲੀ ਸਾਇਲੈਂਟ ਹੈ। ਇਹਦਾ ਵੱਖਰਾ ਰੂਲ ਹੁੰਦਾ ਵੀ ਸਿਆਰੀ ਕਿੱਥੇ ਬੋਲਣੀ ਹੈ, ਕਿਤੇ ਨਹੀਂ ਬੋਲਣੀ। ਤਾਂ ਵਾਹੇ ਵੀ ਗਲਤ ਹੈ, ਵਾਹੋ ਵੀ ਗਲਤ ਹੈ। ਤਾਂ ਡਾਇਰੈਕਟ ਵਾਹ ਜਿਹੜਾ ਹੈ, that is the right perfect word as a grammatically rule of the Gurbani. The Vahguru is the right word. Shari and Ankar will be silent always. Thank you, ji. You explain that to me, sir? Can you explain that? ਜੀ ਇਹ ਮੈਂ ਪੂਰਾ ਰੂਲ ਹੈ, ਕਦੇ ਸ਼ੇਅਰ ਕਰਾਂ ਨਾ ਇਹਨੂੰ, ਸ਼ਾਇਰੀ ਕਿੱਥੇ ਬੋਲਣੀ ਹੈ, ਕਿਉਂ ਨਹੀਂ ਬੋਲਣੀ, ਔਂਕੜ ਕਿ ਬੋਲਣਾ ਕਿਉਂ ਨਹੀਂ ਬੋਲਣਾ, ਇਹ ਡਿਟੇਲ ਨਾਲ ਥੋੜਾ ਟਾਈਮ ਲੈ ਕੇ ਇਹਨੂੰ ਮੈਂ ਸਮਝਾ ਸਕਾਂਗਾ। ਪੂਰੀ ਮੇਰੀ ਇਹ ਪ੍ਰੈਜੈਂਟੇਸ਼ਨ ਹੈਗੀ ਹੈ ਇਸ ਟੌਪਿਕ ਦੇ ਉੱਪਰ। ਵੈਸੇ ਜਿਹੜਾ ਗੁਰਬਾਣੀ ਦੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸ਼ਬਦ ਆਇਆ, ਉਹ ਵਾਹਿਗੁਰੂ ਆਇਆ, ਆਹੇ ਨੂੰ ਸਿਆਰੀ ਹੈ। ਸ਼ਾਇਰੀ ਸਾਇਲੈਂਟ ਰਹੇਗੀ ਨਾ ਜੀ। ਹਾਂ, ਤੇ ਸਾਰੀ ਸਾਇਲੈਂਟ ਰਹਿੰਦੀ ਹੈ, ਇਸ ਕਰਕੇ ਵਾਹਿਗੁਰੂ ਬਣਦਾ ਸ਼ਬਦ। ਇਸ ਕਰਕੇ ਵਾਹ ਬੋਲਾਂਗੇ। ਅਤੇ ਸਾਡੇ ਫੋਨ ਤੇ ਕਾਫੀ ਵਾਰੀ ਸਾਡੀ ਸ਼ੁਰੂ ਵਿੱਚ ਜਿਹੜੀ ਅਰਦਾਸ ਆ ਉਹਦੇ ਚ ਵਾਹਿਗੁਰੂ ਹੀ ਯੂਜ਼ ਕੀਤਾ ਜਾਂਦਾ, ਵਾਹੇ ਨਹੀਂ ਅਸੀਂ ਯੂਜ਼ ਕਰਦੇ, ਕਿਉਂਕਿ ਉਹਦੀ ਲੈਂਗੁਏਜ ਵਿੱਚ ਕਿਧਰੇ ਵੀ ਇਹ ਸ਼ਬਦ ਦੁਲੈਂਕੜੇ ਜਾਂ ਲੈਂਕੜੇ ਨਾਲ ਨਹੀਂ ਹੈਗਾ। ਨਹੀਂ ਹੈਗਾ। ਜਿਵੇਂ ਸਤਨਾਮ ਵਿੱਚ ਅਸੀਂ ਤੱਤੇ ਦੀ ਸਿਆਰੀ ਨਹੀਂ ਬੋਲਦੇ ਨਾ, ਉੱਥੇ ਸਤੀ ਨਾਮ ਨਹੀਂ ਅਸੀਂ ਬੋਲਦੇ, ਐਗਜ਼ੈਕਟਲੀ ਵਾਹਿਗੁਰੂ ਜਿੱਥੇ ਵੀ ਇਹ ਅਖੀਰੇ ਘੱਟਾਂ ਦੇ ਸਵਈਆਂ ਦੇ ਵਿੱਚ ਹੈਗਾ ਸ਼ਬਦ, ਤੋਂ ਉੱਥੇ ਅਗਰ ਧਿਆਨ ਨਾਲ ਪੜਿਆ ਜਾਏ ਤਾਂ ਬੜਾ ਕਲੀਅਰ ਇਹਦੀ ਪ੍ਰੋਨਾਊਂਸੀਏਸ਼ਨ ਆ ਜਾਂਦੀ ਹੈ ਉੱਥੇ, ਕਿਉਂਕਿ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਸਿਰਫ ਉੱਥੇ ਹੀ ਯੂਜ਼ ਕੀਤਾ, ਐਂਡ that is for ਕਿ ਗੁਰੂ ਤੇਰੀ ਵਾਹ ਹੈ। It is not as a name of the Lord. ਇਹ ਵੀ ਇੱਕ ਵੱਖਰਾ ਵਿਸ਼ਾ ਬਣ ਜਾਂਦਾ ਵੀਰ ਜੀ। ਹਾਂ, ਇਹ ਪੂਰਾ ਵਿਸ਼ਾ ਹੈਗਾ, ਇਹਦੇ ਬਾਰੇ ਪੂਰੀ ਗੱਲ ਕੀਤੀ ਜਾ ਸਕਦੀ ਹੈ, ਬਟ ਇਹ ਬੜਾ ਡੀਪ ਵਿਸ਼ਾ ਹੈਗਾ। ਟਾਈਮ ਮੰਗਦਾ ਹੈ, ਪੂਰੇ ਲੌਜਿਕ ਮੰਗਦਾ ਹੈ, ਤਾਂ ਅਸੀਂ ਇਹਨੂੰ ਸਮਝ ਸਕਦੇ ਹਾਂ। ਠੀਕ ਹੈ, ਠੀਕ ਹੈ, ਮਿਹਰਬਾਨੀ। ਹਾਂਜੀ, ਸੋ ਭੈਣ ਜੀ ਤੁਹਾਡਾ ਬਹੁਤ ਬਹੁਤ ਥੈਂਕਸ ਵੰਸ ਅਗੇਨ, ਤੇ ਸਾਰਿਆਂ ਦਾ ਬਹੁਤ ਬਹੁਤ ਥੈਂਕਸ। ਅਗਲੀ ਵਾਰੀ ਵੈਸੇ ਗੁਰਚਰਨ ਸਿੰਘ ਹੋਰੀ ਆ ਨਾਮ ਸਿਮਰਨ ਦੇ ਉੱਤੇ ਬੈਠੇ ਆ, ਤੇ ਉਹੀ ਨੈਕਸਟ ਸਾਡਾ ਸੈਸ਼ਨ ਲੈਣਗੇ ਨੈਕਸਟ ਸੰਡੇ ਨੂੰ, ਸੋ ਵੀ ਵਿਲ ਹੈਵ ਇਟ। ਸੋ ਸਾਰਿਆਂ ਦਾ ਬਹੁਤ ਥੈਂਕਸ ਤੁਹਾਡਾ। ਸਵੇਰੇ ਸਵੇਰੇ ਉੱਠ ਕੇ 5:30 ਵਜੇ ਤੁਸੀਂ ਬਹੁਤ ਉਦਮ ਕਰਕੇ ਤੇ ਕਰ ਲਿਆ ਆਪਣੇ ਕੰਮ, ਪਰਿਵਾਰ ਦੇ ਕੰਮਾਂ ਤੋਂ ਪਹਿਲੇ ਖਤਮ ਕਰ ਲਿਆ ਇਹ ਕੰਮ, ਤੁਹਾਡਾ ਫਿਰ ਵੀ ਬਹੁਤ Thanks. So ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।